ਤੇ ਭੱਟ ਬਾਣੀ ਜਿਹੜੀ ਆ ਇਹਦੀ ਕੀ ਅਹਿਮੀਅਤ ਹੈ? ਭੱਟ ਕੌਣ ਸੀਗੇ? ਭੱਟਾਂ ਦੀ ਬਾਣੀ ਜਿਹੜੀ ਹੈਗੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1399 ਤੋਂ 1409 ਪੰਨੇ ਤੱਕ ਦਰਜ ਹੈ। ਭਗਤ ਜਨ ਰਹੇ ਨੇ ਲੰਬਾ ਸਮਾਂ, ਮਤਲਬ ਗੁਰੂ ਸਾਹਿਬ ਦੀ ਉਸਤਤ ਦੇ ਵਿੱਚ ਗੁਰੂ ਦਰਬਾਰ ਨਾਲ ਜੁੜੇ ਰਹੇ, ਤੇ ਇਹਨਾਂ ਨੂੰ ਫਿਰ ਪਰਦੇਸੀ ਸ਼ਬਦ ਕਿਉਂ ਵਰਤਿਆ ਗਿਆ? ਬਾਹਰੋਂ ਆਏ ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ। ਹਫ਼ਤਾਵਾਰੀ ਪ੍ਰੋਗਰਾਮ ਧਰਮ ਅਤੇ ਸਮਾਜ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਹਰ ਹਫ਼ਤੇ ਦੀ ਤਰ੍ਹਾਂ ਸਿੱਖ ਸਕਾਲਰ ਡਾਕਟਰ ਗੁਰਨਾਮ ਕੌਰ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਉਹਨਾਂ ਨਾਲ ਅਸੀਂ ਅੱਜ ਕੱਲ੍ਹ ਲੜੀ ਸ਼ੁਰੂ ਕੀਤੀ ਹੋਈ ਆ ਭਗਤ ਬਾਣੀ ਦੇ ਉੱਤੇ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਜਨਾਂ ਦੀ ਬਾਣੀ ਦੇ ਉੱਤੇ ਲਗਾਤਾਰ ਅਸੀਂ ਕਈ ਪ੍ਰੋਗਰਾਮ ਕੀਤੇ ਨੇ। ਅੱਜ ਸ਼ਾਇਦ ਇਹ ਸਾਡਾ ਆਖਰੀ ਪ੍ਰੋਗਰਾਮ ਹੋਏਗਾ। ਵੈਸੇ ਧਾਰਮਿਕ ਪ੍ਰੋਗਰਾਮ ਸਾਡਾ ਜਿਹੜਾ ਹਰ ਹਫ਼ਤਾ ਚੱਲਦਾ ਰਹੇਗਾ। ਅੱਜ ਅਖੀਰ ਦੇ ਵਿੱਚ ਡਾਕਟਰ ਸਾਹਿਬ ਕਹਿੰਦੇ ਕਿ ਭੱਟ ਬਾਣੀ ਜਿਹੜੀ ਹੈ ਸੋਈਏ, ਉਹਨਾਂ ਦਾ ਬਹੁਤ ਜ਼ਿਕਰ ਹੁੰਦਾ ਸਾਡੇ, ਅਤੇ ਉਹਦੇ 'ਤੇ ਆਪਾਂ ਜ਼ਰੂਰ ਗੱਲ ਕਰਾਂਗੇ। ਸੋ ਜਿਵੇਂ ਅਸੀਂ ਬਾਕੀ ਭਗਤ ਜਨਾਂ ਦੀ ਬਾਣੀ ਦੇ ਉੱਤੇ ਇਹਨਾਂ ਕੋਲੋਂ ਵਿਆਖਿਆ ਸੁਣੀ, ਉਹਨਾਂ ਦੇ ਜੀਵਨ ਬਾਰੇ ਜਾਣਿਆ, ਇਸੇ ਤਰ੍ਹਾਂ ਹੀ ਭੱਟ ਸਾਹਿਬਾਨ ਦੇ ਬਾਰੇ ਵੀ ਅਸੀਂ ਡਾਕਟਰ ਗੁਰਨਾਮ ਕੌਰ ਘਰਾਂ ਕੋਲੋਂ ਜਾਣਨ ਦਾ ਯਤਨ ਕਰਾਂਗੇ। ਆਪਣੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਤੁਹਾਡਾ ਵੀ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਕਿ ਅਸੀਂ ਲਗਾਤਾਰ ਭਗਤਾਂ ਦੀ ਬਾਣੀ ਦੇ ਉੱਤੇ ਚਰਚਾ ਕਰਦੇ ਆ ਰਹੇ ਹਾਂ, ਅਤੇ ਭੱਟ ਸਾਹਿਬਾਨ ਦੀ ਬਾਣੀ ਅੱਜ ਆਖਰੀ ਦਿਨ ਸਾਡਾ ਕੋਈ ਲੜੀਵਾਰ ਅਸੀਂ ਲਗਭਗ ਸਾਰੇ ਹੀ ਭਗਤ ਜਨਾਂ ਦੀ ਬਾਣੀ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਅਤੇ ਭੱਟ ਬਾਣੀ ਜਿਹੜੀ ਆ ਇਹਦੀ ਕੀ ਅਹਿਮੀਅਤ ਹੈ? ਭੱਟ ਕੌਣ ਸੀਗੇ? ਗੁਰੂ ਸਾਹਿਬ ਦੇ ਸੰਪਰਕ ਕਦੋਂ ਤੋਂ ਆਏ? ਕਿੰਨਾ ਸਮਾਂ ਰਹੇ? ਥੋੜ੍ਹੀ ਜਿਹੀਆਂ ਜਾਣਕਾਰੀਆਂ ਜਿਹੜੀਆਂ ਕਾਮਨ ਨੇ ਪਹਿਲਾਂ ਉਹ ਕਰ ਲਈਏ, ਫਿਰ ਆਪਾਂ ਉਹਨਾਂ ਦੀ ਜਿਹੜੀ ਉਹਨਾਂ ਦੀ ਬਾਣੀ ਹੈ ਉਹਦੀ ਵਿਆਖਿਆ ਕਰਾਂਗੇ ਜਿਸ ਤਰੀਕੇ ਨਾਲ। ਬਿਲਕੁਲ ਜੀ। ਹਾਂਜੀ। ਤੇ ਭੱਟਾਂ ਦੀ ਬਾਣੀ ਜਿਹੜੀ ਹੈਗੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1399 ਤੋਂ 1409 ਪੰਨੇ ਤੱਕ ਦਰਜ ਹੈ। ਤੇ ਇਸ ਵਈਆਂ ਦੇ ਸਿਰਲੇਖ ਹੇਠ ਹੈ ਇਹ। ਤੇ ਮਤਲਬ ਅਖੀਰ ਵਿੱਚ ਜਗ੍ਹਾ ਮਿਲੀ 1430 ਪੰਨੇ ਆ ਸ਼ਾਇਦ ਪੂਰੇ। ਹਾਂਜੀ, ਪੂਰੇ 1430 ਪੰਨੇ ਆ। ਹਾਂਜੀ। ਨਹੀਂ, ਇਹ ਤੋਂ ਬਾਅਦ ਹੈਗੀਆਂ ਨੇ 1409 ਪੰਨੇ ਤੱਕ ਹੈ। ਹਾਂ, ਮੈਂ ਕਹਿ ਰਿਹਾ। ਹਾਂਜੀ ਹਾਂਜੀ ਹਾਂ, ਹੈਗੀਆਂ ਬਾਣੀਆਂ। ਤੇ ਭੱਟ ਅਸਲ 'ਚ ਕਵੀ ਹੁੰਦੇ ਸੀ, ਸ਼ਾਇਦ ਤੁਸੀਂ ਵੀ, ਮੈਂ ਆਪਣੇ ਬਚਪਨ 'ਚ ਸੁਣੇ ਆ। ਸਾਡੇ ਪਿੰਡ ਨਾ ਦੀਵਾਨ ਲਾਉਂਦੇ ਹੁੰਦੇ ਸੀ, ਤੇ ਭੱਟ ਆਉਂਦੇ ਹੁੰਦੇ ਸੀ ਗਾਉਣ, ਉਹ ਵਿੱਚ ਨਾਲ ਕਥਾ ਕਰਦੇ, ਨਾਲ ਫਿਰ ਕਵਿਤਾ ਦੇ ਰੂਪ ਦੇ ਵਿੱਚ ਉਹ ਗਾਉਂਦੇ ਕਿਸੇ ਨਾ ਕਿਸੇ ਦੇ, ਜਿਵੇਂ ਕਹਿ ਲਓ ਤੁਸੀਂ ਪਾਂਡਵਾਂ ਦਾ ਜਾਂ ਮਹਾਭਾਰਤ ਦਾ, ਇੱਦਾਂ ਦੀਆਂ ਸਟੋਰੀਆਂ ਵੀ ਕਰਦੇ ਹੁੰਦੇ ਸੀ, ਤੇ ਗੁਰੂਆਂ ਬਾਰੇ ਵੀ ਕਰਦੇ ਹੁੰਦੇ ਸੀ। ਇੱਕ ਤਾਂ ਪਿੰਡਾਂ 'ਚ ਰਾਸਧਾਰੀ ਆਉਂਦੇ ਸੀ, ਉਹਨਾਂ ਨਾਲ ਰਾਸਧਾਰੀ ਅਲੱਗ ਚੀਜ਼ ਹੈ। ਹਾਂਜੀ। ਉਹ ਤਾਂ ਜਿਵੇਂ ਡਰਾਮਾ ਰਚਦੇ ਆ ਜਾਂ ਕੀ ਇਸ ਤਰ੍ਹਾਂ ਦੇ ਨਾਲ ਰਾਸ ਪਾਉਂਦੇ ਆ ਨਾ। ਹਾਂਜੀ। ਤੇ ਇਹ ਭੱਟ ਨੇ ਜਿਹੜੇ ਇਹ ਕਵੀ ਦੇ ਤੌਰ ਤੇ ਹੀ ਆਪਣਾ ਮਤਲਬ ਐਂਟਰਟੇਨ ਕਰਦੇ, ਸਮਝ ਲਓ। ਅੱਛਾ ਜੀ। ਤੇ ਇਹਨਾਂ ਦੇ ਬਾਰੇ ਇਹ ਕਿਹਾ ਜਾਂਦਾ ਵੀ ਇਹ ਕਿਸੇ ਰਾਜੇ ਦੀ ਉਸਤਤੀ ਜਾਂ ਕੀਰਤੀ ਕਰਨ ਵਾਸਤੇ, ਜਾਂ ਕਿਸੇ ਯੋਧੇ ਦੀ ਬਹਾਦਰੀ ਦਾ ਉਹਦਾ ਮਤਲਬ ਗਾਉਣ ਕਰਨ, ਜਿਸ ਤਰ੍ਹਾਂ ਵਾਰਾਂ ਸਾਡੇ ਬਹਾਦਰੀ ਦੀਆਂ ਵਾਰਾਂ ਅਲੱਗ ਚੀਜ਼ ਹੈ, ਉੱਦਾਂ ਇਹ ਸਵਈਏ ਇਹ ਕਰਦੇ ਨੇ। ਤੇ ਹੁਣ ਪ੍ਰੋਫੈਸਰ ਸਾਹਿਬ ਸਿੰਘ ਨੇ, ਜਦੋਂ ਆਪਾਂ ਸਤੀ ਤੇ ਬਲਵੰਡ ਬਾਰੇ ਪਿਛਲੀ ਉਹਦੇ ਵਿੱਚ ਕਰ ਚੁੱਕੇ ਹਾਂ, ਪਿਛਲੇ ਸੈਗਮੈਂਟ ਦੇ ਵਿੱਚ ਉਹਨਾਂ ਦੇ ਬਾਰੇ ਲਿਖਿਆ। ਇੱਦਾਂ ਹੀ ਉਹ ਕਹਿੰਦੇ ਵੀ ਜਦੋਂ ਸਤੀ ਤੇ ਬਲਵੰਡ ਦੀ ਬਾਰ-ਬਾਰ ਪ੍ਰੋਫੈਸਰ ਸਾਹਿਬ ਸਿੰਘ ਲਿਖ ਰਹੇ ਨੇ ਨਾ, ਉਹਨਾਂ ਨੇ ਇਕੱਲੇ ਗੁਰਬਾਣੀ ਦਾ ਟੀਕਾ ਹੀ ਨਹੀਂ ਕੀਤਾ, ਨਾਲ ਹੋਰ ਵੀ ਖੋਜ ਆਪਣੀ ਵੀ ਕਿਹੜੇ ਭਗਤ ਬਾਰੇ ਜਾਂ ਕਿਹਨਾਂ ਬਾਰੇ ਕੀ ਵਿਚਾਰਧਾਰਾ ਹੈਗੀ ਜਾਂ ਕੌਣ ਸੀਗੇ ਉਹ, ਇੱਦਾਂ ਇੰਟਰੋਡਕਸ਼ਨ ਉਹਨਾਂ ਨੇ ਨਾਲ ਦਿੱਤੀ ਹੋਈ ਹੈ। ਸੋ ਉਹ ਸਤੀ ਤੇ ਬਲਵੰਡ ਦੀ ਵਾਰ ਦੀ ਗੱਲ ਕਰਦੇ ਹਾਂ, ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਨੇ ਵੀ ਇਹ ਇੱਕ ਜਿਹੜੀ ਸਤੀ ਤੇ ਬਲਵੰਡ ਦੀ ਵਾਰ ਤੇ ਇੱਕ ਜਿਹੜੇ ਇਹ ਸਵਈਏ ਨੇ ਭੱਟਾਂ ਦੇ, ਵੀ ਇਹਨਾਂ ਦੇ ਨਾ ਮਤਲਬ ਜਿਹੜੀ ਮਹੱਤਤਾ ਹੈਗੀ ਜਾਂ ਇੰਪੋਰਟੈਂਸ ਸਿੱਖ ਧਰਮ ਦੇ ਵਿੱਚ ਇਤਿਹਾਸਕ ਤੌਰ ਤੇ ਬਹੁਤ ਜ਼ਿਆਦਾ ਹੈ, ਤੇ ਯਾਦਗਾਰੀ ਵੀ ਹੈ ਇਹ। ਤੇ ਉਹ ਗੱਲ ਕਰਦੇ ਨੇ ਕਿ ਜਦੋਂ ਆਪਣਾ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਗੁਰੂ ਰਾਮਦਾਸ ਨੇ ਸਮਝ ਲਓ ਦਸਤਾਰ ਪਹਿਨਾਈ, ਗੁਰਗੱਦੀ ਦਿੱਤੀ, ਤੇ ਗੋਇੰਦਵਾਲ ਵਿੱਚ, ਇਹ ਪ੍ਰੋਫੈਸਰ ਸਾਹਿਬ ਸਿੰਘ ਦਾ ਕਹਿਣਾ ਕਿ ਇਹ ਗੋਇੰਦਵਾਲ ਦੇ ਵਿੱਚ ਕੀਤੀ ਸੀਗੀ, ਤੇ ਬਾਬਾ ਪ੍ਰਿਥੀ ਚੰਦ ਨੇ ਜ਼ਬਰਦਸਤੀ ਉਹ ਦਸਤਾਰ ਖੋਹਣ ਦੀ ਕੋਸ਼ਿਸ਼ ਕੀਤੀ ਸੀਗੀ। ਤੇ ਉਹ ਕਹਿੰਦੇ ਵੀ ਉਸ ਵੇਲੇ ਭੱਟ ਸੀਗੇ ਜਿਨ੍ਹਾਂ ਨੇ ਮਤਲਬ, ਕਿਉਂਕਿ ਬਾਬਾ ਪ੍ਰਿਥੀ ਚੰਦ ਹੈ ਜਿਹੜਾ, ਉਹ ਗੁਰੂ ਨਾਨਕ ਦੀ ਜਿਹੜੀ ਪਰੰਪਰਾ ਹੈਗੀ ਵੀ ਯੋਗਤਾ ਮੂਲਕ ਗੁਰਗੱਦੀ ਦੇਣੀ ਹੈ, ਉਹਨੂੰ ਉਹ ਭੰਗ ਕਰਨਾ ਚਾਹੁੰਦੇ ਸੀ। ਉਹ ਦੁਨੀਆਦਾਰੀ ਦੇ ਰੂਪ ਦੇ ਵਿੱਚ ਚਾਹੁੰਦੇ ਸੀ ਵੀ ਮੈਂ ਵੱਡਾ ਤੇ ਮੈਨੂੰ ਮਿਲਣੀ ਚਾਹੀਦੀ ਹੈ ਇਹ। ਸੋ ਕਹਿੰਦੇ ਵੀ ਇਹ ਪ੍ਰਦੇਸੋਂ ਆਏ ਕਿਹਾ, ਪ੍ਰੋਫੈਸਰ ਸਾਹਿਬ ਸਿੰਘ ਨੇ ਸਪੈਸ਼ਲ ਉਹਨਾਂ ਨੂੰ ਪ੍ਰਦੇਸੋਂ ਆਏ ਕਿਹਾ ਕਿ ਵੀ ਉਹ ਪ੍ਰਦੇਸੋਂ ਆਏ ਹੋਏ ਜਿਹੜੇ ਭੱਟ ਸੀਗੇ। ਮੇਰੇ ਖਿਆਲ ਆਪਾਂ ਕਾਲ ਜੇ ਆਪਣੇ ਕੰਮ ਦੀ ਹੋਵੇ ਤੇ ਲੈ ਲਈਏ ਜੀ। ਸਤਿ ਸ਼੍ਰੀ ਅਕਾਲ।
ਹੈਲੋ, ਮੇਰੇ ਖਿਆਲ ਨਹੀਂ। ਹਾਂਜੀ। ਤੇ ਵੀ ਉਹ ਜਿਹੜੇ ਆਏ ਹੋਏ ਸੀਗੇ ਭੱਟ ਪਰਦੇਸੀ ਸੀਗੇ, ਉਹਨਾਂ ਨੇ ਮਤਲਬ ਸੱਚਾਈ ਦਾ ਬਿਆਨ ਕੀਤਾ ਆਪਣੇ ਸਵਈਆਂ ਦੇ ਰਾਹੀਂ ਕਿ ਗੁਰੂ ਨਾਨਕ ਸਾਹਿਬ ਦੀ ਪਰੰਪਰਾ ਕੀ ਰਹੀ ਹੈ ਗੁਰਗੱਦੀ ਦੇਣ ਦੀ। ਤੇ ਫਿਰ ਕਹਿੰਦੇ ਵੀ ਇਹ ਗੋਇੰਦਵਾਲ ਦੀ ਘਟਨਾ ਹੈ। ਤੇ ਬਾਬਾ ਪ੍ਰੀਤੀ ਚੰਦ ਜਿਹੜਾ ਉਹ ਫਿਰ ਅੰਮ੍ਰਿਤਸਰ ਆ ਗਿਆ ਸੀ। ਉੱਥੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਪਾਣੀ ਬੰਦ ਰੱਖਿਆ ਜਾਵੇ, ਜਿਹੜਾ ਅੰਮ੍ਰਿਤ ਦਾ ਸਰੋਵਰ ਸਾਹਿਬ ਆ ਉਹ ਸੁੱਕ ਜਾਵੇ, ਹੈ ਨਾ। ਕਈ ਮਹੀਨੇ ਉਹਨੇ ਕੋਸ਼ਿਸ਼ ਕਹਿੰਦੇ ਨਾਕਾਬੰਦੀ ਕਰਕੇ ਰੱਖੀ ਇੱਕ ਤਰ੍ਹਾਂ ਦੇ ਨਾਲ। ਤੇ ਵੀ ਉਸ ਨਜ਼ਰੀਏ ਤੋਂ ਇਹਨਾਂ ਦੇ ਭੱਟਾਂ ਦੀ ਜਿਹੜੀ ਬਾਣੀ ਹੈ ਜਾਂ ਭੱਟ ਸਵਈਏ ਨੇ ਜਿਹੜੇ, ਕਿਉਂਕਿ ਗੁਰੂ ਨਾਨਕ ਦੀ ਪਰੰਪਰਾ ਦਾ ਇਹ ਬਿਆਨ ਕਰਦੇ ਨੇ, ਇਸ ਕਰਕੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਅੱਛਾ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲ ਜਾਣਨਾ ਚਾਹੂੰਗਾ, ਕਿਉਂਕਿ ਮੈਂ ਜਿਹੜਾ ਦੇਖ ਰਿਹਾ ਸੀ ਤਿਆਰੀ ਵੇਲੇ ਕਿ ਜਿਹੜੇ ਇਹ ਭੱਟ ਸੀਗੇ ਇਹ ਜ਼ਿਆਦਾਤਰ ਪੰਜਾਬ ਤੇ ਪੰਜਾਬ ਦੇ ਦਿੱਲੀ ਵਾਲੇ ਪਾਸੇ ਨੂੰ ਹਿਸਾਰ, ਉਸ ਜੀਂਦ ਦਾ ਇਲਾਕਾ, ਉੱਥੇ ਜ਼ਿਆਦਾ ਸੀਗੀ ਇਹਨਾਂ ਦੇ। ਤੇ ਇਹ ਲਗਾਤਾਰ ਗੁਰੂ ਸਾਹਿਬਾਂ ਦੇ ਭਗਤ ਜਨ ਰਹੇ ਨੇ ਲੰਬਾ ਸਮਾਂ, ਮਤਲਬ ਗੁਰੂ ਸਾਹਿਬ ਦੀ ਉਸਤਤ ਦੇ ਵਿੱਚ ਗੁਰੂ ਦਰਬਾਰ ਨਾਲ ਜੁੜੇ ਰਹੇ। ਤੇ ਇਹਨਾਂ ਨੂੰ ਫਿਰ ਪਰਦੇਸੀ ਸ਼ਬਦ ਕਿਉਂ ਵਰਤਿਆ ਗਿਆ ਬਾਹਰੋਂ ਆਏ? ਮੇਰਾ ਖਿਆਲ ਹੈ ਇਹ ਨਾ ਜਿਵੇਂ ਹੁਣ ਭੱਟ ਜਿਹੜੇ ਸੁਲਤਾਨਪੁਰ ਲੋਧੀ ਆ ਕੇ ਰਹੇ, ਉਹ ਗੁਰੂ ਅਮਰਦਾਸ ਜੀ ਦੇ ਵੇਲੇ ਆਏ ਹੈ ਨਾ। ਗੁਰੂ ਅਮਰਦਾਸ ਜੀ ਦੇ ਵੇਲੇ ਉਹਨਾਂ ਨੇ, ਉਹ ਆਪਾਂ ਜ਼ਿਕਰ ਕਰਦੇ ਹਾਂ ਇੱਥੇ, ਉਹਨਾਂ ਨੇ ਸਿੱਖੀ ਵੀ ਧਾਰਨ ਕੀਤੀ, ਸਿੱਖ ਪਰੰਪਰਾ ਦੇ ਵਿੱਚ ਆਏ। ਤੇ ਵੈਸੇ ਇਹਨਾਂ ਨੂੰ ਇਹ ਭੱਟ ਦਾ ਮਤਲਬ ਵੀ ਕਿਸੇ ਸਿੱਖਿਅਤ ਬ੍ਰਾਹਮਣ ਨੂੰ ਵੀ ਭੱਟ ਕਿਹਾ ਜਾਂਦਾ। ਅੱਛਾ ਜੀ। ਪਿਛੋਕੜ ਇਹਨਾਂ ਦਾ ਬ੍ਰਾਹਮਣ ਪਿਛੋਕੜ ਹੈ। ਇਹ ਆਪਣੇ ਆਪ ਨੂੰ ਸਰਸਵਤੀ ਬ੍ਰਾਹਮਣ ਵੀ ਕਹਿੰਦੇ ਨੇ ਇਹ। ਤੇ ਸਰਸਵਤੀ ਵਿਦਿਆ ਦੀ ਦੇਵੀ ਹੈ, ਜਿਹੜੀ ਇੰਡੀਅਨ ਮਾਈਥੋਲੋਜੀ ਦੇ ਵਿੱਚ ਉਹਨੂੰ ਵੀ ਸਰਸਵਤੀ ਉਹਦਾ ਵੀ ਨਾਂ ਹੈ ਨਾ, ਗਿਆਨ ਦੀ ਦੇਵੀ ਜਾਂ ਵਿਦਿਆ ਦੀ ਦੇਵੀ ਆਪਾਂ ਉਹਨਾਂ ਨੂੰ ਕਹੀਏ। ਉਹ ਕਹਿੰਦੇ ਇਹ ਸਾਰੇ ਰਹਿੰਦੇ ਸੀਗੇ ਸਰਸਵਤੀ ਨਦੀ ਦੇ ਕਿਨਾਰੇ ਦੇ ਉੱਤੇ। ਤੇ ਇਹ ਜਿਹੜੀ ਮਿਥਾਸ ਦੇ ਅਨੁਸਾਰ ਇਹ ਉਹਦੇ ਕਿਨਾਰੇ ਤੇ ਰਹਿੰਦੇ ਸੀ। ਜਿਹੜੇ ਉਰਲੇ ਕਿਨਾਰੇ ਤੇ ਰਹਿੰਦੇ ਸੀ ਉਹ ਕਿਉਂਕਿ ਪੜ੍ਹਨ ਲਿਖਣ ਦਾ ਤੇ ਵਿਦਿਆ ਦਾ ਕੰਮ ਜ਼ਿਆਦਾ ਕਰਦੇ ਸੀਗੇ, ਤੇ ਉਹ ਸਰਸਵਤੀ ਕਹੀ ਜਾਂਦੇ ਸੀ। ਜਿਹੜੇ ਪਰਲੇ ਕਿਨਾਰੇ ਤੇ ਰਹਿੰਦੇ ਸੀ ਉਹ ਕਿਉਂਕਿ ਉਹਨਾਂ ਦਾ ਕੋਈ ਬਹੁਤਾ ਇਸ ਪਾਸੇ ਦਿਲਚਸਪੀ ਨਹੀਂ ਸੀ, ਵਿਦਿਆ ਗ੍ਰਹਿਣ ਕਰਨ ਵਾਲੇ ਜਾਂ ਦੇਣ ਵਾਲੇ ਪਾਸੇ। ਤੇ ਉਹ ਜਜਮਾਨ ਜਿਹੜਾ ਉਹਨਾਂ ਨੂੰ ਦਿੰਦੇ ਸੀ, ਆਪਣਾ ਦਾਨ ਦਿੰਦੇ ਸੀ, ਉਹਦੇ ਤੇ ਗੁਜ਼ਾਰਾ ਕਰਦੇ ਸੀ। ਇਸ ਕਰਕੇ ਉਹਨਾਂ ਨੂੰ ਗੌੜ ਕਿਹਾ ਜਾਂਦਾ ਸੀਗਾ। ਤੇ ਉਹਨਾਂ ਦਾ ਕੰਮ ਸੀ ਵੀ ਵਹੀਆਂ ਤਿਆਰ ਕਰਦੇ ਸੀ, ਕਿ ਜਿਹਨੂੰ ਸ਼ਜਰਾ ਆਪਾਂ ਕਹਿੰਦੇ ਆ, ਤੇ ਜਾਂ ਉਹ ਬੰਸਾਵਲੀ ਨਾਵਾਂ ਜਾਂ ਫੈਮਿਲੀ ਟਰੀ ਅੱਜ ਕੱਲ੍ਹ ਦੀ ਲੈਂਗੁਏਜ ਵਿੱਚ ਕਹੀਏ, ਤੋਂ ਆਪਣੇ ਆਪਣੇ ਜਜ਼ਮਾਨਾਂ ਦੇ ਤਿਆਰ ਕਰਦੇ ਸੀ। ਉਹ ਸਾਰਾ ਸ਼ਜਰਾ ਬੜਾ ਕਾਮਨ ਲਫ਼ਜ਼ ਹੈ ਜੀ, ਪੰਜਾਬੀ ਜਨ ਵਾਲੇ ਸਾਰੇ ਜਾਣਦੇ ਆ, ਕਿਉਂਕਿ ਰੈਵਨਿਊ ਡਿਪਾਰਟਮੈਂਟ 'ਚ ਵੀ ਉਹ ਪਟਵਾਰੀਆਂ ਕੋਲ ਜ਼ਮੀਨ ਦਾ ਸਾਰਾ ਸ਼ਜਰਾ ਹੁੰਦਾ। ਬਿਲਕੁਲ। ਤੇ ਉਹ ਇਹ ਆਪਣੀਆਂ ਵਹੀਆਂ ਦੇ ਵਿੱਚ, ਉਹ ਗੁਰਬਾਣੀ ਦੇ ਵਿੱਚ ਵੀ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ, ਕਦੇ ਕੋਈ ਇਤਿਹਾਸਕ ਗੱਲ ਕਰੀਏ ਤਾਂ ਅਸੀਂ ਭੱਟ ਵਹੀਆਂ ਦਾ ਹਵਾਲਾ ਦਿੰਦੇ ਹਾਂ, ਕਿਉਂਕਿ ਉਹ ਆਪਣਾ ਮਤਲਬ ਐਨਸੈਸਟਰ ਵਾਈਜ਼ ਕਿੱਥੇ ਤੱਕ ਤੁਹਾਡੀ ਫੈਮਿਲੀ ਜਾਂਦੀ ਹੈ, ਉਹ ਸਾਰਾ ਉਹ ਰੈਕਡ ਹੈ ਜਿਹੜਾ ਉਹ ਰੱਖਦੇ ਨੇ। ਡਾਕਟਰ ਸਾਹਿਬ, ਬ੍ਰਾਹਮਣ ਹਰਿਦੁਆਰ 'ਚ ਹੈ ਜਿਨ੍ਹਾਂ ਕੋਲੇ ਵੀ ਸਾਰੇ ਹੁੰਦੇ ਆ ਫੈਮਿਲੀ ਦਾ ਪਿਛੋਕੜ, ਉਹ ਵੀ ਭੱਟ ਹੁੰਦੇ ਆ? ਮੇਰਾ ਖਿਆਲ ਹੈ ਪਾਂਡੇ ਕਹਿੰਦੇ ਆ ਉਹਨਾਂ ਨੂੰ, ਉਹ ਵੀ ਭੱਟ ਹੀ ਹੁੰਦੇ ਆ। ਉਹ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਵਹੀਆਂ ਰੱਖਦੇ ਆ, ਲਗਾਤਾਰ ਹਿਸਾਬ ਕਿਤਾਬ ਰੱਖਦੇ ਪਰਿਵਾਰਾਂ ਦਾ, ਤੇ ਕਿਹਾ ਜਾਂਦਾ ਹੈ ਕਿ ਹਰਿਦੁਆਰ ਜਾਂ ਕੁਝ ਇੱਕੋ ਐਸੀਆਂ ਜਗ੍ਹਾ ਹੈਗੀਆਂ ਨੇ। ਹੁਣ ਪੇਵਾ ਵੀ ਇੱਥੇ, ਪੇਵਾ ਹਰਿਆਣੇ ਚ ਵੀ ਉਹ ਇਹ ਪੇਵਾ ਵੀ, ਹਾਂਜੀ। ਤੇ ਇੱਥੇ ਤਲੌਂਡਾ ਜੀਂਦ ਦੇ ਵਿੱਚ, ਭਾਦਸੋਂ ਲਾਡਵਾ ਦੇ ਵਿੱਚ ਹੈ, ਤੇ ਕਰ ਸਿੰਧੂ ਸਫੀਦੋਂ ਦੇ ਵਿੱਚ ਹੈ। ਇਹ ਇੱਥੇ ਹਾਲੇ ਵੀ ਰਹਿੰਦੇ ਨੇ ਇਹ। ਤੇ ਪ੍ਰੋਫੈਸਰ ਸਾਹਿਬ ਸਿੰਘ ਦਾ ਕਹਿਣਾ ਹੈ ਕਿ ਇੱਥੋਂ ਹੀ ਇਹ ਫਿਰ UPCP ਦੇ ਵਿੱਚ ਵੀ ਗਏ ਆ, ਸ਼ਿਫਟ ਹੋਏ। ਹਾਂ, ਇੱਥੋਂ ਵੀ ਗਏ ਆ ਉਹ, ਹੈ ਨਾ। ਤੇ ਇਹਨਾਂ ਵਿੱਚੋਂ ਕੁਝ ਪਰਿਵਾਰ ਨੇ ਜਿਹੜੇ ਉਹ ਸੁਲਤਾਨਪੁਰ ਲੋਧੀ ਆ ਕੇ ਵਸ ਗਏ ਸੀਗੇ। ਹੁਣ ਦਾ ਜਿਹੜਾ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਆਪਾਂ ਜਾਣਦੇ ਹਾਂ ਸੁਲਤਾਨਪੁਰ ਲੋਧੀ ਵਾਲੇ, ਇਸੇ ਪਰਿਵਾਰ ਦੇ ਵਿੱਚੋਂ ਭੀਖਾ ਤੇ ਟੋਡਾ, ਇਹ ਗੁਰੂ ਅਮਰਦਾਸ ਜੀ ਦੇ ਵੇਲੇ ਇਹਨਾਂ ਨੇ ਸਿੱਖੀ ਧਾਰਨ ਕੀਤੀ, ਮਤਲਬ ਸਿੱਖ ਉਹਦੇ ਵਿੱਚ ਆ ਗਏ, ਇਹ ਆਪਣਾ ਬਣਾ ਲਿਆ ਧਰਮ। ਤੇ ਭਾਈ ਗੁਰਦਾਸ ਨੇ, ਜਿਵੇਂ ਬਾਕੀ ਭਗਤਾਂ ਦਾ ਵੀ ਆਪਾਂ ਪਿੱਛੇ ਕਰਦੇ ਆਏ ਹਾਂ ਕਿ 11ਵੀਂ ਵਾਰ ਹੈ ਜਿਹੜੀ ਉਹਦੇ ਵਿੱਚ ਜ਼ਿਕਰ ਕੀਤਾ ਹੋਇਆ, ਇਸੇ ਤਰ੍ਹਾਂ ਉਹਨਾਂ ਨੇ ਜਦੋਂ ਸੁਲਤਾਨਪੁਰ ਦੇ ਜਿਹੜੇ ਗੁਰੂ ਘਰ ਦੇ ਸਿੱਖ ਨੇ ਉਹਨਾਂ ਦਾ ਜ਼ਿਕਰ ਕੀਤਾ, ਤੇ ਉਹਨਾਂ ਦੇ ਵਿੱਚ ਇਹ ਭੀਖੇ ਦਾ ਤੇ ਉਹਦਾ ਨਾਂ ਉਹਨਾਂ ਨੇ ਲਿਖਿਆ ਹੋਇਆ, ਬਾਅਦ 'ਚ ਦਿੱਤਾ ਹੋਇਆ। ਕਾਲੂ ਚਾਊ ਥੰਮੀਆਂ ਮੂਲੇ ਨੋ ਗੁਰ ਸ਼ਬਦ ਪਿਆਰਾ, ਹੋਮਾਂ ਵਿੱਚ ਕਪਾਈਆ ਗੋਬਿੰਦ ਘੇਈ ਗੁਰਨਿਸਤਾਰਾ, ਭਿੱਖਾ ਟੋਡਾ। ਇਹ ਭਿੱਖਾ ਤੇ ਟੋਡਾ ਇਹ ਦੋਨੋਂ ਗੁਰੂ ਅਮਰਦਾਸ ਦੇ ਵੇਲੇ ਇਹਨਾਂ ਨੇ ਸਿੱਖੀ ਧਾਰਨ ਕੀਤੀ ਤੇ ਸੁਲਤਾਨਪੁਰ ਆ ਵਸੇ ਸੀਗੇ ਇਹ। ਭੱਟ ਦੋਏ ਧਾਰੂ ਸੂਦ ਮਹਿਲ ਤਿਸ ਭਾਰਾ, ਗੁਰਮੁਖ ਰਾਮੂ ਕੋਹਲੀ ਨਾਲ ਨਿਹਾਲੂ, ਸੇਵਕ ਸਾਰਾ ਛੱਜੂ ਭੱਲਾ ਜਾਣੀਏ, ਮਾਈ ਦਿੱਤਾ ਸਾਧ ਵਿਚਾਰਾ, ਤੁਲਸਾ ਬੌਰਾ ਭਗਤ ਹੈ ਦਾਮੋਦਰ, ਆਕੁਲ ਬਲਿਹਾਰਾ, ਭਾਨਾ ਅਬਲ ਬਿਗੈ ਮਲ, ਬੁੱਧੋ ਛਿੰਬਾ ਗੁਰਦਰਬਾਰਾ, ਸੁਲਤਾਨੇਪੁਰ ਭਗਤ ਭੰਡਾਰਾ।
ਉਹਦੇ ਵਿੱਚ ਜ਼ਿਕਰ ਆਇਆ ਹੋਇਆ ਹੈ। ਇਹ ਭਾਈ ਗੁਰਦਾਸ ਰਾਣਾ ਨੇ ਲਿਖਿਆ ਉਹਨਾਂ ਦੇ ਬਾਰੇ, ਜਾਨੀ ਕਿ ਸਾਰੇ ਭੱਟਾਂ ਬਾਰੇ। 11ਵੀਂ ਵਾਰ ਦੇ ਵਿੱਚ ਇਹ ਜਿਹੜੇ ਗੁਰੂ ਅਮਰਦਾਸ ਦੇ ਵੇਲੇ ਸੁਲਤਾਨਪੁਰ ਲੋਧੀ ਆ ਕੇ ਵਸੇ ਤੇ ਗੁਰੂ ਦੇ ਸਿੱਖ ਬਣੇ, ਉਹਨਾਂ ਦਾ ਇਹ ਜ਼ਿਕਰ ਕੀਤਾ। ਡਾਕਟਰ ਸਾਹਿਬ, ਗੁਰੂ ਦੇ ਸਿੱਖ ਬਣਨ ਵਾਲੀ ਜਿਹੜੀ ਗੱਲ ਹੈ ਉਹ ਤਾਂ ਮੇਰੇ ਖਿਆਲ 'ਚ ਇੰਨੀ ਗੈਰ ਗੰਭੀਰ ਜੇ ਸਿੱਖੀ ਦਾ ਉਹਨਾਂ ਨੂੰ ਗਿਆਨ ਆ, ਉਹ ਸਾਨੂੰ ਦੱਸ ਰਿਹਾ ਗੁਰੂ ਸਾਹਿਬ ਦੀ ਮਹਿਮਾ ਜਾਂ ਗੁਰੂ ਪਰੰਪਰਾ ਬਾਰੇ ਸਿਧਾਂਤਕ ਤੌਰ ਤੇ ਸਾਨੂੰ ਸਮਝਾ ਰਹੇ ਆ, ਤੇ ਉਹ ਨਿਸ਼ਚਿਤ ਸਿੱਖ ਤੇ ਬਣੇ ਹੀ ਹੋਣਗੇ। ਇਹ 'ਚ ਦੋ ਰਾਵਾਂ। ਕੋਈ ਬਾਹਰੀ ਵਿਅਕਤੀ ਇੰਨੇ ਵਿਸਥਾਰ ਨਾਲ ਗੁਰੂ ਘਰ ਦੀ ਫਿਲਾਸਫੀ ਨੂੰ ਨਹੀਂ ਦੱਸ ਸਕਦਾ। ਨਾ ਸਿਰਫ ਉਹਨਾਂ ਨੇ ਵੀ ਫਿਲਾਸਫੀ ਨੂੰ ਦੱਸਿਆ, ਉਹਨਾਂ ਨੇ ਗੁਰੂ ਸਾਹਿਬਾਨ ਦਾ ਜਿਹੜਾ ਵਿਜ਼ਨ ਹੈ ਜਾਂ ਉਹਨਾਂ ਦੀ ਜਿਹੜੀ ਅਧਿਆਤਮਿਕ ਬੁਲੰਦੀਆਂ ਨੇ, ਉਹਨਾਂ ਦੇ ਇਹਨਾਂ ਨੇ ਪ੍ਰਤੱਖ ਦਰਸ਼ਨ ਕੀਤੇ ਆ, ਹੈ ਨਾ। ਉਹਨਾਂ ਦੀ ਸੰਗਤ ਦੇ ਵਿੱਚ ਰਹੇ ਆ, ਉੱਥੋਂ ਦੇਖਿਆ, ਸਾਰਾ ਕੁਝ ਜਾਣਿਆ, ਉਹਨੂੰ ਅਨੁਭਵ ਕੀਤਾ ਆਪਣੇ ਅੰਦਰ, ਤੇ ਫਿਰ ਉਹਨੂੰ ਆਪਣਾ ਸਵਾਈਆਂ ਦੇ ਵਿੱਚ ਇਹਨਾਂ ਨੇ ਗਾਇਨ ਕੀਤਾ। ਤੇ ਇਹ ਜਿਹੜੇ ਪੰਜਾਬ ਦੇ ਭੱਟ ਨੇ ਨਾ, ਕਿਉਂਕਿ ਜਿਹੜਾ ਹਰਿਆਣਾ ਹੈ ਉਹ ਤਾਂ ਮਤਲਬ ਪੰਜਾਬ ਦਾ ਹੀ ਹਿੱਸਾ ਸੀ, ਉਹਨੂੰ ਪੰਜਾਬ ਹੀ ਜਾਣਿਆ ਜਾਂਦਾ ਸੀਗਾ। ਹਾਂਜੀ, ਇਹ ਆਪਣੇ ਆਪ ਨੂੰ ਸਾਰਸਵਤ ਬ੍ਰਾਹਮਣ ਵੀ ਕਹਿੰਦੇ ਨੇ। ਇਹ ਆਪਣੀ ਉਤਪਤੀ ਹੈ ਜਿਹੜੀ ਕੌਸ਼ਿਸ਼ ਰਿਸ਼ੀ ਤੋਂ ਮੰਨਦੇ ਆ, ਉਹ ਹੈ ਹੀ ਸਾਰੇ, ਹੈ ਨਾ। ਆਪਾਂ ਕੋਈ ਚਾਹੇ ਉਹ ਵੇਦਾਂ ਦੇ ਜਿਹੜੇ ਹੈਗੇ ਨੇ ਵੱਖ-ਵੱਖ ਬ੍ਰਾਹਮਣ ਪਰਿਵਾਰ, ਉਹਨਾਂ ਦਾ ਵੀ ਦੇਖ ਲਿਓ, ਕਿਤੇ ਨਾ ਕਿਤੇ ਜਾ ਕੇ ਕਿਸੇ ਨਾ ਕਿਸੇ ਰਿਸ਼ੀ ਦੀ ਸੰਤਾਨ ਮੰਨਦੇ ਨੇ। ਹਾਂਜੀ ਹਾਂਜੀ। ਤੇ ਇਹ ਸਾਰੇ ਜਿਹੜੇ ਹੈਗੇ ਨੇ ਸਰਸਵਤੀ ਨਦੀ ਦੇ ਕੰਢੇ ਦੇ ਉੱਤੇ ਹੀ ਹੋਏ ਨੇ, ਤੇ ਉੱਥੋਂ ਹੀ ਇਹਨਾਂ ਨੇ ਅੱਗੇ ਪਿੱਛੇ ਵੀ ਫਿਰ ਪ੍ਰੋਫੈਸਰ ਸਾਹਿਬ ਸਿੰਘ ਨੇ ਜ਼ਿਕਰ ਕੀਤਾ ਕਿ ਗਿਆਨੀ ਗੁਰਦਿੱਤ ਸਿੰਘ ਦਾ ਨਾਮ ਤੁਸੀਂ ਸੁਣਿਆ ਹੋਣਾ, ਤੁਸੀਂ ਗਿਆਨੀ ਵੀ ਕੀਤੀ ਹੋਈ ਹੈ। ਜੀ ਜੀ ਬਿਲਕੁਲ, ਮੇਰਾ ਪਿੰਡ ਬੜਾ ਮਸ਼ਹੂਰ ਹੈ ਉਹਨਾਂ ਦਾ। ਤੇ ਉਹਨਾਂ ਨੇ ਉਹ ਕਹਿੰਦੇ ਉਹਨਾਂ ਨੇ ਇਹਦੇ ਵਿੱਚ ਨਾ ਇੱਕ ਆਰਟੀਕਲ ਲਿਖਿਆ ਸੀਗਾ ਭੱਟਾਂ ਦੇ ਬੰਸਾਵਲੀ ਨਾਮੇ ਬਾਰੇ, ਤੇ ਕਹਿੰਦੇ ਵੀ ਉਹ ਬੜਾ ਕਮਾਲ ਦਾ ਮੈਨੂੰ ਲੱਗਿਆ ਵੀ ਉਹਨਾਂ ਨੇ ਸਾਰਾ ਉਹਦੇ ਵਿੱਚ ਨਾ ਜ਼ਿਕਰ ਕੀਤਾ ਹੋਇਆ ਹੈ ਗੁਰਦਿੱਤ ਸਿੰਘ ਨੇ, ਕਿ ਇਹ ਪਿੰਡ ਕਰ ਸਿੰਧੂ, ਤਹਿਸੀਲ ਜੀਂਦ ਦੇ ਰਹਿਣ ਵਾਲੇ, ਸੁਲਤਾਨਪੁਰ ਭਾਸੋਂ ਪਰਗਣਾ, ਲਾਡਵਾ, ਜ਼ਿਲ੍ਹਾ ਕਰਨਾਲ, ਤਲੌਂਡਾ ਪਰਗਣਾ, ਜੀਂਦ, ਇਹ ਸਾਰਾ ਏਰੀਆ ਜਿੱਥੇ ਇਹ ਜਿਹੜਾ ਮਤਲਬ ਸਰਸਵਤੀ ਦੇ ਆਲੇ ਦੁਆਲੇ ਦਾ ਹੈ ਨਾ, ਜਿੱਥੇ ਇਹ ਸਾਰੇ ਰਹਿੰਦੇ ਸੀਗੇ। ਤੇ ਵੀ ਇਹ ਸਾਰੇ ਇੱਥੇ ਆਪਣੇ ਜਿਹੜੇ ਜਜ਼ਮਾਨ ਨੇ ਉਹਨਾਂ ਦੀ ਬੰਸਾਵਲੀ ਨਾਮਾ ਜਿਹੜਾ ਉਹ ਲਿਖਦੇ ਆਏ ਨੇ। ਤੇ ਹੁਣ ਭੱਟਾਂ ਦੀ ਗਿਣਤੀ ਬਾਰੇ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਦੀ ਬਾਣੀ ਸ਼ਾਮਲ ਹੈ, ਉਹਨਾਂ ਬਾਰੇ ਵੀ ਵਿਦਵਾਨਾਂ ਦੇ ਅਲੱਗ-ਅਲੱਗ ਵਿਚਾਰ ਨੇ। ਕੋਈ ਕਹਿੰਦਾ ਵੀ ਉਹ ਆਪਣਾ ਮਤਲਬ 11 ਨੇ, ਕੋਈ 17 ਮੰਨਦਾ। ਪ੍ਰੋਫੈਸਰ ਤਾਰਨ ਸਿੰਘ ਤੇ ਆਪਣਾ ਪ੍ਰੋਫੈਸਰ ਸਾਹਿਬ ਸਿੰਘ ਜਿਹੜੇ ਮਾਡਰਨ ਵਿਦਵਾਨ ਨੇ, ਇਹ 11 ਗਿਣਤੀ ਉਹਨਾਂ ਦੀ ਮੰਨਦੇ ਨੇ। ਉਹਦੀ ਵਜ੍ਹਾ ਅਸਲ 'ਚ ਇਹ ਹੈ ਕਿ ਭੱਟ ਨੇ ਜਿਹੜੇ ਉਹ ਮੋਸਟਲੀ ਗਰੁੱਪ ਦੇ ਵਿੱਚ ਗਾਉਂਦੇ ਹੁੰਦੇ, ਤੇ ਉਹ ਫਿਰ ਕਈ ਵਾਰੀ ਗਰੁੱਪ ਦੇ ਲੀਡਰ ਦਾ ਇਕੱਲੇ ਦਾ ਨਾਂ ਆਉਂਦਾ, ਤੇ ਕਈ ਵਾਰੀ ਇਹ ਹੁੰਦਾ ਕੋਈ ਇੱਕ ਬੰਦਾ ਇਕੱਲਾ ਗਾਉਂਦਾ ਹੈ ਤੇ ਉਹ ਆਪਣਾ ਮਤਲਬ ਗਰੁੱਪ ਦਾ ਨਾਂ ਵਰਤਦਾ। ਇਸ ਤਰ੍ਹਾਂ ਉਹ ਥੋੜ੍ਹੀ ਜਿਹੀ ਉਹ ਕਹਿੰਦੇ ਵੀ ਹਾਲ ਤੱਕ ਇਹ ਐਸਾ ਸਵਾਲ ਹੈ ਕਿ ਕਿੰਨੇ ਭੱਟ ਨੇ, ਤੇ ਨਹੀਂ ਭੱਟ ਤੇ ਨੇਕਾ ਹੋਣਗੇ, ਗੁਰੂ ਘਰ ਨਾਲ ਜੁੜੇ ਭੱਟ ਜਿਨ੍ਹਾਂ ਦੇ ਸਵਈਏ, ਜਿਨ੍ਹਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ, ਬਿਲਕੁਲ ਗੁਰੂ ਘਰ ਨਾਲ ਜੁੜੇ ਗਿਣਤੀ ਕਿੰਨੀ ਹੈ, ਕੋਈ 17 ਮੰਨਦਾ, ਕੋਈ ਕੁਛ ਮੰਨਦਾ, ਪਰ ਪ੍ਰੋਫੈਸਰ ਸਾਹਿਬ ਸਿੰਘ, ਡਾਕਟਰ ਤਾਰਨ ਸਿੰਘ, ਇਹ ਇਹਨਾਂ ਦੀ ਗਿਣਤੀ ਭੱਟਾਂ ਦੀ 11 ਮੰਨਦੇ ਆ। ਠੀਕ ਹੈ ਜੀ। ਹਾਂਜੀ। ਤੇ ਇਹਨਾਂ ਨੇ ਹੁਣ ਪਹਿਲੇ ਗੁਰੂ ਤੋਂ ਲੈ ਕੇ ਪੰਚਮ ਪਾਤਸ਼ਾਹ ਤੱਕ ਆਪ ਇਹਨਾਂ ਨੇ ਮਤਲਬ ਹਰੇਕ ਗੁਰੂ ਦੇ ਬਾਰੇ ਲਿਖੇ, ਉਹ ਪੂਰੀ ਗਿਣਤੀ ਵੀ ਦਿੱਤੀ ਹੋਈ ਹੈ ਕਿ ਕਿਹੜੇ ਭੱਟ ਨੇ, ਕਿੰਨੇ ਸਵਈ। ਡਾਕਟਰ ਸਾਹਿਬ, ਮੈਂ ਕਿਤੇ ਵੇਖ ਰਿਹਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਜਿਹੜੀਆਂ ਲੜਾਈਆਂ ਹੋਈਆਂ, ਉਹ 'ਚ ਵੀ ਸ਼ਹੀਦੀ ਪ੍ਰਾਪਤ ਕੀਤੀ ਇਹਨਾਂ 'ਚੋਂ। ਹੋ ਸਕਦਾ ਹੈ, ਹੋ ਸਕਦਾ ਹੈ। ਮੈਂ ਜਦੋਂ ਤਿਆਰੀ ਦੀ ਥੋੜਾ ਜਿਹਾ ਦੇਖ ਰਹੇ ਸੀਗੇ, ਉਹ 'ਚ ਲਿਖਿਆ ਕਿ ਗੁਰੂ ਘਰ ਦੇ ਬਹੁਤ ਨੇੜੇ ਇਸ ਕਰਕੇ ਵੀ ਹੋਏ ਕਿ ਗੁਰੂ ਘਰ ਨਾਲ ਇਹਨਾਂ ਦਾ ਇੰਨੀ ਪੱਕੀ ਇਹਨਾਂ ਦਾ ਰਿਸ਼ਤਾ ਜੁੜ ਗਿਆ ਸੀ ਕਿ ਜੇ ਗੁਰੂ ਘਰ ਦੇ ਨਿਤ ਕੋਈ ਆਫਤ ਆਈ ਤੇ ਨਾਲ ਖੜੇ ਹੋ ਕੇ ਇਹ ਪਹਿਰਾ ਵੀ ਦਿੰਦੇ ਰਹੇ, ਯੋਧਿਆਂ ਦੀ ਤਰ੍ਹਾਂ ਵੀ ਲੜਦੇ ਰਹੇ। ਜਿਹੜਾ ਕੋਈ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ ਮਤਲਬ ਹੈ ਨਾ, ਇਹ ਤਾਂ ਪਰੰਪਰਾ ਵੀ ਆਪਣੇ ਆਪ ਨੂੰ ਉਹ ਪੂਰਨ ਜੀ ਨੂੰ ਸਮਰਪਣ ਆਪਾਂ ਕਹਿੰਦੇ ਵੀ ਟੋਟਲੀ ਸਬਮਿਟ ਕਰਦਾ ਹੈ ਆਪਣੇ ਆਪ ਨੂੰ, ਤੇ ਕੁਦਰਤੀ ਹੈ ਫਿਰ ਉਹ ਗੁਰੂ ਦੇ ਲਈ ਜਾਨ ਦੇਣ ਲਈ ਵੀ ਤਿਆਰ ਹੋ ਜਾਂਦਾ ਹੈ। ਉਹ ਕਿਸੇ ਤਰ੍ਹਾਂ ਨਾਲ ਵੀ ਹੈ, ਇਹ ਸੇਵਾ ਹੀ ਹੈ ਗੁਰੂ ਦੀ। ਨਹੀਂ, ਕਈ ਵਾਰ ਕਹਿ ਦਿੱਤਾ ਜਾਂਦਾ ਨਾ, ਜਿੱਦਾਂ ਜੇ ਆਪਾਂ ਮਨੂ ਸਿਮਰਤੀ ਮੁਤਾਬਕ ਵੇਖੀਏ ਕਿ ਇਸ ਕੌਮ ਦਾ ਕੰਮ ਲੜਨਾ, ਇਸ ਕੌਮ ਦਾ ਕੰਮ ਸਿੱਖਿਆ ਦੇਣਾ, ਇਸ ਕੌਮ ਦਾ ਕੰਮ ਵੰਡੀਆਂ ਪਾਤੀਆਂ। ਸਾਡੇ ਗੁਰੂ ਸਾਹਿਬਾਨ ਨੇ ਤਾਂ ਉਹ ਸਾਰਿਆਂ ਨੂੰ ਗਲਤ ਕਰਾਰ ਦੇ ਦਿੱਤਾ ਹੈ ਨਾ, ਕਿਉਂਕਿ ਉਹਨਾਂ ਨੇ ਤਾਂ ਜਿਹੜਾ ਹੈਗਾ ਬਈ ਸਾਰੇ ਮਨੁੱਖ ਬਰਾਬਰ ਨੇ, ਇੱਕੋ ਜੋਤ ਤੋਂ ਪੈਦਾ ਹੋਏ ਨੇ ਸਾਰੇ, ਤੇ ਇਸ ਕਰਕੇ ਸਾਰੇ ਬਰਾਬਰ ਨੇ। ਉਹ ਤਾਂ ਉਹਨਾਂ ਨੇ ਵੰਡੀਆਂ, ਕਾਸਟ ਸਿਸਟਮ ਹੈ ਜਿਹੜਾ, ਉਹਨੂੰ ਖਤਮ ਕਰ ਦਿੱਤਾ। ਹੁਣ ਜਿਹੜਾ ਅੱਜ ਕੱਲ੍ਹ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ ਹੈ, ਇਹ ਉਹ ਸਾਰਾ ਆਪਣਾ ਮਤਲਬ ਉਸੇ ਦੀ ਪੁਰਾਤਨ ਜਿਹੜੇ ਰਵਾਇਤ ਹੈ ਉਹਨੂੰ ਦੁਬਾਰਾ ਉਹ ਚਾਹੁੰਦੇ ਆ ਵੀ ਵੰਡੀਆਂ ਉਸੇ ਤਰ੍ਹਾਂ ਰਹਿਣ, ਉੱਦਾਂ ਹੀ ਸਮਾਜ ਹੈ ਜਿਹੜਾ ਉਹ ਉੱਚਾ ਨੀਵਾਂ ਮਤਲਬ ਗਿਣਿਆ ਜਾ ਰਿਹਾ, ਤੇ ਆਪਣਾ ਆਪਣਾ ਕੰਮ ਕਰਨ ਸਾਰੇ।
ਉਹ ਤਾਂ ਇਹਨੂੰ ਕਹਿੰਦੇ ਆ ਵੀ ਇਹ ਨਹੀਂ ਜੀ ਸਾਡਾ ਸਮਾਜ ਆ ਜਿਹੜਾ ਉਹ ਇੱਕ ਤਰ੍ਹਾਂ ਦੇ ਨਾਲ ਗੱਠਿਆ ਹੋਇਆ ਜਾਂ ਕਹਿ ਲਓ ਵੀ ਆਪਣੀ ਆਪਣੀ ਡਿਊਟੀ ਨਿਭਾ ਰਿਹਾ, ਪਰ ਇਹਦੇ ਨਾਲ ਇਹ ਸਾਰਾ ਇਨਹਿਊਮਨ ਹੈ। ਇਹ ਮਨੁੱਖ ਨੂੰ ਇਸ ਤਰ੍ਹਾਂ ਬਣਨਾ ਹੈ, ਇਨਹਿਊਮਨ ਹੈ। ਤੇ ਗੁਰੂ ਸਾਹਿਬਾਨ ਦਾ ਤਾਂ ਜਿਹੜਾ ਸਾਰਾ ਮਕਸਦ ਹੈ ਉਹ ਸੀ ਵੀ ਮਤਲਬ ਮਨੁੱਖ ਨੇ ਜਿਹੜੇ ਸਾਰੇ ਬਰਾਬਰ ਨੇ ਜਾਂ ਹਿਊਮਨ ਦੇ ਤੌਰ ਤੇ ਉਹਨਾਂ ਨੂੰ ਟਰੀਟ ਕਰਨਾ, ਨਾ ਕਿ ਉਹਨਾਂ ਨੂੰ ਵੀ ਉਹ ਕਿੱਥੇ ਪੈਦਾ ਹੋਇਆ, ਕਿਹਦੇ ਘਰ ਪੈਦਾ ਹੋਇਆ। ਨਹੀਂ, ਮੇਰਾ ਖਾਲੀ ਮਤਲਬ ਇਹ ਸੀ ਕਿ ਗੁਰੂ ਘਰ ਦੇ ਵਿੱਚ ਕੁਝ ਲੋਕ ਹੋਣਗੇ ਜਿਹੜੇ ਲੰਗਰ ਦੀ ਸੇਵਾ ਕਰਦੇ ਹੋਣਗੇ, ਕੋਈ ਸਫਾਈ ਦਾ ਕੰਮ ਕਰਦੇ ਹੋਣਗੇ, ਕੁਝ ਕੀਰਤਨ ਦਾ ਕੰਮ ਕਰਦੇ ਆ, ਪਰ ਜਦੋਂ ਕਿਤੇ ਮੁਸ਼ਕਲ ਬਣੀ ਤੇ ਉਹ ਸਿਪਾਹੀ ਬਣ ਕੇ ਨਾਲ ਵੀ ਬਿਲਕੁਲ ਬਿਲਕੁਲ ਹਾਂਜੀ। ਕਿਉਂਕਿ ਦੇਖੋ ਜੇ ਆਪਾਂ ਮਤਲਬ ਸਾਰਾ ਅਸੀਂ ਇਤਿਹਾਸ ਫੋਲੀਏ ਜਾਂ ਅਸੀਂ ਆਪਣੀ ਪਰੰਪਰਾ ਦੇ ਵਿੱਚ ਜਾਈਏ ਜਾਂ ਸਿਧਾਂਤ ਨੂੰ ਵੀ ਦੇਖੀਏ ਤਾਂ ਸਿੱਖ ਹੋਣ ਦਾ ਮਤਲਬ ਹੀ ਆਲ ਰਾਊਂਡਰ ਹੋਣਾ ਹੈ ਨਾ। ਵੀ ਸਿੱਖ ਹੈ ਜਿਹੜਾ ਉਹ ਸੇਵਾ ਵੀ ਕਰਦਾ, ਸਿੱਖ ਹੈ ਜਿਹੜਾ ਉਹ ਪਾਠ ਵੀ ਆਪਣਾ ਆਪ ਕਰਦਾ। ਕਹਿੰਦੇ ਵੀ ਸਿੱਖ ਨੂੰ ਕਿਸੇ ਗ੍ਰੰਥੀ ਸਿੰਘ ਦੀ ਲੋੜ ਨਹੀਂ, ਉਹ ਆਪਣਾ ਗ੍ਰੰਥੀ ਆਪ ਹੈ, ਉਹਨੂੰ ਕਿਸੇ ਪ੍ਰੋਹਿਤ ਦੀ ਲੋੜ ਨਹੀਂ ਹੈਗੀ ਸਿੱਖ ਧਰਮ ਦੇ ਵਿੱਚ, ਉਹ ਆਪਣਾ ਆਪ ਹੈ। ਤੇ ਤਾਂ ਹੀ ਤਾਂ ਆਹੀ ਜਿਹੜੀਆਂ ਹੁਣ ਪਰੰਪਰਾਵਾਂ ਚੱਲ ਰਹੀਆਂ ਵੀ ਤੁਸੀਂ ਪੈਸੇ ਦਿੱਤੇ ਪਾਠ ਕਰਾ ਲਿਆ, ਅਖੰਡ ਪਾਠ ਕਰਾ ਲਿਆ, ਇਹ ਸਾਰਾ ਕੁਝ ਗਲਤ ਹੋ ਰਿਹਾ ਹੈ। ਇਹ ਸਾਰਾ ਅਸੀਂ ਨਾ ਉਹ ਜਿਹੜਾ ਗੁਰੂ ਸਾਹਿਬਾਨ ਨੇ ਸਾਨੂੰ ਮਤਲਬ ਦਿੱਤੀ ਸੀਗੀ, ਸਿਧਾਂਤ ਦਿੱਤਾ ਸੀ ਤੇ ਪਰੰਪਰਾ ਦਿੱਤੀ ਸੀ, ਅਸੀਂ ਉਹ ਤੋਂ ਪਾਸੇ ਜਾ ਰਹੇ ਹਾਂ, ਪਰੇ ਜਾ ਰਹੇ ਹਾਂ। ਸਿੱਖ ਦਾ ਮਤਲਬ ਹੀ ਹੋਣਾ ਇਹ ਹੈ ਕਿ ਆਲ ਰਾਊਂਡਰ ਹੈ। ਜੇ ਲੋੜ ਪਵੇ ਤਾਂ ਮਤਲਬ ਤਲਵਾਰ ਵੀ ਚੁੱਕਣੀ ਹੈ ਤੇ ਉਹਦਾ ਨਾਂ ਕਿਰਪਾਨ ਇਸੇ ਕਰਕੇ ਰੱਖਿਆ ਕਿ ਡਿਫੈਂਸ ਦੇ ਵਿੱਚ ਜਾਂ ਮਤਲਬ ਕਿਸੇ ਦੀ ਗਰੀਬ ਦੀ ਰਾਖੀ ਦੇ ਵਾਸਤੇ ਚੁੱਕਣੀ ਹੈ, ਜ਼ੁਲਮ ਨੂੰ ਰੋਕਣ ਲਈ ਚੁੱਕਣੀ ਹੈ। ਤੇ ਉਹ ਸੰਤ ਤੇ ਸਿਪਾਹੀ ਦਾ ਕਨਸੈਪਟ ਕੀ ਹੈ, ਭਗਤੀ ਵੀ ਹੈ ਤੇ ਨਾਲ ਸ਼ਕਤੀ ਵੀ ਹੈ, ਦੋਵੇਂ ਚੀਜ਼ਾਂ ਨੇ। ਹਾਂਜੀ, ਆਪਾਂ ਬਾਬਾ ਦੀਪ ਸਿੰਘ ਹਰਾਂ ਦਾ ਜੀਵਨ ਤੇ ਝਾਤ ਮਾਰੀਏ ਤੇ ਮੇਰੇ ਖਿਆਲ ਸਾਨੂੰ ਪੂਰਨ ਰੂਪ ਚ ਚੀਜ਼ ਸਮਝ ਆ ਜਾਏਗੀ, ਸਮਝ ਆ ਜਾਂਦੀ ਹੈ। ਦੇਖੋ ਕਿਸੇ ਇੱਕ ਪਾਸੇ ਉਹ ਗੁਰੂ ਦੀ ਬੀੜ ਦੇ ਲਿਖਾਰੀ ਵੀ ਨੇ ਤੇ ਦੂਜੇ ਵੱਡੇ ਯੋਧੇ ਵੀ ਨੇ, ਖੜਕਾਉਂਦੇ ਨੇ ਹਨਾ, ਸੇਵਾ ਵੀ ਕਰਦੇ ਨੇ। ਤੇ ਫਿਰ ਜਿਹੜਾ ਉਹ ਏਜ ਦਾ ਫੈਕਟਰ ਹੈਗਾ ਵੀ ਮਾਈਨਸ ਹੋ ਜਾਂਦਾ ਸਿੱਖ ਧਰਮ ਦੇ ਵਿੱਚ ਆ ਕੇ। ਆਪਾਂ ਗੱਲ ਕਰਦੇ ਹੁੰਦੇ ਵੀ ਉਹ 8ਵੇਂ ਪਾਤਸ਼ਾਹ ਇੰਨੀ ਛੋਟੀ ਉਮਰ ਦੇ ਵਿੱਚ ਗੁਰਗੱਦੀ ਤੇ ਬੈਠਦੇ ਨੇ ਤੇ ਗੁਰੂ ਅਮਰਦਾਸ ਪਾਤਸ਼ਾਹ ਮੈਚੁਰ ਏਜ ਦੇ ਵਿੱਚ ਆਉਂਦੇ ਨੇ। ਤੇ ਉਹ ਜਿਹੜਾ ਏਜ ਫੈਕਟਰ ਹੈ 80 ਸਾਲ ਤੋਂ ਉੱਤੇ ਸੀ ਮੇਰਾ ਖਿਆਲ ਬਾਬਾ ਦੀਪ ਸਿੰਘ ਦਾ, ਉਹ ਵੀ ਡਿਸਕਾਰਡ ਹੋ ਜਾਂਦਾ ਇਹਦੇ ਵਿੱਚ ਕਿ ਗੁਰਮੁਖ ਬੁੱਢੇ ਕਦੇ ਨਾ ਹੀ ਜਿਹੜੀ ਗੱਲ ਗੁਰੂ ਅਮਰਦਾਸ ਪਾਤਸ਼ਾਹ ਨੇ ਕਹੀ ਹੈ ਉਹਨੂੰ ਉਹ ਸੱਚ ਕਰਦੇ ਨੇ ਹਨਾ। ਤੇ ਇਹਦੇ ਵਿੱਚ ਹੁਣ ਜਿਹੜੇ ਹੈਗੇ ਨੇ ਬਹੁਤ ਸਾਰੇ ਦੇ ਵਿੱਚੋਂ ਨਾ ਇਹ ਰਿਸ਼ਤੇਦਾਰ ਵੀ ਨੇ ਆਪਸ ਦੇ ਵਿੱਚ। ਤੇ ਕੁਦਰਤੀ ਹੈ ਜੀ, ਇੱਕ ਜਣਾ ਗੁਰੂ ਘਰ ਨਾਲ ਜੁੜਿਆ ਤੇ ਫਿਰ ਉਹਨਾਂ ਦੇ ਬੱਚੇ, ਉਹਨਾਂ ਦਾ ਪਰਿਵਾਰ ਕੁਦਰਤੀ ਤੌਰ ਤੇ ਜੁੜੇਗਾ। ਔਰ ਜੇ ਉਹਨਾਂ ਦਾ ਪੇਸ਼ਾ ਹੀ ਇਹ ਹੈ ਕਿ ਉਹ ਵਹੀਆਂ ਲਿਖਣ ਦਾ ਕੰਮ ਜਾਂ ਗੁਰੂ ਉਸਤਤ ਦਾ ਕੰਮ ਕਰਦੇ ਆ, ਲਿਖਦੇ ਆ, ਤੇ ਫਿਰ ਉਹਨਾਂ ਦੀ ਪਰੰਪਰਾ ਦਾ ਹਿੱਸਾ ਵੀ ਚੱਲਦੀ ਆ। ਹੁਣ ਇਹਦੇ ਵਿੱਚ ਜਿਵੇਂ ਬੇਰਵਾ ਦਿੱਤਾ ਹੋਇਆ ਉਹਨਾਂ ਨੇ ਵੀ ਜਿਹੜਾ ਭੀਖੇ ਦਾ ਨਾਂ ਆਉਂਦਾ ਸਵਈਆਂ ਦੇ ਵਿੱਚ ਹੈ ਨਾ, ਇਹ ਰਈਏ ਦਾ ਪੁੱਤਰ ਸੀ। ਇਹ ਉਹ ਸੀਗੇ ਜਿਹੜੇ ਸੁਲਤਾਨਪੁਰ ਲੋਧੀ ਆ ਕੇ ਬਸੇ ਸੀਗੇ, ਗੁਰੂ ਅਮਰਦਾਸ ਦੇ ਸਿੱਖ ਸੀਗੇ। ਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 123 ਸਵਈਏ ਨੇ ਕੁੱਲ ਭੱਟਾਂ ਦੇ। ਉਹਨਾਂ ਵਿੱਚੋਂ ਫਿਰ ਅੱਗੋਂ ਗਿਣਤੀ ਦਿੱਤੀ ਹੋਈ ਹੈ ਵੀ ਕਿੰਨੇ ਰਚੇ ਨੇ। ਹੁਣ ਜਿਹੜੇ ਕਹਿੰਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਬਾਕੀ ਦੇ 16 ਭੱਟਾਂ ਵਿੱਚੋਂ 4 ਉਹਦੇ ਪੁੱਤਰ ਸੀਗੇ ਭੀਖੇ ਦੇ। ਇਸ ਤਰ੍ਹਾਂ ਉਹ ਰਈਏ ਦਾ ਪੁੱਤਰ ਸੀ। ਅੱਗੇ ਫਿਰ ਰਈਏ ਦੇ ਭਰਾ ਦੇ ਪੁੱਤਰ, ਇੱਦਾਂ ਗਾਹਾਂ ਤੋਂ ਗਾਹਾਂ ਉਹਨਾਂ ਦੀਆਂ ਰਿਸ਼ਤੇਦਾਰੀਆਂ ਦੇ ਵਿੱਚੋਂ ਵੀ ਵੈਸੇ ਵੀ ਪਰਿਵਾਰਾਂ ਦੀ ਪਰੰਪਰਾ ਹੁੰਦੀ ਹੈ, ਪਰਿਵਾਰਾਂ ਦੀ ਪਰੰਪਰਾ ਹੁੰਦੀ ਹੈ। ਜਿਵੇਂ ਪ੍ਰੋਹਿਤ ਤੇ ਜਜ਼ਮਾਨ ਇੱਕੋ ਹੀ ਉਹ ਚਲੇ ਆਉਂਦੇ ਨੇ, ਉਹ ਹੀ ਹਿਸਾਬ ਕਿਤਾਬ ਇਹਨਾਂ ਦੇ ਵਿੱਚ ਹੈਗਾ। ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਵਈਏ ਨੇ, ਗੁਰੂ ਰਾਮਦਾਸ ਬਾਰੇ ਨੇ, ਪੰਜਾਂ ਗੁਰੂਆਂ ਦੇ ਬਾਰੇ ਇਹ ਸਵਈਏ ਨੇ ਜਿਹੜੇ ਉਹ ਰਚੇ ਹੋਏ ਨੇ। ਅਲੱਗ-ਅਲੱਗ ਗਿਣਤੀ ਹੈਗੀ ਹੈ ਇਹਨਾਂ ਦੀ। ਹੁਣ ਕੁਛ ਭੱਟ ਇਹੋ ਜਿਹੇ ਨੇ ਜਿਨ੍ਹਾਂ ਨੇ ਸਿਰਫ 2 ਹੀ ਸਵਈਏ ਰਚੇ ਨੇ ਹੈ ਨਾ, ਇੱਕ ਗੁਰੂ ਅੰਗਦ ਦੇ ਪ੍ਰਤੀ ਤੇ ਇੱਕ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪ੍ਰਤੀ। ਜਿਹੜੀ ਸਾਰਿਆਂ ਤੋਂ ਵੱਡੀ ਗੱਲ ਹੈਗੀ ਆ ਮਤਲਬ ਉਹ ਹੈਗੀ ਕਿ ਜਿਹੜਾ ਅਸੀਂ ਜਦੋਂ ਸਤੀ ਤੇ ਬਲਵੰਡ ਦੀ ਵਾਰ ਦੀ ਗੱਲ ਕਰਦੇ ਸੀ, ਉਹ ਜਿਹੜਾ ਸਿੱਖੀ ਦਾ ਮਤਲਬ ਗੁਰੂ ਪਰੰਪਰਾ, ਗੁਰੂ ਜੋਤ ਦਾ ਜਿਹੜਾ ਇੱਕ ਸਰੀਰ ਤੋਂ ਦੂਸਰੇ ਸਰੀਰ ਦੇ ਵਿੱਚ ਹੋਣ ਦੀ ਜਿਹੜੀ ਗੱਲ ਕੀਤੀ ਗਈ ਹੈ, ਉਸ ਸਿਧਾਂਤ ਨੂੰ ਇਹਨਾਂ ਨੇ ਪਰਪੱਕ ਕੀਤਾ ਇਹ ਭੱਟਾਂ ਦੀ ਸਵਈਆਂ ਦੇ ਵਿੱਚ ਵੀ। ਤੇ ਤੁਸੀਂ ਜਿੱਥੇ ਜਿੱਥੇ ਗੁਰੂ ਸਾਹਿਬਾਨ ਦੀ ਉਸਤਤ ਕਰਦੇ ਹਨ ਤਾਂ ਉਹਨਾਂ ਨੇ ਇੱਥੋਂ ਤੱਕ ਵੀ ਲਿਖਿਆ ਵੀ ਕ੍ਰਿਸ਼ਨ ਵੀ ਤੂੰ ਹੀ ਸੀ, ਰਾਮ ਵੀ ਤੂੰ ਹੀ ਸੀ, ਤੇ ਗੁਰੂ ਨਾਨਕ ਵੀ ਤੂੰ ਹੀ ਹੈ, ਗੁਰੂ ਅਮਰਦਾਸ ਵੀ ਤੂੰ ਹੀ ਹੈ। ਪਰ ਇੱਕੋ ਜੋਤ ਦਾ ਦੂਸਰੇ ਇੱਕ ਗੁਰੂ ਤੋਂ ਦੂਸਰੇ ਤੱਕ ਜਾਣਾ ਜਿਹੜਾ ਉਹ ਬਹੁਤ ਸੋਹਣੇ ਢੰਗ ਦੇ ਨਾਲ ਉਹਨਾਂ ਨੇ ਮਤਲਬ ਜੋਤ ਸਰੂਪ ਹੋਣ ਦਾ ਜਿਹੜਾ ਹੈਗਾ ਉਹ ਜ਼ਿਕਰ ਕੀਤਾ। ਜਿਵੇਂ ਹੁਣ ਆਪਣਾ ਹੈਗਾ
ਮੁੱਖ ਉਦੇਸ਼ ਹੀ ਉਹਨਾਂ ਦਾ ਇਹ ਹੈ ਵੀ ਜਿਹੜੀ ਰੱਬੀ ਜੋਤ ਦਾ ਇੱਕ ਤਾਂ ਗੁਰੂ ਨੇ ਜਿਹੜੇ ਉਹ ਰੱਬੀ ਜੋਤ ਦਾ ਪ੍ਰਗਟ ਸਰੂਪ ਨੇ। ਇਹ ਇਹਨਾਂ ਦਾ ਮਤਲਬ ਸਿਧਾਂਤ ਇਹਨਾਂ ਨੇ ਦਿੱਤਾ ਹੋਇਆ। ਤੇ ਰੱਬੀ ਜੋਤ ਹੀ ਗੁਰੂਆਂ ਦੇ ਰਾਹੀਂ ਪ੍ਰਗਟ ਹੋਈ। ਫਿਰ ਇਹ ਜੋਤ ਹੈ ਜਿਹੜੀ ਇੱਕ ਵੀ ਸਿਰਫ ਸਰੀਰ ਬਦਲਿਆ, ਜਿਹਦੀ ਆਪਾਂ ਪਹਿਲਾਂ ਵੀ ਗੱਲ ਕਰਦੇ ਆਏ ਹਾਂ ਵੀ ਸਰੀਰ ਹੀ ਬਦਲਿਆ, ਇੱਕ ਗੁਰੂ ਤੋਂ ਦੂਸਰੇ ਗੁਰੂ ਤੱਕ ਜਿਹੜੀ ਜੋਤ ਹੈਗੀ ਆ ਉਹ ਟਰਾਂਸਫਰ ਹੋਈ ਹੈ, ਦੈਵੀ ਜੋਤ ਹੈ ਜਿਹੜੀ। ਤੇ ਇਸ ਕਰਕੇ ਸਾਰੇ ਗੁਰੂਆਂ ਦੇ ਵਿੱਚ ਉਹੀ ਇੱਕੋ ਜੋਤ ਹੈ ਜਿਹੜੀ ਉਹ ਮਤਲਬ ਹੈਗੀ ਹੈ। ਤੇ ਹੁਣ ਭੱਟ ਕੀਰਤ ਹੈ, ਉਹ ਗੁਰੂ ਅੰਗਦ ਦੇਵ ਦੇ ਬਾਰੇ ਦੱਸਦਾ ਵੀ ਜਿਵੇਂ ਗੁਰੂ ਅੰਗਦ ਦੇਵ ਗੁਰੂ ਨਾਨਕ ਦਾ ਅੰਗ ਸੀ, ਇਸੇ ਤਰ੍ਹਾਂ ਗੁਰੂ ਰਾਮਦਾਸ ਗੁਰੂ ਅਮਰਦਾਸ ਦਾ ਅੰਗ ਸੀਗਾ। ਉਹ ਉਸੇ ਢੰਗ ਨਾਲ ਉਹਨੇ ਲਿਖਿਆ ਹੋਇਆ ਹੈ। ਤੇ ਬੜਾ ਸੋਹਣਾ ਉਹਨੇ ਕਿਹਾ, ਕਹਿੰਦਾ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ, ਤਾਂ ਤੇ ਗੌਰ ਗਿਆਨ ਪ੍ਰਗਟ ਉਜਿਆਰੋ, ਦੁੱਖ ਦਰਿਦਰ ਅੰਧਾਰ ਕੋ ਨਾਸ, ਕਬ ਕੀਰਤ ਜੋ ਸੰਤ ਚਰਨ ਮੁੜ ਲਾਗੈ, ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ। ਵੀ ਜਿਹੜੇ ਗੁਰੂ ਦੀ ਸ਼ਰਨ ਆ ਲੱਗਦੇ ਨੇ ਉਹਨਾਂ ਨੂੰ ਫਿਰ ਕਾਮ ਕ੍ਰੋਧ ਜਾਂ ਜਮਾਂ ਦਾ ਡਰ ਹੈ। ਇਹ ਹਾਂ ਜੋ ਬੇਸਿਕ ਸਿਧਾਂਤ ਹੈ ਸਿੱਖ ਧਰਮ ਦਾ। ਜਿਵ ਅੰਗਦ ਅੰਗ ਸੰਗ ਨਾਨਕ, ਗੁਰੂ ਅਮਰਦਾਸ ਕਹਿ ਗੁਰੂ ਰਾਮਦਾਸ। ਜਿਸ ਤਰ੍ਹਾਂ ਗੁਰੂ ਅੰਗਦ ਦੇਵ ਗੁਰੂ ਨਾਨਕ ਦੇ ਅੰਗ ਨੇ, ਅੰਗ ਸੰਗ ਨੇ, ਇਸੇ ਤਰ੍ਹਾਂ ਗੁਰੂ ਰਾਮਦਾਸ ਨੇ ਜਿਹੜੇ ਉਹ ਗੁਰੂ ਅਮਰਦਾਸ। ਮਤਲਬ ਜਿਹੜਾ ਗੁਰੂ ਸਾਹਿਬ ਦਾ ਇਹ ਸਿਧਾਂਤ ਹੈ ਕਿ ਸਾਰੇ ਗੁਰੂਆਂ ਦੀ ਜੋਤ ਸਾਹਿਬ ਦਾ ਜਿਹੜਾ ਹੈਗਾ ਉਹਨੂੰ ਇਹਨਾਂ ਨੇ ਬੜੇ ਬਖੂਬੀ ਢੰਗ ਨਾਲ ਬਹੁਤ ਬਖੂਬੀ ਢੰਗ ਦੇ ਨਾਲ। ਡਾਕਟਰ ਸਾਹਿਬ ਕੁਝ ਵਿਦਵਾਨ ਅਖੀਰ ਚ ਆ ਕੇ ਜਦੋਂ ਗੁਰੂ ਗੋਬਿੰਦ ਸਿੰਘ ਦੇ ਹਵਾਲੇ ਨਾਲ ਗੱਲ ਕਰਦੇ, ਸ਼ਾਇਦ ਦਸਮ ਗ੍ਰੰਥ ਚ ਕਿਤੇ ਹੋਏਗਾ, ਜਿਸ ਚੋਂ ਕਹਿੰਦੇ ਕਿ ਜਿਸ ਮੇਰੇ ਖਿਆਲ ਚਿੱਤਰ ਨਾਟਕ ਤੇ ਹਵਾਲਾ ਬਹੁਤਾ ਦਿੱਤਾ ਜਾਂਦਾ ਕਿ ਮੈਂ ਹੂੰ ਪਰਮ ਪੁਰਖਾ ਦਾ ਸਾਹਿਬ ਦੇਖਣ ਆਇਓ ਜਗ ਤਮਾਸ਼ਾ। ਫਿਰ ਅੱਗੇ ਕਹਿੰਦੇ ਆ ਜੋ ਮੁਝ ਕੋ ਪਰਮੇਸ਼ਰ ਉਚਰੇ, ਇਸ ਤਰ੍ਹਾਂ ਦੇ ਸ਼ਬਦ ਆਉਂਦੇ ਵਿੱਚ ਕਿ ਉਹ ਨਰਕ ਕੁੰਡ ਮੇ ਪੜੇ ਹੈ। ਜਿਹੜਾ ਹੁਣ ਹੈਗਾ ਨਾ ਦਸਮ ਗ੍ਰੰਥ, ਇਹਦੇ ਬਾਰੇ ਹੁਣ ਜਿਵੇਂ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪ ਸਾਰੀ ਬਾਣੀ ਉਹਦੇ ਵਿੱਚ ਦਰਜ ਕੀਤੀ, ਆਪਣੀ ਅਥੈਂਟਿਕ ਉਹਦੇ ਤੇ ਮੋਹਰ ਤੇ ਛਾਪ ਲਾਈ ਹੈ। ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਦਰਜ ਕਰਕੇ ਉਹਨੂੰ ਮਤਲਬ ਗੁਰੂ ਦਾ ਦਰਜਾ ਵੀ ਦਿੱਤਾ, ਸੰਪੂਰਨ ਕੀਤਾ। ਗੁਰੂ ਜਿਹੜੀ ਹੁਣ ਜਿਹਨੂੰ ਦਸਮ ਗ੍ਰੰਥ ਆਪਾਂ ਕਹਿੰਦੇ ਉਹਦੇ ਵਿੱਚ ਤਾਂ ਮਿਸਲੇਨੀਅਸ ਰਚਨਾਵਾਂ ਨੇ, ਅਲੱਗ-ਅਲੱਗ ਨੇ, ਹੈ ਨਾ। ਉਹ ਵੱਖਰੀਆਂ ਰਚਨਾਵਾਂ ਨੇ, ਉਹਨਾਂ ਦਾ ਕੋਈ ਨਾ ਤਾਂ ਇੱਕ ਸਬਜੈਕਟ ਹੈ, ਨਾ ਉਹ ਇੱਕ ਕਿਸੇ ਉਹਦੇ ਨਾਲ ਡੀਲ ਕਰਦੀਆਂ ਨੇ। ਤੇ ਫਿਰ ਦੂਸਰੀ ਗੱਲ ਇਹ ਹੈ, ਕੋਈ ਕਹਿੰਦਾ ਵੀ ਨਹੀਂ ਕਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ 25 ਸਾਲ ਬਾਅਦ ਜਾਂ 30 ਸਾਲ ਬਾਅਦ ਭਾਈ ਮਨੀ ਸਿੰਘ ਨੇ ਉਹ ਕਲੈਕਟ ਕਰਕੇ ਸਾਰੀਆਂ ਰਚਨਾਵਾਂ ਨੇ ਜਿਹੜੀਆਂ ਉਹਨਾਂ ਨੂੰ ਇੱਕ ਥਾਂ ਇਕੱਠਾ ਕਰਕੇ ਉਹਨੂੰ ਦਸਮ ਗ੍ਰੰਥ ਦਾ ਨਾਮ ਦਿੱਤਾ। ਚਲੋ ਸਾਡਾ ਵਿਸ਼ਾ ਖੈਰ ਇਹ ਨਹੀਂ ਅੱਜ ਵੀ ਗੁਰੂ ਗ੍ਰੰਥ ਸਾਹਿਬ। ਜਿੱਥੋਂ ਤੱਕ ਬਚਿੱਤਰ ਨਾਟਕ ਦੀ ਗੱਲ ਹੈ ਨਾ, ਪ੍ਰੋਫੈਸਰ ਕੁਲਵੰਤ ਸਿੰਘ ਬਹੁਤ ਪੜ੍ਹੇ ਲਿਖੇ ਸੀ, 5 ਲੈਂਗੁਏਜ ਦੇ ਉਹ ਮਾਸਟਰ ਡਿਗਰੀ ਸੀ ਉਹਨਾਂ ਦੀ। ਤੇ ਉਹ ਕਹਿੰਦੇ ਹੁੰਦੇ ਸੀ ਵੀ ਮੈਂ ਇਹ ਗੱਲ ਨਹੀਂ ਮੰਨਦਾ ਕਿ ਗੁਰੂ ਗੋਬਿੰਦ ਸਿੰਘ ਵਰਗੀ ਸ਼ਖਸੀਅਤ ਜਿਹੜੀ ਹੈਗੀ ਹੈ ਉਹ ਬਚਿੱਤਰ ਨਾਟਕ ਵਰਗੀ ਰਚਨਾ ਦਾ ਕਰ ਸਕਦੀ ਹੈ, ਕਿਉਂਕਿ ਕਰੇਗੀ ਇਹ ਜੀ। ਕਿਉਂ? ਉਹਦੇ ਵਿੱਚ ਤੁਸੀਂ ਦੇਖੋ ਜਾ ਕੇ ਜਿਹੜਾ ਹੈਗਾ ਨਾ ਆਪਣਾ ਮਤਲਬ ਗੁਰੂ ਨਾਨਕ ਦਾ ਵੰਸ਼ ਤੇ ਗੁਰੂ ਗੋਬਿੰਦ ਸਿੰਘ ਲਵ ਕੁਸ਼ ਦੇ ਨਾਲ ਜਾ ਕੇ ਜੋੜਦੇ ਨੇ। ਤੇ ਗੁਰੂ ਸਾਹਿਬ ਨੇ ਤਾਂ ਕਾਸਟ ਸਿਸਟਮ ਨੂੰ ਇਸ ਕਿਸਮ ਦਾ ਪ੍ਰਾਈਡ ਹੈ ਜਿਹੜਾ ਉਹਨੂੰ ਡਿਸਕਾਰਡ ਕੀਤਾ ਉਹਨਾਂ ਨੇ। ਡਾਕਟਰ ਸਾਹਿਬ ਤੁਹਾਡੀ ਪੰਜਾਬੀ ਯੂਨੀਵਰਸਿਟੀ ਨੇ ਰੀਸੈਂਟਲੀ ਇੱਕ PhD ਦਾ ਥੀਸਿਸ ਜਿਹੜਾ ਅਪਰੂਵ ਕੀਤਾ ਤੇ ਉਹ 'ਚ ਸਾਬਤ ਕੀਤਾ, ਹੁਣੇ ਇੱਕ ਵਿਦਵਾਨ ਨੇ ਉਸ PhD ਕੀਤੀ ਔਰ ਉਹ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ, ਆ ਪਿਛਲੇ ਹਫ਼ਤੇ ਦੀ ਗੱਲ ਹੈ ਜੇ। ਉਹਦੇ ਉੱਤੇ ਉਹਨੇ ਪੂਰੀ ਖੋਜ ਕਰਕੇ ਔਰ ਲਵ ਕੁਸ਼ ਵਾਲਾ ਸਿਧਾਂਤ ਜਿਹੜਾ ਉਹਨੂੰ ਪ੍ਰਮਾਣਿਕ ਮੰਨਿਆ ਹੈ। ਤੇ ਜਦੋਂ ਆਪਾਂ ਕਸੂਰ ਦਾ ਇਤਿਹਾਸ ਪੜ੍ਹਦੇ ਆ, ਉਹ ਕਹਿੰਦੇ ਅਫਗਾਨਾਂ ਨੇ ਵਸਾਇਆ ਸੀ ਇਹ। ਪਰ ਫਿਰ ਮੈਨੂੰ ਗਜਨੀ ਦੇ ਨਾਲ ਆਪਾਂ ਕਹਿੰਦੇ ਆ ਕਿ ਜਿਹੜੇ ਹੁਣ ਇਸ ਵੇਲੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਉਹ ਨਹੀਂ, ਦੇਖੋ ਮੇਰੀ ਗੱਲ ਸੁਣੋ, ਬੜੇ ਵਿਦਵਾਨ ਨੇ ਉਸ PhD ਦਾ ਥੀਸਿਸ ਤੁਹਾਡਾ ਗਾਈਡ ਕੌਣ ਹੈ ਉਹਦੇ ਤੇ ਬਹੁਤ ਡਿਪੈਂਡ ਕਰਦਾ ਉਹਦੀ ਕੀ ਆਈਡੀਓਲੋਜੀ। ਸਪੋਜ਼ ਕੀਤਾ ਹੁਣ, ਵੈਸੇ ਮੈਂ ਨਾਂ ਨਹੀਂ ਲੈਣਾ ਚਾਹੁੰਦੀ, ਸਾਡੀ ਯੂਨੀਵਰਸਿਟੀ ਦੇ ਇਹੋ ਜਿਹੇ ਪ੍ਰੋਫੈਸਰ ਹੈਗੇ ਨੇ ਜਿਹੜੇ ਟੋਟਲੀ ਦਸਮ ਗ੍ਰੰਥ ਦੇ ਹੱਕ 'ਚ ਨੇ, ਹੈ ਨਾ। ਉਹਨਾਂ 'ਚੋਂ ਇਹੋ ਜਿਹੇ ਵੀ ਨੇ ਜਿਹੜੇ ਜੇ ਉਹ ਬਨਾਰਸ ਜਾਣਗੇ ਤਾਂ ਉਹਨਾਂ ਦੀ ਭਾਸ਼ਾ ਹੋਰ ਕੋਈ, ਪੰਜਾਬ ਯੂਨੀਵਰਸਿਟੀ 'ਚ ਲੈਕਚਰ ਕਰਨਗੇ ਤਾਂ ਈਡੀਅਮ ਹੋਰ ਵਰਤਦੇ, ਜੇ ਪੰਜਾਬੀ ਯੂਨੀਵਰਸਿਟੀ 'ਚ ਕਰਨਗੇ ਕਿਉਂਕਿ ਉੱਥੇ ਮਤਲਬ ਬੈਠਿਆ ਵੀ ਮਗਰ ਪੈਣਗੇ ਉੱਥੇ ਈਡੀਅਮ ਉਹ ਹੋਰ ਵਰਤਦੇ ਨੇ। ਤੇ ਉਹਦੇ ਤੇ ਡਿਪੈਂਡ ਕਰਦਾ ਨਹੀਂ। ਪਰ ਜਦੋਂ ਥੀਸਿਸ ਕੋਈ ਅਪਰੂਵ ਹੁੰਦਾ ਆ ਤੇ ਉੱਥੇ ਵਿਦਵਾਨਾਂ ਦੀ ਜਿਹੜੀ ਕੋਈ ਕੌਂਸਲ ਬੈਠਦੀ ਆ ਉਹਦੇ ਵਿੱਚ ਜਦੋਂ ਅਪਰੂਵ ਹੋ ਜਾਂਦੀ ਚੀਜ਼ ਇੱਕ ਵਾਰੀ, ਜੇ ਕਿ PhD ਅਸੀਂ ਮੰਨਦੇ ਹੋ ਨਾ ਕਿ ਨਵੀਂ ਖੋਜ ਹੋਈ ਤੇ ਉਹ ਤੇ ਫਿਰ ਇੱਕ ਕਿਸਮ ਦੀ ਲੋਕਾਂ ਦੇ ਵਿੱਚ ਹੋਰ ਭੰਬਲ ਪੁੱਸਣ ਇਹ ਗਲਤ ਹੈ ਇਹ ਨਾ ਗਲਤ। ਜਦੋਂ ਕਿ ਯੂਨੀਵਰਸਿਟੀ ਤੇ ਮੋਹਰ ਲਾ ਦਿੰਦੀ ਆ, ਜਦੋਂ ਕਿ ਯੂਨੀਵਰਸਿਟੀ ਮੋਹਰ ਲਾ ਦਿੰਦੀ ਬਚਿੱਤਰ ਨਾਟਕ ਹੈ ਜਾਂ ਉਹ ਦੂਸਰੇ ਹੈਗੇ ਨੇ ਆਪਣਾ ਕੀ ਕਹਿੰਦੇ ਹੁੰਦੇ ਨੇ ਚਰਿੱਤਰ ਵਿਖਿਆਨ, ਕਿਵੇਂ ਤੁਸੀਂ ਉਹਨਾਂ ਨੂੰ ਮੰਨੋਗੇ?
ਡਾਕਟਰ ਰਤਨ ਸਿੰਘ ਜੱਗੀ ਨੇ ਪੂਰੀ ਆਪਣਾ ਗੋਬਿੰਦ ਸਦਨ ਵਾਲਿਆਂ ਦੇ ਕਹਿਣ ਦੇ ਉੱਤੇ ਉਹਨਾਂ ਨੇ ਪੂਰਾ ਇਹਦੇ ਅਰਥ ਕੀਤੇ, ਟੀਕਾ ਕੀਤਾ ਦਸਮ ਗ੍ਰੰਥ ਦਾ। ਤੇ ਪਰ ਤੁਸੀਂ ਉਹ ਟੀਕਾ ਪੜ੍ਹ ਕੇ ਦੇਖ ਲਓ, ਉਹਨਾਂ ਨੇ ਕਿਤੇ ਨਹੀਂ ਕਿਹਾ ਵੀ ਗੁਰੂ ਗੋਬਿੰਦ ਸਿੰਘ ਨੇ ਆ ਕਿਹਾ, ਕਿਉਂਕਿ ਉੱਥੇ ਬਹੁਤ ਸਾਰੀਆਂ ਰਚਨਾਵਾਂ ਹਨ ਜਿਹਦੇ ਵਿੱਚ ਰਾਮ ਦਾ ਤੇ ਸ਼ਾਮ ਦਾ ਜ਼ਿਕਰ ਹੈ। ਇਹ ਤਾਂ ਨਾਲ ਜੋੜ ਦਿੰਦੇ ਨੇ ਵੀ ਨਹੀਂ ਗੁਰੂ ਨੇ ਆਪਣੇ ਆਪ ਨੂੰ ਸ਼ਾਮ ਕਿਹਾ ਜਾਂ ਰਾਮ ਕਿਹਾ, ਇਹ ਗਲਤ ਗੱਲ ਹੈ। ਉਹ ਕਵੀਆਂ ਦੇ ਨਾਂ ਨੇ ਉਹ। ਬਹੁਤ ਦੇਰ ਹੋਈ ਮੈਂ ਸਪੋਕਸਮੈਨ ਪਿਆ ਸੀ ਕਿਤੇ ਡਾਕਟਰ ਦੇ, ਮੈਂ ਬੈਠੀ ਸੀ, ਮੈਂ ਉੱਥੇ ਆਰਟੀਕਲ ਪੜ੍ਹਿਆ ਤੇ ਇੱਕ ਹਿੰਦੂ ਜੈਂਟਲਮੈਨ ਨੇ ਉਹ ਲਿਖਿਆ ਹੋਇਆ ਸੀ ਤੇ ਉਹਦਾ ਇਹ ਮੰਨਣਾ ਸੀਗਾ ਵੀ ਇਹ ਵਾਮ ਪੰਥੀ ਮਤਲਬ ਵਾਮ ਮਾਰਗੀ ਲੋਕਾਂ ਦਾ ਗ੍ਰੰਥ ਹੈ। ਇਹਦੇ ਵਿੱਚ ਮਿਸਲੇਨੀਅਸ ਰਚਨਾਵਾਂ ਨੇ ਜਿਹੜੀਆਂ ਇਕੱਠੀਆਂ ਕੀਤੀਆਂ ਹੋਈਆਂ ਨੇ, ਉਹਨਾਂ ਦਾ ਕੋਈ 10 ਦਾ ਸਿਧਾਂਤ ਹੈ, ਜਿਵੇਂ ਉਹ 10 ਆਪਣੇ ਉਹ ਮੰਨਦੇ ਨੇ, ਕੋਈ ਸਿਧਾਂਤ ਵੀ ਨੇ, ਕੋਈ ਪੀਰ ਵੀ ਨੇ, ਕੋਈ ਇਸ ਤਰ੍ਹਾਂ ਦਾ ਉਹ ਕਰਕੇ ਉਹਨੇ ਦਿੱਤਾ ਹੋਇਆ ਸੀਗਾ। ਉਹ ਕਹਿੰਦਾ ਤੁਸੀਂ ਇਹ ਰਚਨਾਵਾਂ ਪੜ੍ਹ ਕੇ ਦੇਖ ਲਓ, ਇਹ ਨਾ ਹਿੰਦੂ ਧਰਮ ਨਾਲ ਮੇਲ ਖਾਂਦੀਆਂ ਨੇ। ਤੁਸੀਂ ਮੈਨੂੰ ਦੱਸੋ ਜਿੰਨੀਆਂ ਗੰਦੀਆਂ ਘਟਨਾਵਾਂ, ਜਿੰਨਾ ਡਿਟੀਰੀਓਰੇਟ ਮਤਲਬ ਡੈਰੋਗੇਟਰੀ ਵੇ ਦੇ ਵਿੱਚ ਵੂਮਨ ਦਾ ਉੱਥੇ ਜ਼ਿਕਰ ਕੀਤਾ ਹੋਇਆ ਹੈ ਨਾ, ਤੇ ਉਹ ਸਾਰਾ ਕੁਝ ਦਿੱਤਾ ਹੋਇਆ, ਉਹਨੂੰ ਭਲਾ ਆਪਾਂ ਦੀ। ਅੱਛਾ ਨਹੀਂ, ਪਰ ਡਾਕਟਰ ਸਾਹਿਬ ਦੂਜੀ ਗੱਲ ਹੈਰਾਨਗੀ ਤੇ ਇਹ ਹੁੰਦੀ ਹੈ, ਤਾਂ ਹੀ ਮੈਂ ਜ਼ਿਕਰ ਕੀਤਾ ਕਿ ਜਦੋਂ ਸਾਡੀ ਇੱਕ ਸਿਰਮੌਰ ਯੂਨੀਵਰਸਿਟੀ ਆ ਜਿਹੜੀ ਬਣਾਈ ਪੰਜਾਬੀ ਭਾਸ਼ਾ ਦੇ ਵਿਕਾਸ ਵਾਸਤੇ ਗਈ ਤੇ ਪੰਜਾਬੀਅਤ ਲਈ ਕੰਮ ਕਰਨਾ ਉਹਨੇ, ਜੇ ਉਹ ਇਹੋ ਜਿਹੇ ਭੰਬਲ ਭੂਸਿਆਂ ਨੂੰ ਪ੍ਰੂਵ ਕਰਦੀ ਆ ਗਲਤ ਤੇ ਫਿਰ ਥੋੜਾ ਇਹਦੇ ਨਾਲ ਸਾਡੇ ਬਹੁਤ ਸਾਰੇ ਵਿਦਵਾਨ ਨੇ ਉੱਥੇ ਜਿਹੜੇ ਆਪਣੇ ਆਪ ਨੂੰ ਐਨ ਪੂਰਨ ਸਿੱਖ ਵੀ ਕਹਿੰਦੇ, ਉਹ ਕਹਿੰਦੇ ਵੀ ਜਿਹੜਾ ਦਸਮ ਗ੍ਰੰਥ ਨੂੰ ਨਹੀਂ ਮੰਨਦਾ ਉਹਨੂੰ ਮੈਂ ਸਿੱਖ ਹੀ ਨਹੀਂ ਮੰਨਦਾ। ਇਹ ਗਲਤ ਹੈ, ਕਿਉਂਕਿ ਸਾਡਾ ਪ੍ਰਾਇਮਰੀ ਸੋਰਸ ਜਿਹੜਾ ਹੈਗਾ ਸਾਡਾ ਮੇਨ, ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਦੇ ਪਿੱਛੇ ਨਹੀਂ ਲਾਇਆ, ਉਹਨਾਂ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਲਈ ਕਿਹਾ। ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਚੇਅਰ ਦੇ ਤੁਸੀਂ ਉੱਥੇ ਮੁਖੀ ਰਹੇ ਹੋ, ਤੇ ਜਿਹੜੇ ਪ੍ਰੋਫੈਸਰ ਸਾਹਿਬਾਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਜਿਹੜੇ ਦਸਮ ਗ੍ਰੰਥ ਨੂੰ ਜਾਂ ਵਿਚਿੱਤਰ ਨਾਟਕ ਨੂੰ ਜਾਂ ਮੰਨਦੇ ਆ, ਉਹ ਵੀ ਉਹ ਤੁਹਾਡੇ ਵਿਭਾਗ 'ਚ ਹੀ ਕੰਮ ਕਰਦੇ ਸੀ ਜਾਂ ਵੱਖਰੇ ਵੱਖਰੇ ਵਿਭਾਗ? ਗੁਰੂ ਗੋਬਿੰਦ ਸਿੰਘ ਭਵਨ 'ਚ ਵੀ ਕੋਈ ਕੰਮ ਕਰਦੇ, ਉਹਨਾਂ ਵਿੱਚੋਂ ਕੁਛ ਦੇਹਰਾਦੂਨ 'ਚ ਵੀ ਕੰਮ ਕਰਦੇ, ਦੇਹਰਾਦੂਨ ਵੀ ਕੰਮ ਕਰਦੇ ਆ, ਹੈ ਨਾ। ਇਹ ਵੀ ਅਸਲ 'ਚ ਇਹ ਲੌਬਿੰਗ ਹੈ ਨਾ, ਲੌਬੀਜ਼ ਬਣੀਆਂ ਹੋਈਆਂ ਨੇ। ਹੁਣ ਜਿਨ੍ਹਾਂ ਲੋਕਾਂ ਨੇ ਦਸਮ ਗ੍ਰੰਥ ਦੇ ਉੱਤੇ ਖੋਜ ਕੀਤੀ ਹੈ, ਉਹਨਾਂ ਨੇ ਤਾਂ ਉਹ ਅੰਗਰੇਜ਼ਾਂ ਦੀਆਂ ਚਿੱਠੀਆਂ ਕੱਢ ਕੇ ਲਿਆਂਦੀਆਂ ਨੇ ਜਿਹੜੀਆਂ ਮਤਲਬ ਲਾਰਡ ਨੂੰ ਲਿਖੀਆਂ ਗਈਆਂ, ਇੱਕ ਦੂਜੇ ਨੂੰ ਲਿਖੀਆਂ ਗਈਆਂ ਵੀ ਇਹ, ਕਿਉਂਕਿ ਦੇਖੋ ਸਭ ਤੋਂ ਪਿੱਛੋਂ ਉਹਨਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ, ਮਹਾਰਾਜਾ ਰਣਜੀਤ ਸਿੰਘ ਦੀ, ਉਹ ਵੀ ਉਹਨਾਂ ਦੀ ਮੌਤ ਤੋਂ ਬਾਅਦ ਹੈ ਨਾ ਕੀਤਾ ਕਬਜ਼ਾ। ਤੇ ਉਹਨਾਂ ਨੂੰ ਸੀਗਾ ਕਿ ਸਿੱਖ ਹੈ ਜਿਹੜਾ ਉਹਦੀ ਮਜ਼ਬੂਤੀ ਦਾ ਕਾਰਨ ਇੱਕ ਪੰਥ ਤੇ ਇੱਕ ਗ੍ਰੰਥ ਹੋਣਾ। ਹਾਂਜੀ। ਤੇ ਇਹ ਉਹਨੇ ਖੋਜ ਕਰਕੇ ਲਿਆਂਦੀ ਹੈ ਇਹ ਕਿ ਵੀ ਹੁਣ ਦੇਖੋ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਦਾ 6 ਸਾਲ ਦੀ ਉਮਰ ਤੋਂ ਬਾਅਦ ਗਏ ਨਹੀਂ ਹੈਗੇ, ਮਤਲਬ ਉਹ ਜਦੋਂ ਜਨਮ ਉਹਨਾਂ ਦਾ ਉੱਥੇ ਹੋਇਆ, ਗੁਰੂ ਤੇਗ ਬਹਾਦਰ ਅਸਾਮ ਗਏ ਹੋਏ ਸੀਗੇ, ਉਦੋਂ ਪਟਨੇ ਪਰਿਵਾਰ ਨੂੰ ਉਹ ਛੱਡ ਗਏ ਸੀ। ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆ ਕੇ ਹੁਕਮ ਕੀਤਾ ਵੀ ਚਲੋ ਤੁਸੀਂ ਵਾਪਸ ਅਨੰਦਪੁਰ ਸਾਹਿਬ ਨੂੰ, ਉਸ ਤੋਂ ਬਾਅਦ ਤਾਂ ਗੁਰੂ ਗੋਬਿੰਦ ਸਿੰਘ ਕਦੇ ਪਟਨੇ ਗਏ ਨਹੀਂ। ਤੇ ਪਟਨੇ 'ਚ ਬੀੜ ਕਿਵੇਂ ਤਿਆਰ ਹੋਈ ਤੁਸੀਂ ਦੱਸੋ ਪਹਿਲਾਂ, ਹੈ ਨਾ, ਵੀ ਇਹ ਮੰਨਣਯੋਗ ਹੈ ਗੱਲ। ਕਹਿੰਦੇ ਆ ਵੀ ਇੱਥੇ ਆਪਣਾ ਸੁੱਖੇ ਨਾਮ ਦਾ ਗ੍ਰੰਥੀ ਸੀਗਾ, ਉਹ ਤੋਂ ਅੰਗਰੇਜ਼ਾਂ ਨੇ ਇਹ ਕਰਵਾਇਆ, ਤਿਆਰ ਕਰਵਾਇਆ, ਮਿਸਲੇਨੀਅਸ ਜਿਹੜੀਆਂ ਹੈਗੀਆਂ ਨੇ। ਅੱਛਾ ਦੂਜਾ ਡਾਕਟਰ ਸਾਹਿਬ, ਇੱਕ ਮੈਨੂੰ ਹੋਰ ਥੋੜੀ ਹੈਰਾਨਗੀ ਹੁੰਦੀ ਆ ਕਿ ਜਿਹੜੀਆਂ ਸਿੱਖ ਪੰਥ ਦੀਆਂ ਕਈ ਜਥੇਬੰਦੀਆਂ, ਜਿਨ੍ਹਾਂ 'ਚ ਨਿਹੰਗ ਸਿੰਘ ਜਥੇਬੰਦੀਆਂ ਨੇ, ਚਲੋ ਡੇਰਾਵਾਦ ਤੇ ਬਾਅਦ 'ਚ ਪਣਪਿਆ, ਉਹਦੇ ਬਾਰੇ ਕਈ ਕਾਰਨ ਨੇ ਉਹਦੇ ਬਾਰੇ, ਪਰ ਨਿਹੰਗ ਸਿੰਘ ਜਥੇਬੰਦੀਆਂ ਤੇ ਕਰਦੇ ਨੇ। ਮੈਂ ਉਹੀ ਕਹਿ ਰਿਹਾ ਵੀ ਗੁਰੂ ਸਾਹਿਬ ਦੇ ਵੇਲਿਆਂ ਤੋਂ ਹੀ ਉਹਨਾਂ ਦੀਆਂ ਲਾੜੀਆਂ ਫੌਜਾਂ ਵੀ ਆਪਾਂ ਉਹਨਾਂ ਨੂੰ ਕਹਿੰਦੇ ਆ, ਪਰ ਉਹ ਵੀ ਇਸ ਮਤਲਬ ਭੁਲੇਖੇ ਦਾ ਸ਼ਿਕਾਰ ਕਿਉਂ ਨੇ? ਇਹ ਤਾਂ ਹੁਣ ਰੱਬ ਜਾਣੇ। ਹੁਣ ਤੁਸੀਂ ਪਟਨਾ ਡੇਰਾਵਾਦ ਬਾਰੇ ਤਾਂ ਬਸ ਸਪਸ਼ਟ ਹੈ ਵੀ ਬਾਬਿਆਂ ਨੇ ਉਹਨਾਂ ਨੇ ਡਰਾਮਿਆਂ 'ਚ ਤਾਂ ਕਰਦੇ ਵੀ ਨਹੀਂ ਦਸਮ ਗ੍ਰੰਥ ਦਾ ਪ੍ਰਕਾਸ਼, ਡੇਰਿਆਂ 'ਚ ਤਾਂ ਕਰਦੇ ਵੀ ਨਹੀਂ ਹੈਗੇ, ਜਾਂ ਮੇਰਾ ਖਿਆਲ ਹੈ ਇਹ ਦਮਦਮੀ ਟਕਸਾਲ ਵਾਲੇ ਕਰਦੇ ਆ, ਤੇ ਹਜੂਰ ਸਾਹਿਬ ਤੁਸੀਂ ਚੱਲੇ, ਉਹ ਵੀ ਤਾਂ ਡੇਰਾ ਹੀ ਹੈ ਜੀ, ਉਹ ਵੀ ਡੇਰਾ, ਦਮਦਮੀ ਟਕਸਾਲ ਵੀ ਤਾਂ ਡੇਰਾ ਹੀ ਹੈ, ਉਹਨੂੰ ਵੱਖਰਾ ਕਰਕੇ ਨਹੀਂ ਦੇਖ ਸਕਦੇ। ਦੇਖੋ ਸਾਡੀ ਪਰੰਪਰਾ ਤਾਂ ਉਹ ਹੈ ਜਿਹੜੀ ਦਰਬਾਰ ਸਾਹਿਬ ਤੋਂ ਚੱਲਦੀ ਹੈ। ਇਹ ਕਿਸੇ ਵੀ ਧਰਮ ਨੂੰ ਮਤਲਬ ਇੱਕ ਜਦੋਂ ਆਰਗੇਨਾਈਜ਼ਡ ਜਾਂ ਜਿਹਨੂੰ ਸੰਸਥਾਗਤ ਸਰੂਪ ਮਿਲ ਜਾਂਦਾ, ਉਹਦੇ ਲਈ ਚਾਹੀਦੀਆਂ ਹੁੰਦੀਆਂ ਨੇ, ਪਹਿਲੀ ਗੱਲ ਉਹਦਾ ਕੋਈ ਪੀਰ ਗੁਰੂ, ਕੋਈ ਉਹਨੂੰ ਚਲਾਉਣ ਵਾਲਾ ਫਾਊਂਡਰ ਉਹਦਾ ਹੈਗਾ, ਦੂਸਰਾ ਉਹਦੇ ਫਾਲੋਅਰ ਹੈਗੇ ਨੇ, ਤੀਸਰਾ ਉਹਨਾਂ ਦਾ ਗ੍ਰੰਥ ਹੈਗਾ, ਸਪਿਰਚੁਅਲ ਬੁੱਕ ਹੈਗੀ ਹੈ ਨਾ, ਸਪੈਸ਼ਲ ਉਹਦੀ ਬੁੱਕ ਸੇਕਰਡ ਸਕ੍ਰਿਪਚਰ ਹੈਗੀ ਹੈ, ਚੌਥਾ ਉਹਨਾਂ ਦਾ ਕੋਈ ਕੇਂਦਰੀ ਸਥਾਨ ਹੈਗਾ। ਹੁਣ ਤੇ ਇਹ 4-5 ਪੁਆਇੰਟ ਚਾਹੀਦੇ ਹੁੰਦੇ ਨੇ, ਤੇ ਹੁਣ ਸਾਡੇ ਕੋਲ ਇਹ ਸਾਰਾ ਨਾਲ ਦੀ ਨਾਲ ਬਿਲਡ ਹੋਈ ਗਿਆ। ਦੇਖੋ ਆਪਣੇ ਮਤਲਬ ਗੁਰੂ ਸਾਹਿਬਾਨ ਵੀ ਹੋਏ, ਫਿਰ ਇੱਕ ਸਰੂਪ 'ਚ ਨਹੀਂ ਹੋਏ, 10 ਜੋਤਾਂ ਨੇ ਜਿਹੜੀਆਂ ਉਹ ਹੋਈਆਂ ਨੇ ਗੁਰੂ ਸਾਹਿਬਾਨ ਦੀਆਂ, ਹੈ ਨਾ, ਪਹਿਲੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ।
ਫਿਰ ਉਹਨਾਂ ਨੇ ਆਪਣੇ ਹੁੰਦੇ ਸਾਰਾ ਕੁਝ ਕਰ ਦਿੱਤਾ ਜੀ। ਜੇ ਤਾਂ ਗੁਰੂ ਗੋਬਿੰਦ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਨਾ ਦੇ ਕੇ ਗਏ ਹੁੰਦੇ, ਫਿਰ ਆਪਾਂ ਮੰਨਦੇ ਵੀ ਹਾਂ ਦਸਮ ਗ੍ਰੰਥ ਵੀ ਉਨਾ ਹੀ ਇੰਪੋਰਟੈਂਟ ਹੈ ਜਿੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਰਾਬਰ ਪ੍ਰਕਾਸ਼ ਹੋਣਾ ਚਾਹੀਦਾ। ਜਦ ਉਹ ਤਾਂ ਮਤਲਬ ਜੇ ਉਹਨਾਂ ਨੇ ਕਰਨੀ ਹੁੰਦੀ, ਉਹਨਾਂ ਨੂੰ ਲੱਗਦਾ ਹੁੰਦਾ ਉਹ ਆਪਣਾ ਵਿੱਚ ਬਾਣੀ ਦਰਜ ਆਪਣੀ ਕਰਦੇ ਹੀ ਨਾ। ਇਹ ਤਾਂ ਗੱਲ ਮੰਨਣੀ ਚਾਹੀਦੀ ਹੈ ਨਾ। ਦੇਖੋ ਸਾਡਾ ਆਪਣਾ ਸਾਨੂੰ ਦਿੱਤਾ ਗ੍ਰੰਥ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਹੁੰਦਿਆਂ, ਕੋਈ ਵੀ ਹੋਰ ਤੁਸੀਂ ਆਪਣਾ ਜੂਡਾਇਜ਼ਮ ਹੈ, ਕ੍ਰਿਸਚੈਨਿਟੀ ਹੈ, ਇਸਲਾਮ ਹੈ, ਕਿਸੇ ਵੀ ਧਰਮ ਦਾ ਗ੍ਰੰਥ ਹੈ ਜਿਹੜਾ ਉਹਦੇ ਫਾਊਂਡਰਸ ਦੇ ਹੁੰਦਿਆਂ ਨਹੀਂ ਕੰਪਾਈਲ ਹੋਇਆ। ਕੁਰਾਨ ਸ਼ਰੀਫ ਵੀ ਤਕਰੀਬਨ ਹਜ਼ਰਤ ਮੁਹੰਮਦ ਸਾਹਿਬ ਦੇ 150 ਸਾਲ ਬਾਅਦ ਹੋਇਆ। ਇਦਾਂ ਹੀ ਮਤਲਬ ਬਾਈਬਲ ਬਾਰੇ ਵੀ ਕਹਿੰਦਾ ਸੇਂਟ ਪੌਲ ਨੇ ਆ ਕੇ ਟੈਸਟਾਮੈਂਟ ਹੈ ਚਾਹੇ ਨਿਊ ਹੈ, ਇਹ ਸਾਰੇ ਮਗਰੋਂ ਮਤਲਬ ਉਹਨਾਂ ਸੰਤਾਂ ਮਹਾਤਮਾਵਾਂ ਨੇ ਕੰਪਾਈਲ ਕੀਤੇ ਆ। ਤੇ ਸਿੱਖ ਧਰਮ ਦਾ ਗ੍ਰੰਥ ਵੀ ਅਜਿਹਾ ਗ੍ਰੰਥ ਹੈ ਜਿਹੜਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਹੱਥੀਂ ਤਿਆਰ ਕੀਤਾ ਤੇ ਸਾਰੀ ਉਹਨੂੰ ਤਰਤੀਬ ਵੀ ਦਿੱਤੀ ਹੈ, ਲਿਖਾਇਆ ਵੀ ਆਪ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਕਰਕੇ ਫਿਰ ਆਪਣੇ ਜਿਉਂਦੇ ਜੀ ਪਰੰਪਰਾ ਦੇ ਅਨੁਸਾਰ ਮੱਥਾ ਟੇਕ ਕੇ ਨਾਰੀਅਲ ਚੜਾ ਕੇ ਪਰਿਕਰਮਾ ਕਰਕੇ ਗੁਰਗੱਦੀ ਉਹਨੂੰ ਦਿੱਤੀ। ਬਿਲਕੁਲ ਡਾਕਟਰ ਸਾਹਿਬ, ਜਿਹੜੀਆਂ ਤੇ ਸਾਡਾ ਕੇਂਦਰੀ ਜਿਹੜਾ ਸਥਾਨ ਹੈ, ਮੈਂ ਦੂਜੀ ਗੱਲ ਕਰ ਰਹੀ ਸੀ, ਉਹ ਸਾਡਾ ਦਰਬਾਰ ਸਾਹਿਬ ਹੈ। ਉੱਥੇ ਦੀ ਪਰੰਪਰਾ ਜਿਹੜੀ ਹੈ ਉਹ ਮਤਲਬ ਹੈਗੀ ਕਿ ਉੱਥੇ ਪ੍ਰਕਾਸ਼ ਹੋਇਆ ਦਸਮ ਗ੍ਰੰਥ ਨਹੀਂ ਹੋਇਆ, ਉੱਥੇ ਨਹੀਂ ਹੋਇਆ। ਪਰ ਉੱਥੇ ਕਈ ਕੁਝ ਗਲਤ ਵੀ ਹੋ ਰਿਹਾ ਜਿਹੜਾ ਹੁਣ ਮੌਜੂਦਾ ਦੌਰ ਦਾ ਸਿਸਟਮ ਦੀ ਭੇਟ ਚੜ ਗਿਆ। ਇਹ ਹੈ ਨਾ, ਦੇਖੋ ਇਹ ਅਕਾਲੀ ਮੋਰਚਾ ਕਿਉਂ ਚੱਲਿਆ ਸੀਗਾ ਸਾਰਾ, ਉਹ ਇਸੇ ਕਰਕੇ ਚੱਲਿਆ ਸੀ ਨਾ। ਉਹ ਗੁਰਦੁਆਰਿਆਂ ਦੇ ਉੱਤੇ ਤਾਂ ਸਾਰੇ ਤੇ ਮਹੰਤਾਂ ਦਾ ਕਬਜ਼ਾ ਸੀ, ਅੰਗਰੇਜ਼ਾਂ ਨੂੰ ਉਹ ਸੂਟ ਹੁਣ ਨਵੇਂ ਰੂਪ ਚ ਮਹੰਤ ਆ ਕੇ ਬੈਠ ਗਏ, ਜਦੋਂ ਨਵੇਂ ਰੂਪ ਦੇ ਵਿੱਚ ਆ ਕੇ ਬੈਠ ਗਏ। ਬਿਲਕੁਲ। ਤੇ ਉਹਦੇ ਤਾਂ ਹੀ ਤਾਂ ਜਿਹੜਾ ਹੈਗਾ ਸਿੱਖ ਨੂੰ ਸੱਜ ਜਾਗਤ ਰਹਿਣ ਦੀ ਪ੍ਰੇਰਨਾ ਕਿਉਂ ਕੀਤੀ ਹੈ, ਇਸੇ ਕਰਕੇ ਕੀਤੀ ਹੈ ਨਾ ਕਿ ਤੁਸੀਂ ਆਪਣੇ ਸਿਧਾਂਤ ਦੇ। ਮੈਂ ਡਾਕਟਰ ਸਾਹਿਬ ਦੋ ਨੁਕਤੇ ਕਿਉਂਕਿ ਤੁਹਾਡੇ ਕੋਲ ਆਏ, ਕਿਉਂਕਿ ਤੁਸੀਂ ਮੌਜੂਦਾ ਦੌਰ ਦੇ ਵਿਦਵਾਨ ਹੋ ਔਰ ਗੁਰੂ ਗ੍ਰੰਥ ਸਾਹਿਬ ਚੇਅਰ ਦੇ ਹੈੱਡ ਵੀ ਰਹੇ ਹੋ, ਮੁਖੀ ਰਹੇ ਹੋ। ਮੈਂ ਦੋ ਚੀਜ਼ਾਂ ਦਾ ਤੁਹਾਡੇ ਨਾਲ ਖਾਸ ਕਰਕੇ ਜ਼ਿਕਰ ਇਸ ਕਰਕੇ ਕੀਤਾ। ਇੱਕ ਤਾਂ ਚਲੋ ਆਪਾਂ ਛੱਡ ਦਿੰਦੇ ਆ, ਜਿੱਦਾਂ ਨਾਮਧਾਰੀਆਂ ਦੀ ਪਰੰਪਰਾ ਆ, ਉਹਨਾਂ ਦਾ ਸਾਡੇ ਨਾਲੋਂ ਬੜੇ ਵੱਖਰੇਵੇਂ ਆ। ਉਹ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੀ ਤਾਂ 11ਵਾਂ 12ਵਾਂ ਚੱਲ ਪਏ, ਤੇ ਉਹ ਅਜੇ ਵੀ ਆਪਣੇ ਕਈ ਤਰ੍ਹਾਂ ਦੇ ਪਖੰਡ ਅਗਨੀ ਦੇ ਦੁਆਲੇ ਕਰਨਾ ਜਾਂ ਕਰਨਾ, ਪੂਰਨ ਉਹਨਾਂ ਨੂੰ ਸਿੱਖੀ ਦਾ ਸਰੂਪ ਜ਼ਰੂਰ ਆ, ਸਿੱਖੀ ਪਰ ਡੀਵੀਏਸ਼ਨ ਬਹੁਤ ਹੈ। ਹਾਂ, ਉਹਨਾਂ ਦਾ ਬਹੁਤ ਜ਼ਿਆਦਾ ਫਰਕ ਆ। ਉਹਨਾਂ ਤੇ ਸਾਨੂੰ ਕੋਈ ਗਿਲਾ ਵੀ ਨਹੀਂ, ਇਤਰਾਜ਼ ਵੀ ਨਹੀਂ। ਨਿਰੰਕਾਰੀਆਂ ਤੇ ਸਾਨੂੰ ਕੋਈ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੇ ਪਰੰਪਰਾ ਆਪਣੀ ਚਲਾ ਲਈ। ਰਾਧਾ ਸਵਾਮੀਆਂ ਤੇ ਵੀ ਨਹੀਂ ਹੋਣਾ ਚਾਹੀਦਾ। ਪਰ ਜਿਹੜੇ ਖਾਸ ਕਰਕੇ ਦਮਦਮੀ ਟਕਸਾਲ ਜਾਂ ਨਿਹੰਗ ਸਿੰਘ ਜਥੇਬੰਦੀਆਂ ਨੇ, ਜਿਹੜੀਆਂ ਆਪਣੇ ਆਪ ਨੂੰ ਬਿਲਕੁਲ ਸੱਚੇ ਸਰੂਪ ਚ ਸਿੱਖ ਹੀ ਮੰਨਦੀਆਂ ਨੇ ਤੇ ਹੋਰ ਕਿਤੇ ਉਹਨਾਂ ਦੀ ਆਸਥਾ ਨਹੀਂ, ਤੇ ਉਹ ਬੜੀਆਂ ਪ੍ਰਾਤਨ ਵੀ ਨੇ ਨਾਲੇ। ਉਹ ਤੇ ਕਹਿੰਦੇ ਕਿ ਸਾਡੀ ਜਿੱਦਾਂ ਗੁਰੂ ਤੱਕ ਲੈ ਜਾਂਦੇ। ਹਾਂਜੀ, ਦਮਦਮੀ ਟਕਸਾਲ ਵਾਲੇ ਵੀ ਬੜੀ ਦੂਰ ਤੱਕ ਖੜਦੇ ਆ, ਔਰ ਨਿਹੰਗ ਸਿੰਘ ਜਥੇਬੰਦੀਆਂ ਵੀ ਗੁਰੂ ਹਰਗੋਬਿੰਦ ਸਾਹਿਬ ਤੋਂ ਸ਼ੁਰੂ ਕਰਦੇ ਆਪਣੇ ਆਪ ਨੂੰ। ਟਕਸਾਲ ਬਾਰੇ ਬਹੁਤ ਲਿਟਰੇਚਰ ਆ ਗਿਆ, ਪੜ੍ਹ ਕੇ ਵੇਖ ਲਿਓ। ਆਪਾਂ ਹੁਣ ਇੱਥੇ ਸਟੇਜ ਤੋਂ ਨਹੀਂ ਗੱਲ ਕਰਦੇ, ਐਵੇਂ ਗੱਲ ਪਾਉਣ ਵਾਲੀ ਗੱਲ ਹੈ। ਬਹੁਤ ਕੁਝ ਉੱਥੇ ਆਇਆ ਵੀ ਕਿੱਥੋਂ ਕਿਵੇਂ ਸ਼ੁਰੂ ਹੋਈ, ਕੀ ਗੱਲ ਹੈਗੀ ਹੈ ਸਾਰੀ। ਉਹ ਤੇ ਫਿਰ ਮਨੌਤਾਂ ਜਾਂ ਮਨ ਘੜਤ ਕਹਾਣੀਆਂ ਡਾਕਟਰ ਸਾਹਿਬ ਜੋ ਮਰਜ਼ੀ ਕੋਈ ਜੋੜ ਦੇਵੇ। ਪਰ ਉਦੋਂ ਦੁੱਖ ਹੁੰਦਾ ਹੈ ਕਿ ਜਿਹੜੀਆਂ ਇਹ ਜਥੇਬੰਦੀਆਂ ਨੇ, ਜਿਹੜੀਆਂ ਸਿੱਖ ਧਰਮ ਦਾ ਇੱਕ ਪਾਸੇ ਕਹਿੰਦੇ ਕਿ ਅਸੀਂ ਪੂਰਨ ਸਿੱਖੀ 'ਚ ਵਿਸ਼ਵਾਸ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਸਾਡਾ ਉਹ ਈਸਟ ਹੈ, ਤੇ ਉਸ ਤੋਂ ਇਲਾਵਾ ਜਦੋਂ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਘਸੋੜ ਦਿੰਦੇ ਨੇ ਨਾ, ਫਿਰ ਇਹ ਥੋੜਾ ਜਿਹਾ ਜਿਹੜਾ ਉਹ ਮੈਂ ਅੱਗੇ ਵੀ ਕਹਿਣੀ ਹੁੰਦੀ ਹਾਂ ਕਿ ਗੁਰੂ ਘਰ ਦੇ ਵਿੱਚ ਜਿਵੇਂ ਹੁਣ ਆਪਾਂ ਹੁਣੀ ਇਹਦੇ ਵਿੱਚ ਬਾਬਾ ਪ੍ਰਿਥੀ ਚੰਦ ਦੀ ਗੱਲ ਕਰ ਰਹੇ ਸੀ, ਦਸਤਾਰ ਲਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਜਿਹੜਾ ਹੁਣ ਬਾਬਾ ਸ੍ਰੀ ਚੰਦ ਨੇ ਉਹ ਸੰਨਿਆਸੀ ਬਣ ਜਾਂਦੇ ਨੇ, ਜਦ ਕਿ ਗੁਰੂ ਨਾਨਕ ਦੇਵ ਤਾਂ ਗ੍ਰਸਤ ਦੀ ਉਹ ਪ੍ਰਧਾਨਗੀ ਦੀ ਗੱਲ ਕਰਦੇ ਆ। ਤੇ ਇਹ ਜਿਹੜੀਆਂ ਗੁਰੂ ਘਰ ਦੀਆਂ ਵਿਰੋਧੀ, ਦੇਖੋ ਜਿਹੜਾ ਸਿਸਟਮ ਬਣਿਆ ਹੋਇਆ ਸੀ ਉਹਨੂੰ ਤੋੜਨਾ ਕੋਈ ਇੰਨਾ ਸੌਖਾ ਨਹੀਂ ਸੀ, ਬਹੁਤ ਔਖਾ ਸੀ। ਤੇ ਕੋਈ ਵੀ ਹੁਣ ਵੀ ਤੁਸੀਂ ਦੇਖ ਲਓ ਵੀ ਕਿੱਥੇ ਕੋਈ ਮਾੜੀ ਜਿਹੀ ਇੰਨੀ ਕੁ ਗੱਲ ਕਹੋ ਕੌਣ ਬਰਦਾਸ਼ਤ ਕਰਦਾ, ਕੋਈ ਨਹੀਂ ਕਰਦਾ ਹੈਗਾ। ਤੇ ਸਗੋਂ ਉਹ ਜਿਹੜੀਆਂ ਹੁਣ ਸਾਰੀਆਂ ਗੱਲਾਂ ਉਹ ਗੁਰੂ ਨਾਨਕ ਸਾਹਿਬ ਨੇ ਕੀਤੀਆਂ, ਇੱਕ ਨਵੀਂ ਚੀਜ਼ ਦੇਣ ਦੀ ਕੋਸ਼ਿਸ਼ ਕੀਤੀ, ਮਨੁੱਖ ਦੀ ਬਰਾਬਰੀ ਦੀ ਗੱਲ ਕੀਤੀ, ਸਾਰਿਆਂ ਨੂੰ ਇੱਕੋ ਜਿਹਾ ਮੰਨਿਆ, ਹਰ ਇੱਕ ਨੂੰ ਆਪਣਾ ਮਤਲਬ ਨਾਮ ਸਿਮਰਨ ਦਾ ਅਧਿਕਾਰ ਦਿੱਤਾ ਗਿਆ, ਅਧਿਆਤਮਕਤਾ ਦਾ ਹਰ ਇੱਕ ਮਨੁੱਖ ਦਾ ਇੱਕੋ ਜਿਹਾ ਹੱਕ ਹੈ। ਉਹ ਗੱਲਾਂ ਕਿੱਥੋਂ ਬਰਦਾਸ਼ਤ ਹੁੰਦੀਆਂ ਸੀ? ਇਹ ਜਿਹੜੀ ਇਸ ਚੀਜ਼ ਨੂੰ ਤੋੜਨ ਲਈ ਦੇਖੋ ਪੋਲੀਟੀਕਲੀ ਵੀ ਹੈ ਨਾ, ਤੇ ਮਤਲਬ ਰਿਲੀਜੀਅਸਲੀ ਵੀ ਉਹ ਤੋੜਨ ਦੀ ਜਾਂ ਪੈਨੀਟ੍ਰੇਸ਼ਨ ਕਰਨ ਦੀ ਗੱਲ ਕੀਤੀ ਜਾਂਦੀ ਹੈ ਨਾ। ਹੁਣ ਇੱਕ ਪੰਥ ਤੇ ਇੱਕ ਗ੍ਰੰਥ ਵਾਲੀ ਜਿਹੜੀ ਗੱਲ ਹੈ, ਜਦੋਂ ਉਹ ਸਾਨੂੰ ਗੁਰੂ ਵੱਲੋਂ ਦਿੱਤੀ ਗਈ ਹੈ, ਉਹਨੂੰ ਤੋੜਨ ਦੇ ਲਈ ਇੰਨਾ ਕੁਛ ਫਿਰ ਬਹੁਤ ਕੁਛ ਹੋ ਸਕਦਾ ਹੈ ਨਾ, ਬੜਾ ਸੌਖਾ। ਅੱਛਾ, ਜਿਹੜੇ ਹੁਣ ਸਵਈਏ ਆ, ਚਲੋ ਇਹਨਾਂ ਤੇ ਥੋੜੀ ਜਿਹੀ ਹੋਰ ਕੋਈ ਗੱਲ ਜਿਹੜੀ ਰਹਿੰਦੀ ਆਪਾਂ ਉਹ ਕਰ ਲਈਏ। ਜਿਹੜੇ ਸਵਈਏ ਆ, ਇਹ ਗੁਰੂ ਸਾਹਿਬ ਜਿਹੜੇ ਫਿਜ਼ੀਕਲ ਰੂਪ 'ਚ ਸਾਡੇ ਸਾਹਮਣੇ ਆ, ਇੱਕ ਤੇ ਉਹਨਾਂ ਦੀ ਉਸਤਤ ਹੈ ਕਿ ਵੱਖ-ਵੱਖ ਗੁਰੂ ਸਾਹਿਬਾਂ ਦੇ ਨਾਂ ਲਿਖ ਕੇ ਉਹਨਾਂ ਨੇ ਗੱਲ ਕੀਤੀ ਆ। ਦੂਸਰਾ ਅਸੀਂ ਇਹ ਮੰਨਦੇ ਕਿ ਸਿਧਾਂਤਕ ਤੌਰ ਤੇ
ਜਿਹੜੀ ਗੁਰੂ ਘਰ ਦੀ ਪਰੰਪਰਾ ਆ ਉਹਦਾ ਵਿਖਿਆਨ ਹੈ ਕਿਸਮ ਦਾ ਵਿਖਿਆਨ ਕੀਤਾ ਹੋਇਆ ਕਿ ਕਿਸ ਤਰੀਕੇ ਨਾਲ ਜੋਤ ਜਿਹੜੀ ਆ ਇੱਕ ਗੁਰੂ ਤੋਂ ਦੂਜਿਆਂ ਚ ਟ੍ਰਾਂਸਫਰ ਹੁੰਦੀ ਆ ਤੇ ਉਹ ਉਹਨਾਂ ਦਾ ਹੀ ਇੱਕ ਹਿੱਸਾ ਨੇ, ਉਹਨਾਂ ਨੂੰ ਅਲੱਗ ਨਹੀਂ, ਉਹ ਉਹਨਾਂ ਦੀ ਦੇਹ ਬਦਲ ਗਈ ਆ, ਦੇਹ ਬਦਲ ਗਈ ਆ, ਪਰ ਉਹਨਾਂ ਦੀ ਜੋਤ ਹੈ, ਦੇਵੀ ਜੋਤ ਇੱਕ ਹੈ। ਇਹ ਮਤਲਬ ਬੇਸਿਕ ਜਿਹੜੇ ਕਨਸੈਪਟ ਨੇ ਉਹਨਾਂ ਨੂੰ ਇਹਨਾਂ ਨੇ ਉਭਾਰਿਆ। ਹਾਂਜੀ ਹਾਂਜੀ, ਇਹ ਹੁਣ ਇਹ ਕੀ ਕਹਿੰਦੇ ਹੁੰਦੇ ਨੇ ਉਹ ਅਗਲੇ ਸਵਈਏ ਦੇ ਵਿੱਚ ਵੀ ਲਿਖਿਆ ਹੋਇਆ ਇਹ ਕਿ ਸਿਮਰੋ ਸੋਈ ਪੁਰਖ ਅਚਲ ਅਬਿਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ। ਉਹ ਅਕਾਲ ਪੁਰਖ ਦੀ ਮਤਲਬ ਆਰਾਧਨਾ ਕਰਨ ਦੀ ਗੱਲ ਕੀਤੀ ਹੋਈ ਹੈ। ਸਤਿਗੁਰ ਚਰਨ ਕਮਲ ਰਿਦ ਧਾਰਮ ਗੁਰੂ ਅਰਜਨ ਗੁਣ ਸਹਿਜ ਵਿਚਾਰਮ ਗੁਰੂ ਰਮਦਾਸ ਘਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਬਖਾਣਿਓ ਭਗਤ ਜੋ ਕੋ ਜੈਤਵਾਰ ਹਰ ਜਨ ਕੋ ਪਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ। ਦੇਖੋ ਹੁਣ ਇਹ ਸ਼ਬਦ ਗੁਰੂ ਦੇ ਪ੍ਰਕਾਸ਼ਨ ਦੀ ਗੱਲ ਕਰਦੇ ਆ, ਤੁਸੀਂ ਦੇਖੋ ਵੀ ਕਿਉਂਕਿ ਉਹਨਾਂ ਨੇ ਪ੍ਰਤੱਖ ਗੁਰੂ ਦੇ ਦਰਸ਼ਨ ਵੀ ਕੀਤੇ ਨੇ, ਉਹਨਾਂ ਦੇ ਵਿਜ਼ਨ ਨੂੰ ਉਹਨਾਂ ਨੇ ਜਿਹਨੂੰ ਕਹਿ ਲਓ ਵੀ ਆਤਮਸਾਤ ਕੀਤਾ ਭੱਟਾਂ ਨੇ, ਹੈ ਨਾ, ਤੇ ਫਿਰ ਉਹਦਾ ਵਰਣਨ ਸਵਈਆਂ ਦੇ ਵਿੱਚ ਕੀਤਾ। ਹੁਣ ਉਹ ਤਾਂ ਇਸ ਗੱਲ ਨੂੰ ਪਛਾਣਦੇ ਨੇ ਕਿ ਗੁਰੂਆਂ ਨੇ ਜਿਹੜਾ ਹੈਗਾ ਸ਼ਬਦ ਦਾ ਪ੍ਰਕਾਸ਼ ਕੀਤਾ, ਸ਼ਬਦ ਦੇ ਰਾਹੀਂ ਚਾਨਣ ਹੈ ਜਿਹੜਾ। ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ, ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਆ, ਹੈ ਨਾ। ਗੁਰੂ ਰਾਮਦਾਸ ਅਮਰਦਾਸ ਦੀ ਵੀ ਗੱਲ ਕਰਤੀ, ਗੁਰੂ ਅੰਗਦ ਦੇਵ ਜੀ ਦੀ ਵੀ ਗੱਲ ਕਰਤੀ ਕਿ ਗੁਰੂ ਨਾਨਕ ਦੇ ਨਾਲ ਲੱਗ ਕੇ ਕਿਸ ਤਰ੍ਹਾਂ ਉਹਨਾਂ ਨੇ ਗੁਰੂ ਨਾਨਕ ਦੇ ਨਾਲ ਗੁਰੂ ਅੰਗਦ ਦੇਵ ਤੇ ਗੁਰੂ ਅੰਗਦ ਦੇਵ ਦੇ ਨਾਲ ਗੁਰੂ ਅਮਰਦਾਸ ਉਹਨਾਂ ਨੇ ਜੋਤ ਹੈ ਜਿਹੜੀ ਉਹ ਜੋਤ ਦਾ ਪ੍ਰਕਾਸ਼ਨ ਉਹਨਾਂ ਦੇ ਰਾਹੀਂ ਉਹਨਾਂ ਦੇ ਵਿੱਚ ਹੋਇਆ। ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉੱਤਰ ਆਏ। ਹੁਣ ਇੱਥੇ ਮਤਲਬ ਭਗਤ ਕਿਹਾ ਗੁਰੂ ਅਰਜਨ ਦੇਵ ਨੂੰ ਕਿ ਗੁਰੂ ਰਾਮਦਾਸ ਦੇ ਘਰ ਗੁਰੂ ਅਰਜਨ ਦੇਵ ਹੈ ਜਿਹੜਾ ਉਹ ਭਗਤ ਉੱਤਰ ਕੇ ਆਇਆ। ਸਾਰੀ ਬਾਣੀ ਦੇ ਵਿੱਚ ਉਹਨਾਂ ਨੇ ਮਤਲਬ ਜਿਹੜੇ ਸਵਈਏ ਨੇ ਨਾ ਉਹਨਾਂ ਦੀ ਜੋ ਗੁਰੂ ਸਾਹਿਬਾਨ ਦੀ ਵੀ ਉਸਤਤ ਕੀਤੀ ਹੈ ਉਹ ਇਸੇ ਵੇਲੇ ਤੋਂ ਕੀਤੀ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਸੰਸਾਰ ਨੂੰ ਬਾਣੀ ਦੇ ਰਾਹੀਂ ਸ਼ਬਦ ਦੇ ਰਾਹੀਂ ਗਿਆਨ ਦਾ ਚਾਨਣ ਵੰਡਿਆ, ਕਿਵੇਂ ਮਤਲਬ ਸ਼ਬਦ ਦੇ ਰਾਹੀਂ ਲੋਕਾਂ ਨੂੰ ਉੱਚਾ ਚੱਕਿਆ ਤੇ ਕਿਸ ਤਰ੍ਹਾਂ ਉਹ ਸਾਰਾ ਮਤਲਬ ਥੋੜਾ ਜਿਹਾ ਦਵੰਦ ਜਾਂ ਸ਼ੰਕਾ ਕਦੀ ਉੱਪਰ ਹੁੰਦੀ ਹੈ ਜਦੋਂ ਆਪਾਂ ਇਹ ਗੱਲ ਸੁਣਦੇ ਹਾਂ ਕਈ ਰਾਗੀ ਢਾਡੀਆਂ ਕੋਲੋਂ ਵੀ ਕਿ ਜਿਹੜੇ ਸਵਈਏ ਨੇ ਜਾਂ ਜਿਹੜੀ ਇਹ ਭੱਟ ਸਾਹਿਬਾਨ ਦੀ ਬਾਣੀ ਆ ਇਹ ਗੁਰੂ ਸਾਹਿਬ ਦੀ ਉਸਤਤ ਤੇ ਹੀ ਲਿਖੀ ਗਈ ਆ। ਤੇ ਜਦੋਂ ਆਪਾਂ ਇਹ ਕਹਿੰਦੇ ਆ ਕਿ ਨਿਰਗੁਣ ਵਾਲੀ ਤੁਸੀਂ ਗੱਲ ਦੱਸਦੇ ਹੁੰਦੇ ਹੋ ਹਮੇਸ਼ਾ ਕਿ ਸਿੱਖ ਧਰਮ ਦੀ ਬੇਸਿਕ ਫਿਲਾਸਫੀ ਇਹ ਆ ਕਿ ਕੋਈ ਪੱਥਰ ਦੀ ਮੂਰਤੀ ਰੱਬ ਨਹੀਂ ਹੋ ਸਕਦੀ, ਉਹ ਅਕਾਲ ਮੂਰਤ ਹੈ, ਜਿੱਦਾਂ ਸ਼ੁਰੂ 'ਚ ਹੀ ਸਾਨੂੰ ਦੱਸਿਆ ਗਿਆ ਕਿ ਉਹਦੀ ਕੋਈ ਸਰੂਪ ਨਹੀਂ ਹੈ, ਉਹ ਜੀਵਨ ਮਰਨ ਦੇ ਚੱਕਰ 'ਚ ਨਹੀਂ ਪੈਂਦਾ। ਆਪਾਂ ਇਹ ਚੀਜ਼ਾਂ ਮੰਨ ਕੇ ਚੱਲਦੇ ਹਾਂ। ਤੇ ਦੂਜੇ ਪਾਸੇ ਜਦੋਂ ਉਹਨਾਂ ਨੂੰ ਗੁਰੂ ਸਾਹਿਬਾਂ ਨੂੰ ਇੱਕ ਪਾਸੇ ਉਹ ਅਗੰਮੀ ਜੋਤ ਦੱਸ ਦਿੰਦੇ ਅਸੀਂ ਜਾਂ ਇਹ ਕਹਿ ਦਿੰਦੇ ਆ ਕਿ ਉਹ ਰੱਬ ਦਾ ਰੂਪ ਆ ਜਿਹੜਾ ਧਾਰ ਕੇ ਆਏ ਨੇ, ਉਹੀ ਹੀ ਕ੍ਰਿਸ਼ਨ ਸੀ ਜਿੱਦਾਂ ਤੁਸੀਂ ਦੱਸਿਆ, ਉਹੀ ਰਾਮ ਸੀ, ਤੇ ਫਿਰ ਥੋੜਾ ਜਿਹਾ ਕਨਫਿਊਜ਼ਨ ਨਹੀਂ ਹੁੰਦਾ ਕਿਤੇ? ਮਤਲਬ ਇਸ ਕਰਕੇ ਨਹੀਂ ਹੈਗੀ ਕਿਉਂਕਿ ਭੱਟ ਜਿਹੜੀ ਪਰੰਪਰਾ ਚੋਂ ਆਏ ਨੇ, ਆਫਟਰ ਆਲ ਉਹ ਬ੍ਰਾਹਮਣ ਪਰੰਪਰਾ ਚੋਂ ਜਾਂ ਰਿਸ਼ੀ ਪਰੰਪਰਾ ਚੋਂ ਆਏ ਨੇ, ਹਨਾ, ਉਹ ਆਪਣਾ ਈਡੀਅਮ ਲੈ ਕੇ ਨਾਲ ਚੱਲਦੇ ਆ। ਨਹੀਂ ਏਡੀਅਮ ਤੇ ਲੈ ਕੇ ਆਏ ਪਰ ਗੁਰੂ ਸਾਹਿਬਾਨ ਨੇ ਆਪਾਂ ਜਦੋਂ ਕਹਿੰਦੇ ਆ ਨਾ ਸਾਹਿਬਾਨ ਦਾ ਪ੍ਰਤੱਖ ਰੂਪ ਇਸ ਕਰਕੇ ਮੰਨਦੇ ਆ ਕਿਉਂਕਿ ਉਹਨਾਂ ਦੇ ਵਿੱਚ ਉਹ ਜੋਤ ਹੈ ਜਿਹੜੀ ਉਹਦਾ ਪ੍ਰਕਾਸ਼ਨ ਹੋਇਆ। ਉਹ ਇਹ ਨਹੀਂ ਕਹਿੰਦੇ ਵੀ ਰੱਬ ਰੂਪ ਧਾਰ ਕੇ ਆਇਆ, ਉਹ ਇਹ ਕਹਿੰਦੇ ਵੀ ਉਹਦੀ ਜੋਤ ਦਾ ਪ੍ਰਕਾਸ਼ਨ ਹੋਇਆ। ਤੁਸੀਂ ਆਪਾਂ ਸਵਈਏ ਤੁਸੀਂ ਧਿਆਨ ਨਾਲ ਪੜ੍ਹ ਕੇ ਦੇਖੋ ਨਾ, ਸਾਰੀ ਗੱਲ ਜੋਤ ਪ੍ਰਕਾਸ਼ਨ ਦੀ ਉਹ ਕੀਤੀ ਹੋਈ ਹੈ। ਤੇ ਗੁਰੂ ਤਾਂ ਕਹਿੰਦੇ ਨੇ ਵੀ ਹਰ ਮਨੁੱਖ ਦੇ ਵਿੱਚ ਉਹ ਰੱਬੀ ਜੋਤ ਵਸਦੀ ਹੈ ਤੇ ਗੁਰਮੁਖ ਉਹਨੂੰ ਕਿਹਾ ਜਾਂਦਾ ਜਿਹੜਾ ਆਪਣੀ ਉਸ ਜੋਤ ਨੂੰ ਅਨੁਭਵ ਕਰ ਲੈਂਦਾ ਜਾਂ ਉਹਦੇ ਨਾਲ ਇੱਕ ਸੁਰ ਹੋ ਜਾਂਦਾ ਹੈ ਨਾ। ਜਿਹੜੇ ਸਿੱਖ ਰੈਵਲੇਸ਼ਨ ਦਾ ਵੀ ਸਿਧਾਂਤ ਜਿਹੜਾ ਹੈਗਾ ਨਾ ਉਹਦੇ ਵਿੱਚ ਇਹ ਦੱਸਿਆ ਹੋਇਆ ਕਿ ਮਨੁੱਖ ਦੇ ਵਿੱਚ ਇਹ ਕਪੈਸਿਟੀ ਹੈ ਕਿ ਉਹ ਉਸ ਜੋਤ ਦਾ ਅਨੁਭਵ ਕਰ ਸਕਦਾ ਹੈ। ਉਹਦਾ ਜਿਹੜੀ ਹੈਗੀ ਹੈ, ਦੇਖੋ ਜਿਹੜਾ ਹੈ ਨਾ ਗੁਰਮਤਿ ਦਾ ਸਿਧਾਂਤ ਉਹਦੇ ਵਿੱਚ ਰੱਬ ਦਾ ਥੱਲੇ ਆਉਣਾ ਨਹੀਂ ਮੰਨਿਆ ਗਿਆ। ਜਿਵੇਂ ਹੁਣ ਅਸੀਂ ਕੁਰਾਨ ਸ਼ਰੀਫ ਦੇ ਵਿੱਚ ਵੀ ਦੱਸਿਆ ਹੋਇਆ ਵੀ ਹਜ਼ਰਤ ਮੁਹੰਮਦ ਸਾਹਿਬ ਨੂੰ ਰੈਵਲੇਸ਼ਨ ਜਦੋਂ ਹੋਈ ਤਾਂ ਫਰਿਸ਼ਤਾ ਆਇਆ, ਉਹਨੇ ਕਿਹਾ ਪੜ੍ਹ ਕੀ ਲਿਖਿਆ, ਹੈ ਨਾ। ਇਸੇ ਤਰ੍ਹਾਂ ਜੇ ਅਸੀਂ ਭਾਰਤੀ ਪਰੰਪਰਾ ਨੂੰ ਦੇਖਦੇ ਹਾਂ ਤਾਂ ਉਹ ਕਹਿੰਦੇ ਆ ਵੀ ਮਤਲਬ ਰੱਬ ਹੈ ਜਿਹੜਾ ਸ੍ਰੀ ਕ੍ਰਿਸ਼ਨ ਦੇ ਰੂਪ ਦੇ ਵਿੱਚ ਜਿਵੇਂ 24 ਅਵਤਾਰ ਮੰਨੇ ਗਏ ਨੇ ਵਿਸ਼ਨੂੰ ਦੇ, ਤੇ ਉਹ ਵੀ ਵੱਖ-ਵੱਖ, ਉਹ ਕੋਈ ਦਰਖਤ ਵੀ ਹੋ ਸਕਦਾ ਹੈ, ਕੋਈ ਮਤਲਬ ਉਹ ਬਾਮਨ ਅਵਤਾਰ ਜਿਵੇਂ ਕਹਿੰਦੇ ਨੇ, ਮੱਛ ਕੱਛ, ਕਿੰਨੇ ਅਵਤਾਰ ਗਿਣੇ, ਕਿਸੇ ਵੀ ਰੂਪ ਦੇ ਵਿੱਚ ਰੱਬ ਧਰਤੀ ਤੇ ਆ ਸਕਦਾ ਹੈ। ਉਹਨਾਂ ਦੀ ਪਰੰਪਰਾ ਤੇ ਵੀ ਕਹਿੰਦੀ ਹੈ ਕਿ ਜਦੋਂ ਧਰਤੀ ਦੇ ਅਨਰਥ ਹੁੰਦਾ ਤੇ ਰੱਬ ਰੂਪ ਧਾਰ ਕੇ ਆਉਂਦਾ, ਰੱਬ ਰੂਪ। ਪਰ ਗੁਰਬਾਣੀ ਪਰ ਦੇਖੋ ਕਿੰਨੀ ਫਿਲਾਸਫੀ 'ਚ ਕਿੰਨੀ ਫੇਲਿਅਰ ਹੈ ਕਿ ਰੱਬ ਅਗਰ ਰੂਪ ਧਾਰ ਕੇ ਆ ਵੀ ਜਾਵੇ, ਉਹ ਖੇਤਰ 'ਚ ਆ ਗਿਆ, ਉਸ ਦੌਰ 'ਚ ਆਇਆ, ਤੇ ਬਾਕੀ ਦੁਨੀਆ ਵਰਲਡ ਕਿੰਨਾ ਸੰਸਾਰ ਦਾ ਪਸਾਰਾ, ਉੱਥੇ ਫਿਰ ਉਹਨਾਂ ਦੀ ਪਹੁੰਚ ਕਿਉਂ ਨਾ ਹੋਈ? ਨਹੀਂ, ਦੂਜੀ ਗੱਲ ਹੋਰ ਵੀ ਇਹ ਦੇਖੋ ਤੁਸੀਂ ਵੀ ਰੱਬ ਉੱਥੇ ਆਇਆ ਹੋਇਆ, ਕਿੰਨਾ ਅਸੀਂ ਵਡਿਆਉਂਦੇ ਹਾਂ, ਸਾਰਾ ਕੁਛ ਕਰਦੇ ਹਾਂ,
ਤੇ ਪਰ ਤੁਸੀਂ ਦੇਖੋ ਵੀ ਉਸ ਰੱਬ ਦੀ ਪ੍ਰੈਜ਼ੈਂਸ ਦੇ ਵਿੱਚ ਵੀ ਕਿਸੇ ਨੇ ਇਹ ਹਾਂ ਦਾ ਨਾਰਾ ਨਹੀਂ ਮਾਰਿਆ ਕਿ ਇੱਕ ਦਰਬਾਰ ਦੇ ਵਿੱਚ, ਉਹ ਵੀ ਜਿਹੜੀ ਤੁਹਾਡੀ ਰਿਲੇਟਡ ਔਰਤ ਹੈ, ਵੈਸੇ ਵੀ ਔਰਤ ਦੀ ਇੱਜ਼ਤ ਕਰਨੀ, ਦ੍ਰੋਪਦੀ ਦਾ ਚੀਰ ਕਿਉਂ ਹਰਨ ਕੀਤਾ ਜਾਂਦਾ ਹੈ ਨਾ। ਤੇ ਨਾਲੇ ਡਾਕਟਰ ਸਾਹਿਬ ਮੈਂ ਤਾਂ ਉਦਾਂ ਇੱਕ ਬਿਲਕੁਲ ਹੀ ਲੇਮੈਨ ਵਾਂਗੂ ਸੋਚਦਾ ਹਾਂ ਕਿ ਜੇ ਰੱਬ ਅੱਜ ਵੀ ਧਰਤੀ ਤੇ ਆ ਜੇ ਤੇ ਸਪੋਜ਼ ਕਰੋ ਵੀ ਰੱਬ ਭਾਰਤ ਦੇ ਕਿਸੇ ਕੋਨੇ 'ਚ ਆ ਗਿਆ ਆਪਣਾ ਰੂਪ ਧਾਰ ਕੇ, ਤੇ ਦੁਨੀਆ ਤੇ ਇੰਨਾ ਪਸਾਰਾ ਹੈ, ਸਾਡੇ ਯੂਰਪ ਵਾਲੇ, ਸਾਡੇ ਅਸੀਂ ਜਿੱਥੇ ਬੈਠੇ ਆ ਨਾਰਥ ਅਮਰੀਕਾ ਵਾਲੇ, ਅਸੀਂ ਤੇ ਫਿਰ ਰੱਬ ਤੋਂ ਵੀ ਹੁਣੇ ਹੋ ਜਾਾਂਗੇ, ਅਸੀਂ ਕਿੱਥੇ ਜਾਵਾਂਗੇ? ਇਹ ਪਰ ਹੁਣ ਜਿਹੜਾ ਗੁਰਬਾਣੀ ਦਾ ਸਿਧਾਂਤ ਹੈ, ਉਹ ਤਾਂ ਕਿਤੇ ਕਰਨਾਟਕਾ 'ਚ ਉਤਰਿਆ ਬੈਠਾ ਜਾਂ ਕਿਤੇ ਹੋਰ ਬੈਠਾ, ਜਿਹੜਾ ਗੁਰਬਾਣੀ ਦਾ ਸਿਧਾਂਤ ਹੈ ਉਹ ਰੱਬ ਦਾ ਥੱਲੇ ਆਉਣਾ ਨਹੀਂ ਮੰਨਦਾ। ਹਾਂ, ਉਹ ਜਿਹੜੀ ਰੈਵਲੇਸ਼ਨ ਹੈ ਉਹ ਰੱਬ ਤੋਂ ਮਨੁੱਖ ਤੱਕ ਦਾ ਮਾਰਗ ਨਹੀਂ ਹੈ, ਮਤਲਬ ਆਉਣਾ ਨਹੀਂ ਹੈ, ਉਹ ਮਨੁੱਖ ਦਾ ਰੱਬ ਤੱਕ ਪਹੁੰਚ ਹੈ। ਮਨੁੱਖ ਨੇ ਜਿਹੜਾ ਰੱਬ ਤੁਹਾਡੇ ਅੰਦਰ ਹੈ, ਹਾਂ, ਜਿਹੜਾ ਉਹਦੀ ਪਛਾਣ ਕਰਨੀ ਹੈ, ਉਹਦੀ ਪਛਾਣ ਕਰਨੀ ਹੈ, ਉਹਦਾ ਤੁਸੀਂ ਅਨੁਭਵ ਕਰਨਾ, ਉਹਦੇ ਅਕੋਰਡਿੰਗ ਫਿਰ ਤੁਸੀਂ ਉਹਦਾ ਜਿਹੜਾ ਅਨੁਭਵ ਕਰ ਲੈਂਦੇ ਹੋ, ਤਾਂ ਹੀ ਫਿਰ ਨਾ ਕੋ ਵੈਰੀ ਨਾ ਹੀ ਬਗਾਨਾ, ਜਿਹੜੀ ਆਪਾਂ ਗੱਲ ਸਗਲ ਸੰਗ ਹਮਕੋ ਬਣਾਈਏ ਤਾਂ ਫਿਰ ਤਾਂ ਹੀ ਬਣਦੀ ਹੈ ਨਾ, ਜੇ ਤੁਸੀਂ ਉਸ ਅਨੁਭਵ ਨੂੰ ਆਪਣੇ ਅੰਦਰ ਕਰਦੇ ਹੋ। ਡਾਕਟਰ ਸਾਹਿਬ ਜਿੱਦਾਂ ਅਸੀਂ ਪਿਛਲੀ ਵਾਰ ਸੱਤਰ ਬਲਵੰਤ ਦੀ ਵਾਰ 'ਚ ਜ਼ਿਕਰ ਕਰਦੇ ਸੀ ਨਾ, ਕੁਝ ਚੀਜ਼ਾਂ ਐਸੀਆਂ ਸੀਗੀਆਂ ਜਿਹੜੀਆਂ ਸਾਡੇ ਬਹੁਤ ਮੂੰਹ ਚੜੀਆਂ ਨੇ ਗੁਰਬਾਣੀ ਤੋਂ ਵੀ, ਮਤਲਬ ਹੈ ਤੇ ਵੀ ਗੁਰਬਾਣੀ ਕਿਉਂਕਿ ਸਾਡੇ ਦਰਜਾ ਗੁਰਬਾਣੀ ਹੈ ਵੀ ਸਾਡੇ, ਤੇ ਜਿਸ ਤਰ੍ਹਾਂ ਜਿੱਦਾਂ ਉਹ ਐਤੇ ਚ ਸ਼ਬਦ ਮੈਂ ਨਾ ਭਲੇ ਅਮਰਦਾਸ ਗੁਰ ਤੇਰੇ, ਕਿੰਨਾ ਸ਼ਬਦ ਪਾਪੂਲਰਲੀ ਅਸੀਂ ਵਰਤਦੇ ਆ, ਬਹੁਤ ਸਾਰੇ ਹੋਰ ਭੱਟਾਂ ਦੀ ਬਾਣੀ ਚੋਂ ਸ਼ਬਦ ਵੇਖ ਰਿਹਾ ਸੀਗਾ। ਨਹੀਂ ਤੁਸੀਂ ਦੇਖੋ ਕਮਾਲ ਦੀ ਗੱਲ ਹੈ, ਵਾਹਿਗੁਰੂ ਸ਼ਬਦ ਹੈ ਜਿਹੜਾ ਵਾਹਿਗੁਰੂ ਉਹ ਭੱਟਾਂ ਨੇ ਵਰਤਿਆ, ਤੇ ਜਿਹੜਾ ਸਾਡੇ ਲਈ ਅਸੀਂ ਜੇ ਹੁਣ ਨਾਮ ਸਿਮਰਨ ਵੀ ਕਰਦੇ ਹਾਂ ਅਸੀਂ ਵਾਹਿਗੁਰੂ ਵਾਹਿਗੁਰੂ ਕਹਿੰਦੇ, ਇਹ ਚੱਲ ਗੱਲ ਰਹਿ ਚੱਲੀ ਸਾਡੇ ਕੋਲ, ਹੋਵੇ ਸੁੱਖ ਦੀ ਘੜੀ ਹੋਵੇ ਅਸੀਂ ਵਾਹਿਗੁਰੂ ਦਾ ਨਾਮ ਲੈਂਦੇ ਆ, ਇਹ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ। ਤੁਸੀਂ ਦੇਖੋ ਜੇ ਉਹਨਾਂ ਦੇ ਵਿੱਚ ਕੋਈ ਗੱਲ ਸੀ ਜਾਂ ਉਹਨਾਂ ਦੀ ਬਾਣੀ ਗੁਰੂ ਸਾਹਿਬ ਨੇ ਇਸੇ ਕਰਕੇ ਤਾਂ ਦਰਜ ਕੀਤੀ ਇਹਨਾਂ ਵਿੱਚ, ਨਹੀਂ ਕਿਉਂ ਕਰਦੇ? ਅੱਛਾ ਡਾਕਟਰ ਸਾਹਿਬ ਬਹੁਤ ਸਾਰੇ ਵਿਦਵਾਨ ਕਹਿੰਦੇ ਆ ਕਿ ਵਾਹਿਗੁਰੂ ਸ਼ਬਦ ਜਿਹੜਾ ਇਹੋ ਭੱਟਾਂ ਵਾਲਾ ਤੇ ਚਲੋ ਮੰਨਦੇ ਆ ਪਿਆ ਗਿਆ ਗੁਰੂ, ਪਹਿਲਾਂ ਮੈਂ ਤੇ ਪੜ੍ਹਦਾ ਰਿਹਾ ਕਿ ਗੁਰੂ ਗ੍ਰੰਥ ਸਾਹਿਬ 'ਚ ਕਦੀ ਨਾਂ ਹੀ ਨਹੀਂ ਆਇਆ, ਪਰ ਹੁਣ ਮੈਂ ਜਦੋਂ ਭੱਟ ਬਾਣੀ ਦੇ ਬਾਰੇ ਇਸ ਵਕਤ ਤਿਆਰੀ ਕਰ ਰਹੀ ਸੀ ਤਾਂ ਉਹ 'ਚ ਮੈਂ ਵੇਖਿਆ ਕਿ ਵਾਹਿਗੁਰੂ ਸ਼ਬਦ ਭੱਟਾਂ ਦੀ ਦੇਣ ਆ। ਕੀ ਕਦੀ ਬਾਕੀ ਇਹਨਾਂ ਤੋਂ ਬਾਅਦ ਦੇ ਗੁਰੂ ਸਾਹਿਬ ਨੇ, ਜਿਸ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਨੇ ਬਾਣੀ ਸੰਕਲਪ ਕੀਤੀ ਆ, ਕੁਝ ਕੀਤਾ, ਉਹਨਾਂ ਨੇ ਇਹ ਸ਼ਬਦ ਕਿਤੇ ਰਿਪੀਟ ਕੀਤਾ? ਨਹੀਂ, ਜਦੋਂ ਭੱਟ ਦੇ ਕੇ ਗਏ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਬਾਣੀ, ਆਪਣੀ ਭੱਟਾਂ ਨੇ ਆਪ ਆਫਰ ਕੀਤੀਆਂ ਨਾ ਬਾਣੀ, ਉਹ ਤੇ ਉਦੋਂ ਤੱਕ ਤਾਂ ਬਾਣੀ ਰਚੀ ਜਾ ਚੁੱਕੀ ਸੀਗੀ, ਤੇ ਜਿਹੜਾ ਗੁਰੂ ਉਸ ਤੋਂ ਬਾਅਦ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਰਚੀ ਗਈ ਹੈ ਨਾ ਕੰਪਾਈਲੇਸ਼ਨ ਤੋਂ ਬਾਅਦ, ਜਦ ਕਿ ਗੁਰੂ ਅਰਜਨ ਪਾਤਸ਼ਾਹ ਦੀ ਬਾਣੀ 'ਚ ਵੀ ਵਾਹਿਗੁਰੂ ਸ਼ਬਦ ਨਹੀਂ ਹੈਗਾ, ਨਹੀਂ ਹੈਗਾ, ਨਹੀਂ ਜਾਂ ਤੋਂ ਪਹਿਲਾਂ ਵੀ ਨਹੀਂ ਸੀਗਾ, ਭੱਟਾਂ ਦੀ ਦੇਣ ਹੈ। ਤੇ ਵਾਹਿਗੁਰੂ ਸ਼ਬਦ ਵੈਸੇ ਮੈਨੂੰ ਲੱਗਦਾ ਸਿੱਖ ਸੰਗਤ ਦੇ ਸਿੱਖ ਪਰੰਪਰਾ ਦੇ ਵਿੱਚ ਕਿੰਨਾ ਪ੍ਰਚਲਿਤ ਹੋ ਗਿਆ, ਸਭ ਤੋਂ ਨੇੜੇ ਆ, ਸਭ ਤੋਂ ਨੇੜੇ ਆ। ਅਸੀਂ ਕੋਈ ਦੁੱਖ ਦੀ ਘੜੀ ਨਹੀਂ ਤਾਂ ਕਹਿੰਦੇ ਹੇ ਵਾਹਿਗੁਰੂ, ਹੇ ਸੱਚੇ ਪਾਤਸ਼ਾਹ, ਹੇ ਵਾਹਿਗੁਰੂ, ਅਸੀਂ ਇਹ ਸ਼ਬਦ ਇੱਕ ਬੜੀ ਵੱਡੀ ਦੇਣ ਹੈ ਜੀ ਇਹ ਭਗਤ ਜਨਾਂ ਦੀ, ਜੇ ਆਪਾਂ ਇਸ ਹਿਸਾਬ ਨਾਲ ਵੇਖੀਏ ਤਾਂ ਸੱਚਾ ਪਾਤਸ਼ਾਹ ਵੀ ਮਤਲਬ ਇਹ ਸਦੇ ਬਲਵੰਡ ਨੇ ਤੇ ਮਤਲਬ ਭੱਟਾਂ ਨੇ ਉਸ ਕਰਕੇ ਪਾਤਸ਼ਾਹ ਕਰਕੇ ਲਫ਼ਜ਼ ਹੈ ਜਿਹੜਾ ਉਹ ਵਰਤਿਆ ਹੋਇਆ ਹੈ ਨਾ। ਬਹੁਤ ਸਾਰੇ ਸਾਨੂੰ ਬੜੀਆਂ ਉਹ ਗੱਲਾਂ ਦੀ, ਜਿਹੜੀ ਹੁਣ ਜੋ ਤੋਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟਿਆ, ਇਹ ਕਿੰਨੀ ਵੱਡੀ ਸਤੇ ਬਲਵੰਡ ਨੇ ਮਤਲਬ ਗੱਲ ਕਹੀ ਹੈ ਨਾ। ਇਸੇ ਤਰ੍ਹਾਂ ਇੱਕ ਹੋਰ ਮੇਰੇ ਦਿਮਾਗ 'ਚ ਹੁਣ ਆ ਨਹੀਂ ਰਹੀ, ਗੁਰੂ ਭਲੇ ਗੁਰੂ ਅਮਰਦਾਸ ਗੁਣ ਤੇਰੇ, ਤੇ ਇੱਕ ਹੋਰ ਵੀ ਉਹਨਾਂ ਨੇ ਕੁਛ ਇਸ ਤਰ੍ਹਾਂ ਦੀ ਜਿਹੜੇ ਉਹਨਾਂ ਦੀ ਲਾਈਨਾਂ ਆਉਂਦੀਆਂ ਨੇ ਜਿਹੜੀਆਂ ਬਹੁਤ ਪਾਪੂਲਰ ਨੇ ਸਾਡੇ ਵਿੱਚ। ਹਾਂਜੀ, ਧੰਨ ਧੰਨ ਰਾਮਦਾਸ ਗੁਰੂ ਜੀ ਨੂੰ ਸਿਰਜਿਓ ਤੈਨੇ ਸਰਿਓ ਤੈਨੇ ਸਵਾਰਿਓ, ਇਹ ਬਹੁਤ ਪਾਪੂਲਰ ਹੈ। ਆਪਾਂ ਕਿਤੇ ਵੀ ਬੈਠਦੇ ਹਾਂ ਜਾਂ ਸੁਖਮਨੀ ਸਾਹਿਬ ਦੇ ਪਾਠ ਜਦੋਂ ਚੱਲ ਰਹੇ ਹੁੰਦੇ ਨੇ ਜੂਨ ਦੇ ਮਹੀਨੇ 'ਚ, ਉਦੋਂ ਇਹ ਆਮ ਹੀ ਆਪਣਾ ਮਤਲਬ ਪੜ੍ਹਿਆ ਜਾਂਦਾ ਹੈ ਨਾ ਜੀ। ਤੇ ਇਸੇ ਤਰ੍ਹਾਂ ਭਗਤਾਂ ਦੀ ਬਾਣੀ ਹੈ, ਭਗਤ ਕਬੀਰ ਦੇ, ਭਗਤ ਬਾਬਾ ਫਰੀਦ ਜੀ ਦੀ ਬਾਣੀ ਦੇ ਵਿੱਚੋਂ ਕਿੰਨਾ ਕੁਛ ਹੈ ਜਿਹੜਾ ਸਾਡੇ ਆਮ ਮੂੰਹ ਚੜਿਆ ਹੋਇਆ ਅਸੀਂ ਉਹਨਾਂ ਨੂੰ, ਜਿਵੇਂ ਇੱਕ ਕੋਈ ਤੁਸੀਂ ਕਹਿ ਲਓ ਮੁਹਾਵਰਾ ਵਰਤੀ ਦਾ, ਇਸ ਤਰ੍ਹਾਂ ਅਸੀਂ ਉਹਨਾਂ ਚੀਜ਼ਾਂ ਨੂੰ ਵਰਤਦੇ ਹਾਂ, ਤੇ ਇਹਦੇ ਨਾਲ ਜਿਹੜਾ ਹੈਗਾ ਸਾਡਾ ਭੰਡਾਰ ਹੈ ਬਹੁਤ ਕਿਤੇ ਨਾ ਕਿਤੇ। ਡਾਕਟਰ ਸਾਹਿਬ ਇੰਝ ਵੀ ਨਹੀਂ ਲੱਗਦਾ ਕਿ ਜਿਹੜੇ ਭਗਤ ਜਨਾਂ ਦੀ ਬਾਣੀ ਤੇ ਕੁਝ ਬੜੀ ਗੂੜ ਗਿਆਨ ਵਾਲੀ ਵੀ ਹੈ, ਜਿਸ ਤਰ੍ਹਾਂ ਅਸੀਂ ਦੂਜਿਆਂ ਦੀ ਦੇਖਦੇ ਆਏ ਆ, ਕਿਉਂਕਿ ਉਹ 'ਚ ਰਲਾ ਮਤਲਬ ਜਿਹੜੀ ਸਾਧ ਭਾਸ਼ਾ ਜਿਹਨੂੰ ਕਹਿੰਦੇ ਆ ਉਹਦਾ ਕਾਫੀ ਹੁੰਦਾ, ਤੇ ਉਹ ਕਈ ਸ਼ਬਦ ਬਹੁਤ ਔਖੇ ਆ, ਖਾਸ ਕਰਕੇ ਭੱਟਾਂ ਦੀ ਬਾਣੀ ਤੇ ਜਿਹੜੀ ਆ ਆਪਣੇ ਸੱਤਰ ਬਲਵੰਡ ਦੀ ਬਾਣੀ ਜਿਹੜੀ ਹੈ, ਉਹ ਮੈਨੂੰ ਐ ਲੱਗਦਾ ਕਿ ਜਿੱਦਾਂ ਬਹੁਤੀ ਸਰਲ ਹੈ ਤੇ ਸਿੱਧੀ ਸਿੱਧੀ ਗੱਲ। ਹਾਂ ਬਿਲਕੁਲ, ਤੁਹਾਡੇ ਐਨ ਅੰਦਰ ਉਤਰਦੀ ਹੈ ਗੱਲ। ਹਾਂਜੀ, ਤੁਹਾਨੂੰ ਮਤਲਬ ਉਹਨੂੰ ਕੈਪਚਰ ਕਰਨ ਦੇ ਵਿੱਚ ਜਾਂ ਉਹਨੂੰ ਆਪਣੇ ਅੰਦਰ ਆਤਮਸਾਤ ਕਰਨ ਲਈ ਤੁਹਾਨੂੰ
ਔਖਾ ਨਹੀਂ ਹੋਣਾ ਪੈਂਦਾ, ਬੜੇ ਆਰਾਮ ਨਾਲ ਉਹ ਬੜੀ ਕਿਸੇ ਗਿਆਨੀ ਕੋ ਜਾ ਕੇ ਸਮਝਣਾ ਨਹੀਂ ਪੈਂਦਾ, ਜਾਨੀ ਕਿ ਆਪ ਹੀ ਸਮਝ ਲੱਗ ਪੜ੍ਹਦੇ ਹੋ ਤੁਹਾਨੂੰ ਆਪਣੇ ਆਪ ਹੀ ਪਤਾ। ਵੈਸੇ ਤਾਂ ਕਿਹਾ ਜਾਂਦਾ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਪੜ੍ਹਨਾ ਸ਼ੁਰੂ ਕਰ ਦਿਓ, ਇੱਕ ਤੋਂ ਬਾਅਦ 2 3 4 ਵਾਰ ਜਦੋਂ ਤੁਸੀਂ ਰਗੜਾ ਪੜ੍ਹਦੇ ਹੋ ਤੇ ਤੁਹਾਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ। ਕਈ ਵਾਰ ਸਾਨੂੰ ਲੱਗਦਾ ਹੈ ਕਿ ਬਹੁਤ ਔਖਾ ਕੰਮ ਹੈ, ਨਹੀਂ ਕਿ ਇਹ ਜਦੋਂ ਅਸੀਂ ਆਪਣਾ ਤੁਸੀਂ ਰੋਜ਼ਮਰਾ ਦੇ ਇਹਦੇ ਵਿੱਚ ਪੜ੍ਹਦੇ ਹੋ, ਤੁਸੀਂ ਜਿਉਂ ਪੜ੍ਹਦੇ ਜਾਂਦੇ ਤਿਉਂ ਬੰਦੇ ਦੇ ਅੰਦਰ ਉਤਰ ਹੀ ਜਾਂਦੇ। ਦੇਖੋ ਗੁਰੂ ਸਾਹਿਬਾਨ ਨੇ ਜਿਹੜੀ ਬਾਣੀ ਰਚੀ ਉਹ ਮਨੁੱਖ ਨੂੰ ਸਾਹਮਣੇ ਰੱਖ ਕੇ ਰਚੀ ਹੈ ਨਾ, ਫਿਰ ਲੋਕਾਂ ਦੀ ਭਾਸ਼ਾ ਦੇ ਵਿੱਚ ਰਚੀ ਹੈ ਕਿ ਤਾਂ ਕਿ ਆਮ ਬੰਦਾ ਜਿਹੜਾ ਹੈਗਾ, ਕਿਉਂਕਿ ਉਦੋਂ ਪਹਿਲਾਂ ਜਿਹੜਾ ਗਿਆਨ ਸੀ ਉਹ ਸੀਮਤ ਸੀ, ਬੜਾ ਸੀਮਤ ਤੇ ਔਖੇ ਸੀ ਤੇ ਆਮ ਲੋਕਾਂ ਨੂੰ ਉਹਨੂੰ ਪੜ੍ਹਨ ਦਾ ਹੁਕਮ ਵੀ ਨਹੀਂ ਸੀਗਾ। ਸਿਰਫ ਮਤਲਬ ਪਠਣ ਪਾਠਣ ਦਾ ਕੰਮ ਹੈ ਜਿਹੜਾ ਸਿਰਫ ਬ੍ਰਾਹਮਣ ਕਰ ਸਕਦਾ ਸੀਗਾ। ਤੇ ਗੁਰੂ ਨਾਨਕ ਤਾਂ ਕਿਉਂਕਿ ਕੱਲ ਤਾਰਨ ਗੁਰੂ ਨਾਨਕ ਆਇਓ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹ ਕੋਈ ਮਤਲਬ ਕਿਹਨੂੰ ਤਾਰਨਾ ਸੀਗਾ, ਉਹ ਸਾਰੀ ਲੋਕਾਂ ਦੇ ਭਲੇ ਦੇ ਵਾਸਤੇ ਹੈ ਨਾ ਸਰਬਤ ਦਾ ਭਲਾ ਜਦੋਂ ਅਸੀਂ ਮੰਗਦੇ ਹਾਂ, ਫਿਰ ਤਾਂ ਉਹ ਚੀਜ਼ ਉਹਨਾਂ ਨੇ ਦਿੱਤੀ ਜਿਹੜੀ ਹਰੇਕ ਮਨੁੱਖ ਨੂੰ ਸਮਝ ਸਕੇ, ਉਹਨੂੰ ਆਪਣੇ ਅੰਦਰ। ਹੁਣ ਸਾਰੇ ਸਿੱਖ ਤਾਂ ਪੜ੍ਹੇ ਲਿਖੇ ਨਹੀਂ ਹੁੰਦੇ, ਬਹੁਤ ਪੁਰਾਣੇ ਸਿੱਖ, ਮੈਂ ਜਿਵੇਂ ਮੈਂ ਪੇਰੈਂਟਸ ਦੀ ਵੀ ਗੱਲ ਕਰਨੀ ਹੋਵੇ, ਉਹ ਬਹੁਤ ਵਧੀਆ ਸਿੱਖ ਸੀਗੇ, ਪਰ ਉਹ ਅੱਖਰ ਗਿਆਨ ਉਹਨਾਂ ਨੂੰ ਨਹੀਂ ਸੀ ਪਤਾ, ਗੱਲ ਨੂੰ ਸਮਝਦੇ ਸੀ, ਦੂਜਿਆਂ ਨੂੰ ਸਮਝਾਉਂਦੇ ਵੀ ਸੀਗੇ ਤੇ ਪਰ ਨਹੀਂ ਸੀ ਅੱਖਰ ਗਿਆਨ ਹੈ ਨਾ। ਤੇ ਉਹ ਇਹ ਬਖਸ਼ਿਸ਼ ਹੈ, ਉਹ ਬਰੀਕੀਆਂ ਜਿਹੜੀਆਂ ਉਹਨਾਂ ਨੂੰ ਨਹੀਂ ਸੀ ਸਮਝ ਸਕਦੇ, ਮਤਲਬ ਮੋਟੇ ਤੌਰ ਤੇ ਉਹਨਾਂ ਦਾ ਵਿਸ਼ਵਾਸ ਸੀਗਾ। ਬਿਲਕੁਲ ਫੇਥ ਤੇ ਸਿੱਖੀ ਹੈ ਕਿ ਇਹਨਾਂ ਦਾ ਹਰ ਇੱਕ ਨੂੰ ਮੋਟਾ ਜਿਹਾ ਪਤਾ ਹੁੰਦਾ ਵੀ ਕੀ ਮਤਲਬ ਹੈ। ਮੇਰੇ ਖਿਆਲ ਚ ਜਦੋਂ ਵਿਦਵਤਾ ਆਈ ਉਹਨੇ ਪੌੜੇ ਵੀ ਜ਼ਿਆਦਾ ਪਾਏ, ਜ਼ਿਆਦਾ ਪੌੜੇ ਵਿਦਵਤਾ ਨੇ ਪਾਏ ਆ, ਇੱਕ ਦੂਜੇ ਤੋਂ ਅੱਗੇ ਲੰਘਣ ਦੀ, ਇੱਕ ਦੂਜੇ ਨੂੰ ਆਪਣੇ ਨਾਮ ਬਣਾਉਣ ਦੀ, ਇੱਕ ਦੂਜੇ ਨੂੰ ਕੱਟਣ ਦੀ, ਇੱਕ ਦੂਜੇ ਤੋਂ ਕੱਟਣ ਦੀ, ਇੱਕ ਦੂਜੇ ਤੋਂ ਅੱਗੇ ਲੰਘ ਕੇ ਮਾਰਕਾ ਮਾਰਨ ਦੀ ਜਿਹੜੀ ਰੁਚੀ ਆ, ਉਹਨੇ ਕਈ ਵਿਗਾੜ ਵੀ ਪੈਦਾ ਕੀਤੇ ਹੁਣ। ਹਾਲਾਂਕਿ ਸਿੱਖ ਨੂੰ ਇਹੋ ਜਿਹੀਆਂ ਗੱਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਸਾਰੀਆਂ ਤੋਂ, ਹੈ ਨਾ। ਸੋ ਅੱਛਾ, ਹੁਣ ਥੋੜਾ ਜਿਹਾ ਜਾਂਦੇ ਡਾਕਟਰ ਸਾਹਿਬ ਇਹ ਵੀ ਦੱਸ ਦਿਓ, ਸਮਾਂ ਆਪਣਾ ਹੋ ਗਿਆ, ਸਵਈਏ ਉਚਾਰਨ ਦਾ ਕੋਈ ਖਾਸ ਸਮਾਂ ਜਾਂ ਕੀ ਵਿਧੀ ਹੈ ਜਿਹੜੀ ਸਾਡੇ ਦਰਬਾਰ ਸਾਹਿਬ ਦੇ ਵਿੱਚ ਕਹਿੰਦੇ ਆ ਨਾ ਵੀ ਆਪਾਂ ਉਸ ਪਰੰਪਰਾ ਨੂੰ ਮੰਨਦੇ ਆ? ਸਵਈਆਂ ਦੀ ਜ਼ਿਆਦਾ ਮੈਂ ਦੇਖਦਾ ਪਰੰਪਰਾ ਦਰਬਾਰ ਸਾਹਿਬ 'ਚ ਕਹਿੰਦੇ ਆ ਚੱਲਦੀ ਆ, ਤੇ ਉਹ ਕਿਸ ਤਰੀਕੇ ਹੁੰਦਾ ਕਿ ਸਵਈਏ ਕਦੋਂ ਪੜ੍ਹਨੇ ਨੇ? ਨਹੀਂ, ਇਸ ਕਿਸਮ ਦਾ ਤਾਂ ਕੋਈ ਮੈਨੂੰ ਤਾਂ ਅਜੇ ਤੱਕ ਨਹੀਂ ਮੈਂ ਪੜ੍ਹਿਆ ਕਿਤੇ। ਮੈਨੂੰ ਲੱਗਦਾ ਜਿੱਦਾਂ ਚੌਂਕੀ ਉੱਥੇ ਨਿਕਲਦੀ ਹੈ ਨਾ, ਚੌਂਕੀਆਂ ਉਹ ਸ਼ਾਮ ਦੇ ਵੇਲੇ ਹੈ ਨਾ, ਉਦੋਂ ਸਵਈਏ ਮੇਰੇ ਖਿਆਲ ਪੜ੍ਹੇ ਜਾਂਦੇ ਆ। ਮੇਰੇ ਖਿਆਲ ਜਿਹੜੇ ਲੋਕ ਖੜੇ ਹੁੰਦੇ ਆ, ਜਿਸ ਤਰੀਕੇ ਨਾਲ ਬਾਕੀ ਚੌਂਕੀਆਂ ਲੱਗਦੀਆਂ ਨੇ, ਇਹ ਪਰੰਪਰਾ ਤਾਂ ਮੇਰੇ ਖਿਆਲ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਵੇਲੇ ਤੋਂ ਹੀ ਸ਼ੁਰੂ ਹੋ ਗਈ ਸੀ। ਨਹੀਂ ਡਾਕਟਰ, ਨਾਰਮਲੀ ਸਾਡੇ ਉੱਥੇ ਇਦਾਂ ਸਿਸਟਮ ਹੈ ਵੀ ਜਿੱਦਾਂ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਜਾਂ ਆਸਾ ਦੀ ਵਾਰ ਦਾ ਪਾਠ ਕੀਤਾ ਜਾਂਦਾ, ਜਪਜੀ ਸਾਹਿਬ ਦਾ ਆਪਾਂ ਨੂੰ ਪਤਾ, ਜਿਹੜੀਆਂ 5 ਬਾਣੀਆਂ ਉਹ ਪਰੰਪਰਾਵਾਂ ਨੇ। ਜਿਹੜਾ ਬਾਕੀ ਗ੍ਰੰਥ ਸਾਹਿਬ ਆ ਉਹ ਕਦੋਂ ਪੜਿਆ ਜਾਂਦਾ? ਨਹੀਂ, ਤੁਸੀਂ ਬਾਣੀ ਤਾਂ ਨਹੀਂ ਮੈਂ ਦਰਬਾਰ ਸਾਹਿਬ ਤੋਂ ਜਾਣਨਾ ਚਾਹੁੰਦਾ ਤੁਹਾਡੇ ਕੋਲ। ਨਹੀਂ, ਦਰਬਾਰ ਸਾਹਿਬ ਤਾਂ ਮਤਲਬ ਕੀਰਤਨ ਹੁੰਦਾ ਸਾਰਾ ਟਾਈਮ, ਹੈ ਨਾ। ਹਾਂਜੀ, ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਜਿਹਨੂੰ ਆਪਣਾ ਗੁਰੂ ਮੰਨਦੇ ਆ, ਉਹ ਤੇ ਲਿਮਟਿਡ ਬਾਣੀਆਂ ਹੋ ਗਈਆਂ ਨਾ ਜੀ, ਕਿ ਇੰਨੇ ਵਜੇ ਆਪਾਂ ਆਸਾ ਦੀ ਵਾਰ ਪੜ੍ਹਨੀਆਂ, ਫਿਰ ਜਪਜੀ ਸਾਹਿਬ ਪੜ੍ਹਨਾ ਆ। ਮੇਰਾ ਖਿਆਲ ਹੈ ਮੈਨੂੰ ਇਹ ਲੱਗਦਾ ਕਿ ਜਿੱਦਾਂ ਸਵਈਏ ਆ, ਜਿੱਦਾਂ ਤੇ ਜਾਂ ਤੇ ਅਖੰਡ ਪਾਠ ਸਾਹਿਬ ਦੇ ਹੁੰਦੇ ਆ ਜਾਂ ਖੁੱਲੇ ਪਾਠ ਹੁੰਦੇ ਉਹਦੇ ਪੜ੍ਹੇ ਜਾਂਦੇ ਹੋਣਗੇ, ਇਹ 'ਚ ਕੋਈ ਦੋ ਰਾਮਾ ਨਹੀਂ। ਪਰ ਨਿੱਤਾ ਪ੍ਰਤੀ ਜਿਹੜੀ ਪੜ੍ਹਨ ਦੀ ਪਰੰਪਰਾ, ਉਹ ਮੇਰੇ ਖਿਆਲ ਜਿਹੜੇ ਚੌਂਕੀਆਂ ਕਰਦੇ ਆ ਜਦੋਂ ਖੜੇ ਹੋ ਕੇ, ਉਦੋਂ ਪੜ੍ਹੇ ਜਾਂਦੇ ਆ। ਮੈਂ ਇਹ ਜਾਣਨਾ ਚਾਹ ਰਿਹਾ ਸੀ ਕਿ ਆਰਤੀ ਦੇ ਸ਼ਬਦ ਸ਼ਾਮ ਨੂੰ ਪੜ੍ਹੇ ਜਾਂਦੇ ਨੇ, ਇਦਾਂ ਦਾ ਉਹ ਹੈਗਾ ਇਹ ਚੌਂਕੀਆਂ। ਅੱਛਾ, ਇੱਕ ਮੇਰਾ ਸਵਾਲ ਹੋਰ ਆ ਲਾਸਟ, ਫਿਰ ਕੁਝ ਬਾਣੀਆਂ ਨੂੰ ਅਸੀਂ ਚੁਣ ਲਿਆ ਗਿਆ ਕਿ ਸਵੇਰ ਦੀਆਂ ਬਾਣੀਆਂ, ਸ਼ਾਮ ਦੀਆਂ ਬਾਣੀਆਂ, ਭਾਵੇਂ ਕਿ ਸਿੱਖੀ ਮੁਤਾਬਕ ਸਾਰੀਆਂ ਬਾਣੀਆਂ ਕਦੇ ਮਰਜ਼ੀ ਕੋਈ ਪੜ੍ਹ ਲੇ, ਪਰ ਫਿਰ ਵੀ ਜਿਹੜੀ ਸਾਡੀ ਗੁਰੂ ਘਰ ਦੀ ਪਰੰਪਰਾ ਆਸਾ ਦੀ ਵਾਰ ਸਵੇਰੇ ਸ਼ੁਰੂ ਹੁੰਦੀ ਆ। ਮੈਂ ਵੀ ਜਦੋਂ ਇੱਥੇ ਆਸਾ ਦੀ ਵਾਰ ਪਾਉਣਾ ਹੈ ਤੇ ਕਈ ਵਾਰ ਅੱਗਾ ਪਿੱਛਾ ਹੋ ਜਾਏ ਤੇ ਸ਼ਾਮ ਨੂੰ ਚੱਲ ਜਾਏ ਤੇ ਫਿਕਰ ਲੱਗ ਜਾਂਦਾ, ਉਹ ਰਹਿ ਰਾਸਤਾ ਟਾਈਮ ਆਸਾ ਦੀ ਵਾਰ ਚੱਲ ਗਈ। ਇਹ ਗੱਲ ਨਹੀਂ ਹੈ। ਇਹ ਜਿਹੜਾ ਹੁਣ 5 ਬਾਣੀਆਂ ਦਾ ਪਾਠ ਵੀ ਰਹਿ ਰਾਸ ਸਾਹਿਬ ਸ਼ਾਮ ਨੂੰ ਕਰਨੀ ਹੈ, ਸੌਣ ਵੇਲੇ ਕੀਰਤਨ ਸੋਹਲਾ ਕਰਨਾ ਹੈ ਨਾ, ਤੇ ਜਾਂ ਸਵੇਰ ਵੇਲੇ ਆਸਾ ਦੀ ਵਾਰ ਤੇ ਫਿਰ ਜਪਜੀ ਸਾਹਿਬ, ਤੇ ਇਹ ਜਿਹੜੇ 5 ਬਾਣੀਆਂ ਦੀ ਰਹਿਤ ਦਿੱਤੀ ਹੋਈ ਹੈ ਨਾ, ਇਹ ਤਾਂ ਮਤਲਬ ਜਦੋਂ ਸਮਝ ਲਓ ਵੀ ਦਰਬਾਰ ਸਾਹਿਬ ਦਾ ਜਿਹੜਾ ਹੈਗਾ ਸਾਰੀ ਉਹ ਪਰੰਪਰਾ ਸਿੱਖਾਂ ਦੇ ਹੱਥ ਵਿੱਚ ਆਈ, ਉਹਨਾਂ ਕੋਲੋਂ ਲੰਘ ਕੇ ਆਪਣਾ ਮਹੰਤਾਂ ਦੇ ਕੋਲੋਂ ਕਬਜ਼ਾ ਛੱਡ, ਇਹ ਤਾਂ ਸਿੱਖਾਂ ਦੀ ਰਹਿਤ ਮਰਿਆਦਾ ਤਿਆਰ ਕੀਤੀ। 1920-25 ਜਦੋਂ ਸ਼੍ਰੋਮਣੀ ਕਮੇਟੀ ਬਣੀ, ਉਦੋਂ ਮਰਿਆਦਾ ਬਣੀ ਹੈ। ਬਿਲਕੁਲ, ਵਿਦਵਾਨਾਂ ਦੀ ਬਕਾਇਦਾ ਕਮੇਟੀ ਬਣਾਈ ਗਈ, ਉਹਨਾਂ ਨੇ ਕਈ ਸਾਲ ਤੱਕ ਇਹਦਾ ਆਪਣਾ ਸਾਰਾ ਜਿਹੜਾ ਉਹ ਕੀਤਾ, ਤੇ ਉਹ ਅੰਮ੍ਰਿਤ ਛਕਾਉਣ ਵੇਲੇ ਫਿਰ ਦੱਸੀਆਂ ਜਾਂਦੇ ਨੇ ਵੀ 5 ਬਾਣੀਆਂ ਕਿਹੜੀਆਂ ਕਿਹੜੀਆਂ ਤਾਂ ਤੁਸੀਂ ਪਾਠ ਕਰਨਾ। ਮੇਰਾ ਖਿਆਲ ਹੈ ਵੀ ਉਹ ਤਾਂ ਸ਼ਾਇਦ ਗੁਰੂ ਸਾਹਿਬ ਦੇ ਵੇਲੇ ਹੀ ਨਾ। ਇੱਥੇ ਦੱਸੋ ਕਿਸੇ ਦਿਨ ਫਿਰ ਪ੍ਰੋਗਰਾਮ ਕਰੀਏ। ਮੈਂ ਇੱਥੇ ਜਾਣਨਾ ਚਾਹੁੰਦਾ ਕਿ ਕੁਝ ਸਿਲੈਕਟਡ ਬਾਣੀਆਂ ਨੂੰ ਟਾਈਮ ਦੇ ਮੁਤਾਬਕ ਕਿਉਂ ਬੰਨ ਕੇ ਰੱਖ ਸਕਦਾ, ਬਾਕੀ ਬਾਣੀ ਕਦੋਂ ਤੇ ਕਿਵੇਂ ਪੜ੍ਹੀ ਜਾਵੇ? ਦੇਖੋ, ਬਾਣੀ ਪੜ੍ਹਨ ਦਾ ਤੁਸੀਂ
ਉਹ ਤਾਂ ਕਹਿੰਦੇ ਉੱਠਦਿਆਂ ਬਹਿੰਦਿਆਂ ਕੰਮ ਕਰਦਿਆਂ ਜਦੋਂ ਵੀ ਤੁਸੀਂ ਮਤਲਬ ਜਦੋਂ ਵੀ ਤੁਹਾਨੂੰ ਟਾਈਮ ਨਹੀਂ, ਪਰ ਜਦੋਂ ਸਾਨੂੰ ਸਿਖਾਈਆਂ ਹੀ ਉਹ ਬਾਣੀਆਂ ਗਈਆਂ, ਰਹਿ ਰਾਸ ਜ਼ਬਾਨੀ ਯਾਦ ਹੋ ਗਈ, ਕਹਿੰਦੇ ਕੰਠ ਕੀਤੀ ਆ, ਕਿੰਨੇ ਚਿਰ ਤੋਂ ਪਾਠ ਕਰਦਾ ਮੈਂ। ਬਹੁਤ ਸਾਰੇ ਰਿਆਸ ਉਹਨਾਂ ਧਾਰਮਿਕ ਲੋਕਾਂ ਨਾਲ, ਉਹ ਕਹਿੰਦੇ ਯਾਰ ਜੇ ਤੈਨੂੰ ਕੰਠ ਨਹੀਂ ਤੇ ਤੂੰ ਕੱਲਾ ਬੰਦਾ। ਕੋਈ ਬੰਦਿਸ਼ ਨਹੀਂ ਹੋਣੀ ਚਾਹੀਦੀ ਵੀ ਤੁਸੀਂ ਮਤਲਬ ਐਸੇ ਵੇਲੇ ਠੀਕ ਹੈ, ਉਹ ਰਹਿਤ ਮਰਜ਼ਾਦਾ ਦੇ ਅਨੁਸਾਰ ਨਿਰਧਾਰਿਤ ਕਰਤੀਆਂ ਵੀ ਉਹ ਮੈਨੂੰ ਐਂ ਲੱਗਦਾ ਜਿਵੇਂ 5 ਨਮਾਜ਼ਾਂ ਨੇ ਨਾ, ਇਦਾਂ ਹੀ ਅਸੀਂ 5 ਬਾਣੀਆਂ ਬਣਾ ਲਈਆਂ ਵੀ ਇਹਨਾਂ ਦਾ ਪਾਠ ਹੋਣਾ ਤੇ ਐਸਾ ਜਿਹਨਾਂ ਅਸੀਂ ਨਿਤਨੇਮ ਬਣਾ ਲਿਆ, ਜਿਸ ਤਰ੍ਹਾਂ ਨਿਤਨੇਮ ਦਾ ਨਾਮ ਦਿੱਤਾ, ਨਿਤਨੇਮ ਦਾ ਹੋ ਗਿਆ। ਪਰ ਜਿਹੜੀ ਆਮ ਰੂਟੀਨ ਦੇ ਵਿੱਚ ਤੁਸੀਂ ਬਾਣੀ ਨੂੰ ਜਿਸ ਵੇਲੇ ਮਰਜ਼ੀ ਉਚਾਰਨ ਕਰੋ, ਜਦੋਂ ਮਰਜ਼ੀ ਪੜੋ, ਉਹਨੇ ਇਹ ਤਾਂ ਸਿੱਖਣ ਲਈ ਨਹੀਂ, ਜਦੋਂ ਮਰਜ਼ੀ ਤੇ ਪੜੋ, ਪਰ ਪੜੋ ਕਿਵੇਂ, ਕਦੋਂ ਪੜੋ, ਮਤਲਬ ਘਰੋਂ ਘਰੀ ਤੇ ਪੜ ਲੋਗੇ। ਜਿਹੜੀ ਸਾਡੀ ਮਰਿਆਦਾ ਚੱਲ ਰਹੀ ਉੱਥੇ ਕਿਉਂ ਨਾ ਬਾਕੀ ਚੀਜ਼ਾਂ ਵੀ ਇਹ ਰੈਗੂਲਰ ਚੀਜ਼ਾਂ ਨੂੰ ਪੜੀਆਂ ਜਾਣ। ਹਾਂ, ਕੀਰਤਨ ਹੁੰਦਾ ਆ, ਉਹਦੇ ਵਿੱਚ ਆ ਸਕਦਾ ਸੋਈਏ ਆਉਂਦੇ ਹੋਣਗੇ, ਪੱਟਾਂ ਦੀ ਬਾਣੀ ਨਹੀਂ ਆਉਂਦੀ ਹੋਏਗੀ। ਰਾਗੀ ਸਿੰਘ ਨੇ ਜਿਹੜੇ ਜਦੋਂ ਉੱਥੇ ਸਾਰਾ ਦਿਨ ਕੀਰਤਨ ਹੋਣਾ ਤੇ ਹੁਣ ਬਦਲ ਕੇ ਪੜ੍ਹਦੇ ਹੋਣਗੇ। ਹਾਂ, ਵੱਖਰੀ ਵੱਖਰੀ ਬਾਣੀਆਂ ਦਾ ਪਾਠ, ਸ਼ਬਦਾਂ ਦਾ ਕੀਰਤਨ ਕੀਤਾ ਜਾਂਦਾ, ਵੱਖਰੀਆਂ ਵੱਖਰੀਆਂ ਦਾ ਕੀਤਾ। ਵੈਸੇ ਮੈਨੂੰ ਉਦੋਂ ਪਾਂਧੀ ਸਾਹਿਬ ਨਾਲ ਮੈਂ ਫੋਨ ਤੇ ਗੱਲ ਕੀਤੀ ਸੀ ਗੁਰਮਤਿ ਸੰਗੀਤ ਦੇ ਬਾਰੇ, ਤੇ ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਪਰੰਪਰਾਵਾਂ ਨੇ, ਜਿਹੜਾ ਰਾਗ ਆਧਾਰਿਤ ਚੀਜ਼ ਹੁੰਦੀ ਆ, ਉਹਨਾਂ ਦਾ ਸਮਾਂ ਨਿਰਧਾਰਿਤ ਹੁੰਦੀਆਂ ਨੇ, ਉਹਨਾਂ ਕੁਝ ਗੱਲਾਂ ਕੀਤੀਆਂ ਸੀਗੀਆਂ, ਸ਼ਾਇਦ ਇਹਨਾਂ ਚੀਜ਼ਾਂ ਨੂੰ ਵੀ ਮੁੱਖ ਰੱਖਿਆ ਹੋਵੇਗਾ। ਬਿਲਕੁਲ ਬਿਲਕੁਲ, ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ, ਕਿਉਂਕਿ ਇਹ ਤਾਂ ਪੁਰਾਣੇ ਇਹ ਭਾਰਤੀ ਸੰਗੀਤ ਦੇ ਵਿੱਚ ਵੀ ਆ ਵੀ ਕਿਹੜਾ ਰਾਗ ਕਿਹੜੇ ਵੇਲੇ ਗਾਇਆ ਜਾਣਾ, ਉਹ ਤਾਂ ਉਸ ਨੂੰ ਰੱਖ ਕੇ ਜੀ। ਕੋਈ ਸ਼ੰਕੇ ਹੁੰਦੇ ਆ ਜੀ, ਡਾਕਟਰ ਸਾਹਿਬ ਕੋਲੋਂ ਸਮਝਣ ਦੀ ਕੋਸ਼ਿਸ਼ ਕਰੀਦੀ ਹੈ, ਕਿਉਂਕਿ ਜਿਹੜੀ ਸਮੁੱਚੀ ਗ੍ਰੰਥ ਸਾਹਿਬ ਦੀ ਰਚਨਾ ਹੈ ਉਹ ਰਾਗ ਆਧਾਰਿਤ ਹੈ, ਤੇ ਰਾਗਾਂ ਨੂੰ ਮਹਾਨਤਾ ਕਈ ਵਾਰ ਸਮੇਂ ਦੇ ਮੁਤਾਬਕ ਵੀ ਦਿੱਤੀ ਜਾਂਦੀ ਹੈ ਕਿ ਕਿਹੜੇ ਰਾਗ ਨੂੰ ਕਦੋਂ ਪੜ੍ਹਨਾ। ਇਸ ਕਰਕੇ ਕੁਝ ਚੀਜ਼ਾਂ ਇਦਾਂ ਵੀ ਹੋ ਸਕਦੀਆਂ ਨੇ ਕਿ ਉਹਨਾਂ ਦਾ ਕਰਕੇ ਕੁਝ ਬਾਣੀਆਂ ਨੂੰ ਅਹਿਮੀਅਤ ਸਮੇਂ ਦੇ ਮੁਤਾਬਕ ਦਿੱਤੀ ਗਈ ਹੋਵੇ। ਬਾਕੀ ਆਪਾਂ ਹੋਰ ਵਿਦਵਾਨਾਂ ਕੋਲੋਂ ਸਮੇਂ-ਸਮੇਂ ਇਹਨਾਂ ਚੀਜ਼ਾਂ ਨੂੰ ਬਿਲਕੁਲ ਜੀ। ਨਾਲੇ ਮੋਸਟਲੀ ਮੇਰਾ ਜਿਹੜਾ ਵਿਸ਼ਾ ਹੈ ਉਹ ਹੈ ਫਿਲਾਸਫੀ ਗੁਰਬਾਣੀ ਦੀ ਕੀ ਹੈ ਨਾ, ਗੁਰਮਤਿ ਫਿਲਾਸਫੀ ਦੇ ਉੱਤੇ ਹੈ। ਤੇ ਹੁਣ ਰਾਗਾਂ ਦੇ ਆਪਣੇ ਐਕਸਪਰਟ ਬੈਠੇ ਨੇ ਹੈ ਨਾ, ਜਿਹੜੇ ਰਾਗ ਦੀ ਸਟੱਡੀ ਕਰਦੇ ਨੇ। ਮੇਰਾ ਤਾਂ ਸਬਜੈਕਟ ਹੈ ਨਹੀਂ ਹੈ ਰਾਗ, ਤੇ ਉਹ ਇਹਦੇ ਤੇ ਬਿਹਤਰ ਚਾਨਣਾ ਪਾ ਸਕਦੇ ਆ, ਹੈ ਨਾ ਜੀ। ਸੋ ਡਾਕਟਰ ਸਾਹਿਬ, ਸੋਈਆਂ ਬਾਰੇ ਜਾਂ ਭੱਟਵਾਰ ਬਾਰੇ ਕੁਝ ਹੋਰ ਕਹਿਣਾ ਚਾਹੋ ਤੁਸੀਂ ਅਖੀਰ 'ਚ, ਤੇ ਆਪਣੇ ਦਰਸ਼ਕਾਂ ਤੇ ਸਮਾਂ ਸਾਡਾ ਸਮਾਪਤ ਹੈ। ਨਹੀਂ, ਬਸ ਮੈਂ ਤਾਂ ਇਹੀ ਕਹੂੰਗੀ ਕਿ ਜਿਹੜੀ ਗੁਰੂ ਘਰ ਦੀ ਹੈਗੀ ਆ, ਮਤਲਬ ਸਾਡੇ ਸਿਧਾਂਤ ਨੇ, ਸਿੱਖੀ ਸਿਧਾਂਤ ਨੇ, ਉਹਨਾਂ ਦੀ ਵਿਆਖਿਆ ਸਵਈਆਂ ਦੇ ਵਿੱਚ ਬੜੀ ਸੋਹਣੀ ਤਰ੍ਹਾਂ ਆਪਣਾ ਮਤਲਬ ਕੀਤਾ ਹੋਇਆ ਵੀ ਸ਼ਬਦ ਕੀ ਹੈ, ਗੁਰੂ ਜੋਤ ਕੀ ਹੈ, ਗੁਰੂ ਜੋਤ ਕਿਵੇਂ ਉਹ ਆਪਣਾ ਇੱਕ ਗੁਰੂ ਤੋਂ ਦੂਸਰੇ ਗੁਰੂ ਤੱਕ ਗਈ ਹੈ, ਉਹ ਸਾਰਾ ਆਪਣਾ ਸਿਧਾਂਤਕਾਰ ਕੀਤੀ ਗਈ ਹੈ। ਦੂਸਰਾ, ਜਿਵੇਂ ਹੁਣ ਪ੍ਰੋਫੈਸਰ ਸਾਹਿਬ ਸਿੰਘ ਨੇ ਕਿਹਾ ਵੀ ਇਤਿਹਾਸਕ ਤੌਰ 'ਤੇ ਵੀ ਇਹ ਸਾਡੇ ਲਈ ਬਹੁਤ ਮਹੱਤਤਾ ਰੱਖਦੇ ਆ, ਜਿਵੇਂ ਸਤੀ ਤੇ ਬਲਵੰਡ ਦੀ ਵਾਰ ਵੀ, ਤੇ ਆਪਣਾ ਵੈਸੇ ਤੇ ਇਤਿਹਾਸਕ ਤੌਰ ਤੇ ਡਾਕਟਰ ਸਾਹਿਬ ਇਹ ਹੀ ਬੜੀ ਮਹਾਨਤਾ ਹੈ ਗੁਰੂ ਘਰ ਦੀ ਕਿ ਵੱਖ-ਵੱਖ ਮੁਸਲਿਮ ਪੀਰਾਂ ਫਕੀਰਾਂ ਤੇ ਉਹਨਾਂ ਦੀ ਬਾਣੀ ਲੈ ਕੇ ਆਉਣਾ, ਕਿਸੇ ਧਰਮ ਨੇ ਕਦੀ ਵੀ ਇਸ ਤਰ੍ਹਾਂ ਦਾ ਅਲਾਓ ਨਹੀਂ ਕੀਤਾ। ਮੇਰੇ ਖਿਆਲ ਇਹ ਇੱਕ ਵਿਲੱਖਣ ਬਹੁਤ ਵੱਡੀ ਵਿਲੱਖਣਤਾ ਹੈ ਜੀ, ਹੈ ਨਾ। ਸੋ ਜਿਹੜਾ ਮਤਲਬ ਵੀ ਬਾਬਾ ਫਰੀਦ ਜਿਵੇਂ ਹੁਣ ਮੁਸਲਮਾਨ ਨੇ, ਇਹ ਵੀ ਨਹੀਂ ਹੈ ਵੀ ਉਹ ਐਵੇਂ ਕੋਈ ਕੱਚੇ ਜਿਹੇ ਮੁਸਲਮਾਨ ਨੇ, ਉਹ 5 ਨਮਾਜ਼ਾਂ ਪੜ੍ਹਨ ਦੀ ਗੱਲ ਕਰਦੇ ਨੇ, ਰੋਜ਼ਿਆਂ ਦੀ ਗੱਲ ਕਰਦੇ ਨੇ, ਮਸੀਤ ਜਾਣ ਦੀ ਗੱਲ ਕਰਦੇ ਨੇ, ਹੈ ਨਾ। ਤੇ ਉਹ ਸਿੱਧਾ ਹੀ ਕਹਿੰਦੇ ਨੇ ਵੀ ਜੇ ਤੁਸੀਂ ਕਦੇ ਉੱਠ ਕੇ ਮਸੀਤ ਨਹੀਂ ਆਇਆ ਚੱਲ ਕੇ ਤਾਂ ਫਿਰ ਇਹ ਭਲੀ ਰੀਤ ਨਹੀਂ ਹੈ ਤੇਰੀ। ਸੋ ਪਰ ਫਿਰ ਉਹੀ ਹੈ ਵੀ ਉਹ ਮਾਨਵ ਦੇ ਪ੍ਰਤੀ ਕਿਸ ਤਰ੍ਹਾਂ ਸੋਚਦੇ ਆ, ਹੈ ਨਾ, ਉਸ ਚੀਜ਼ ਨੂੰ ਮੁੱਖ ਰੱਖ ਕੇ ਬਾਣੀ ਸ਼ਾਮਿਲ ਕੀਤੀ ਜੀ। ਬਿਲਕੁਲ, ਜਿਵੇਂ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਕਿਹਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਸਮਝਣੀ ਆ ਜਾਂ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਉਹ ਸ਼ਬਦ ਵਰਤਿਆ ਗਿਆ, ਇਸੇ ਤਰ੍ਹਾਂ ਹੀ ਭੱਟ ਸਾਹਿਬਾਨ ਦੀ ਬਾਣੀ ਤੇ ਸੋਈਏ ਜਿਹੜੇ ਆ ਗੁਰੂ ਘਰ ਦੀ ਮਰਿਆਦਾ ਤੇ ਫਿਲਾਸਫੀ ਜਿਹੜੀ ਆ, ਗੁਰੂ ਦੀ ਜੋਤ ਕਿੱਦਾਂ ਦੂਜੇ ਗੁਰੂ ਤੱਕ ਪਹੁੰਚਦੀ ਆ, ਕਿਉਂ ਕਰਕੇ ਜਿਹੜੀ ਆ ਇਹ ਗੱਦੀ, ਗੁਰੂ ਦੀ ਗੱਦੀ ਜੇ ਕਹਿ ਲਵੇ ਕੋਈ, ਤੇ ਉਹ ਪਰਿਵਾਰਾਂ 'ਚ ਨਹੀਂ ਗਈ, ਉਹ ਸਿਧਾਂਤ ਦੇ ਅਨੁਸਾਰ ਉਹਨਾਂ ਵਿਅਕਤੀਆਂ ਨੂੰ ਮਿਲੀ ਜਿਹੜੇ ਗੁਰੂ ਸਾਹਿਬ ਦੀਆਂ ਜਿਹੜੀ ਆ ਉਹਨਾਂ ਦੀ ਸੋਚ ਸੀ ਉਹਦੇ ਮੁਤਾਬਕ ਪੂਰੇ ਉਤਰੇ। ਸੋ ਮੇਰੇ ਖਿਆਲ 'ਚ ਅੱਜ ਦੇ ਇਸ ਪ੍ਰੋਗਰਾਮ ਦਾ ਸਾਡਾ ਇਹੀ ਸਿਖਰ ਹੈ ਕਿ ਜਿਵੇਂ ਸਵਈਆਂ ਦੇ ਵਿੱਚ ਜ਼ਿਕਰ ਹੈ, ਆਪਾਂ ਨੂੰ ਪੜ੍ਹ ਲੈਣੇ ਚਾਹੀਦੇ ਕਦੀ ਨਾ ਕਦੀ, ਇਹ ਚੀਜ਼ਾਂ ਵੀ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਤਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਨੂੰ ਹੋਰ ਸੌਖੇ ਢੰਗ ਨਾਲ ਸਮਝ ਸਕੀਏ। ਡਾਕਟਰ ਸਾਹਿਬ ਬਹੁਤ ਬਹੁਤ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।